नमस्कार, आदाब, सत श्री अकाल। हमदर्द टीवी देखने वाले सारे दर्शकों का बहुत बहुत स्वागत है प्रोग्राम हमदर्द न्यूज़ एंड व्यूज़ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਸਲ ਨਾਲ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਗੱਲਬਾਤ ਕਰਾਂਗੇ ਹੁਣ ਤੱਕ ਦੀਆਂ ਖਾਸ ਖਬਰਾਂ ਦੇ ਬਾਰੇ ਵਿੱਚ। ਕੋਈ ਖਬਰ ਜਾਂ ਜਾਣਕਾਰੀ ਤੁਹਾਡੇ ਕੋਲ ਆ ਜੋ ਤੁਸੀਂ ਸਾਡੇ ਨਾਲ ਜਾਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਸੋ ਅੱਜ ਜਿਹੜੀਆਂ ਪ੍ਰਮੁੱਖ ਖਬਰਾਂ ਦੇ ਉੱਤੇ ਅਸੀਂ ਗੱਲਬਾਤ ਕਰਨੀ ਹੈ ਉਹਦੇ ਵਿੱਚੋਂ ਮੁੱਖ ਖਬਰਾਂ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਸ਼ੁਰੂ ਕਰਨ ਜਾ ਰਿਹਾ ਹੈ ਵੈਕਸੀਨ ਇੰਜਰੀ ਸਪੋਰਟ ਪ੍ਰੋਗਰਾਮ। ਸੋ ਕੀ ਇਹ ਪ੍ਰੋਗਰਾਮ ਹੈ, ਇਹਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਾਂਗੇ। ਕਿਹਨਾਂ ਨੂੰ ਇਸ ਦੇ ਫਾਇਦੇ ਜਾਂ ਕਿਹਨਾਂ ਨੂੰ ਇਸ ਦੇ ਨੁਕਸਾਨ ਹੋ ਸਕਦੇ ਆ, ਇਹਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਇੱਕ ਮਾਲ ਦੇ ਵਿੱਚ 2 ਸਿੱਖ ਲੜਕਿਆਂ ਨੂੰ ਮੁਸਲਿਮ ਸਮਝ ਕੇ ਉਹਨਾਂ ਨਾਲ ਹੱਥੋਂ-ਪਾਈ ਕੀਤੀ ਗਈ। ਪਹਿਚਾਣ ਦਾ ਇਹ ਮਾਮਲਾ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ ਕਿ ਪਹਿਚਾਣ ਸਿੱਖਾਂ ਦੀ ਅਜੇ ਤੱਕ ਕਿਉਂ ਨਹੀਂ ਬਣ ਪਾ ਰਹੀ। ਇਸ ਤੋਂ ਇਲਾਵਾ ਗੱਲ ਕਰਾਂਗੇ ਕਿ ਚੀਨ ਦੇ ਵਿੱਚ ਮਿਲਿਆ ਹੁਣ ਇੱਕ ਹੋਰ ਜਾਨਲੇਵਾ ਵਾਇਰਸ, ਹੁਣ ਕੀ ਬਣੂ ਦੁਨੀਆ ਦਾ। ਅਜੇ ਚੀਨ ਦੇ ਇੱਕ ਹੋਰ ਵਾਇਰਸ ਦੀ ਅਸੀਂ ਗੱਲ ਕਰੀਏ ਜੋ ਉੱਥੇ ਪੈਦਾ ਹੋਇਆ ਸੀ ਵੁਹਾਨ ਦੇ ਵਿੱਚ, ਕਰੋਨਾ ਵਾਇਰਸ, ਅਜੇ ਉਸ ਤੋਂ ਨਿਜਾਤ ਨਹੀਂ ਮਿਲੀ ਕਿ ਹੁਣ ਇੱਕ ਹੋਰ ਵਾਇਰਸ ਸ਼ੁਰੂ ਹੋਣ ਜਾ ਰਿਹਾ। ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਲੰਡਨ ਦੇ ਹੀਥਰੋ 에ਅਰਪੋਰਟ ਨੇ ਭਾਰਤੀ ਫਲਾਈਟਾਂ ਲਈ ਖੋਲ੍ਹੇ ਦਰਵਾਜ਼ੇ, ਸੋ ਇਹਦੇ ਬਾਰੇ ਵੀ ਗੱਲ ਕਰਾਂਗੇ। ਤੇ ਨਾਲ ਦੀ ਨਾਲ ਆਪਰੇਸ਼ਨ ਬਲੂ ਸਟਾਰ ਤੇ ਤਖਤ ਸਾਹਿਬ ਦੇ ਵੱਲੋਂ ਬਣਾਈ ਜਾ ਰਹੀ ਹੈ ਵੀਡੀਓ ਡਾਕੂਮੈਂਟਰੀ, ਸੋ ਇਹ ਵੀ ਤੁਹਾਡੇ ਨਾਲ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਖਬਰਾਂ ਨੇ, ਕਿਸੇ ਖਬਰ ਤੇ ਵਿਚਾਰ ਦੇਣਾ ਹੈ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਸਾਡਾ ਤੁਸੀਂ ਨਾਲ ਦੇ ਨਾਲ ਫੇਸਬੁੱਕ ਤੇ ਵੀ ਲਾਈਵ ਦੇਖ ਸਕਦੇ ਹੋ। ਤੇ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੋੜ ਲੈਣਾ ਜੀ ਮੇਰੇ ਸਹਿਯੋਗੀ ਵਰਗਿੰਦਰ ਨਾਚੀ ਨੂੰ। ਸਵਾਗਤ ਹੈ ਸਰ। ਤਰਨ, ਤੁਹਾਨੂੰ ਸਾਰੇ ਪਰਿਵਾਰ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ ਜੀ। 2 ਹਰਫੀ ਗੱਲ, ਸਾਨੂੰ ਹੁਕਮ ਨਾ ਕਰੋ, ਸਾਡੇ ਨਾਲ ਗੱਲ ਕਰੋ। ਹੁਕਮ ਹਾਕਮ ਕਰਦਾ ਹੈ, ਅਸੀਂ ਤੁਹਾਨੂੰ ਹਾਕਮ ਨਹੀਂ ਚੁਣਿਆ, ਆਪਣੇ ਪ੍ਰਤੀਨਿਧ ਚੁਣਿਆ ਹੈ। ਤੁਸੀਂ ਸਾਡੇ ਨਾਲ ਸਾਡਿਆਂ ਵਾਂਗ ਗੱਲ ਕਰੋ, ਜੋ ਸੁਣਾਓਗੇ ਸੁਣ ਲਵਾਂਗੇ, ਤੁਸੀਂ ਸਾਡੇ ਹਾਕਮ ਨਾ ਬਣੋ। ਸਾਡੀਆਂ ਰਗਾਂ 'ਚ ਹੁਕਮ ਲਈ ਨਾਬਰੀ ਹੈ, ਪਿਆਰ ਲਈ ਬਰਾਬਰੀ ਹੈ। ਇੱਕ ਹੱਥ ਲਾਓ, ਦੂਜੇ ਹੱਥ ਦਿਓ, ਸਭ ਦਾ ਇੱਕੋ ਜਿਹਾ। ਹੁਕਮ ਬੇਗਾਨੇ ਕਰਦੇ ਨੇ, ਜੋ ਆਪਣੇ ਹੋ ਇੱਕ ਬਣ ਕੇ ਦਿਓ, ਇਹ ਬਣ ਕੇ ਵਿਖਾਓ। ਵੋਟਾਂ ਵੇਲੇ ਹੀ ਨਾ ਕਹੋ ਭੈਣੋ ਤੇ ਭਰਾਓ, ਆਪਣੇ ਉਮੀਦਵਾਰ ਜਿਤਾਓ। ਸਾਡੇ ਕੋਲ ਲਾਮ ਲਸ਼ਕਰ ਸਮੇਤ ਨਹੀਂ, ਆਪਣਿਆਂ ਵਾਂਗ ਆਓ। ਕੋਸ਼ਿਸ਼ ਕਰਨਾ ਉਡੀਕ ਬਣੀ ਰਹੇ। ਕੀ ਬਾਤ ਹੈ ਸਰ, ਬਹੁਤ ਖੂਬ। ਕਰਨ, ਇਹ ਗੁਰੂ ਭਜਨ ਗਿੱਲ ਹੋਣਾ ਦੀ ਨਜ਼ਮ ਹੈ। ਅਸੀਂ ਇੱਕ ਸੈੱਟ ਟੀਚਰਸ ਤੋਂ ਹੀ ਪੜ੍ਹੇ ਹਾਂ ਮੇਰੇ ਖਿਆਲ। ਇਹਨਾਂ ਦੇ ਵੇਲੇ ਵਿੱਚ ਉਹ ਆਏ ਹੋਣਗੇ, ਮੇਰੇ ਕੋਲ ਰਿਟਾਇਰ ਹੋਣਗੇ ਜਾਂ ਵਿੱਚ ਵਿਚਾਲੇ ਸੀਗੇ। ਅਸੀਂ ਸੈੱਟ ਦੇ ਟੀਚਰਸ ਤੋਂ ਇਹਨਾਂ ਦੀ ਆਪਾਂ ਨਜ਼ਮ ਬਹੁਤ ਵਾਰੀ ਕੋਟ ਕਰਦੇ ਹਾਂ। ਇੱਕ ਦਿਨ ਮੈਂ ਫੇਸਬੁੱਕ 'ਤੇ ਵੀ ਆਮ ਸ਼ੇਅਰ ਕਰਦਾ ਇਹਨਾਂ ਦੀ ਨਜ਼ਮਾਂ। ਮੈਂ ਫੋਨ ਕੀਤਾ, ਮੈਂ ਬਾਈ ਬਿਨਾਂ ਪੁੱਛੋਂ ਮੈਂ ਸ਼ੇਅਰ ਕਰਤੀ ਹੈ। ਮੈਨੂੰ ਕਹਿੰਦੇ ਤੂੰ ਛੋਟਾ ਭਰਾ, ਤੈਨੂੰ ਤਾਂ ਇਜਾਜ਼ਤ ਦੀ ਲੋੜ ਨਹੀਂ ਹੈ, ਤੇ ਨਾਲੇ ਤੂੰ ਨੱਤ ਹੈ। ਉਹਦਾ ਮਤਲਬ ਪਤਾ ਕੀ ਸੀ? ਗੁਰਭਜਨ ਗਿੱਲ ਹੋਣਾ ਦੇ ਸਹੁਰੇ ਨੱਤ ਨੇ। ਠੀਕ ਹੈ ਜੀ, ਠੀਕ ਹੈ। ਗੱਲ ਹੀ ਸਾਰੀ ਮੁਕਾਤੀ। ਸੋ ਅੱਜ ਫਿਰ ਇੱਕ ਵਾਰੀ ਉਹ ਨਜ਼ਮ ਸ਼ੇਅਰ ਕੀਤੀ ਹੈ। ਚੰਗੀਆਂ ਲੱਗਦੀਆਂ ਨੇ ਬਹੁਤ। ਮੇਰੇ ਸੀਨੀਅਰ ਨੇ, ਵੱਡੇ ਭਰਾ ਨੇ। ਕਿਤੇ ਲੋੜ ਹੁੰਦੀ ਹੈ ਜੀ, ਕਿਤੇ ਕੋਈ ਸ਼ਬਦ ਅੜ ਜਾਂਦਾ ਤਾਂ ਫਿਰ ਉਹ ਘੰਟੀ ਖੜਕਾਈ ਦੀ ਹੈ ਵੀ ਬਾਈ ਆਹ ਚੀਜ਼ ਸੀ ਕਿਵੇਂ। ਪੁਰਾਣੀ ਵੈਸੇ ਸਾਂਝ ਵੀ ਹਮੇਸ਼ਾ ਰਹੀਆਂ ਨੇ ਕਿ ਪੁਰਾਣੇ ਲੋਕਾਂ ਦੇ ਵਿੱਚ ਗੱਲ ਕਰੀਏ ਨਾ, ਬੜੀ ਦਿਲਾਂ ਦੀ ਸਾਂਝ ਹੁੰਦੀ ਸੀ। ਅੱਜ ਕੱਲ੍ਹ ਜਿਵੇਂ ਓਪਰਾ ਸਾਰਾ ਕੁਝ ਹੋ ਗਿਆ, ਕੋਈ ਕਾਲ ਆ ਜਾਂਦੀ ਹੈ ਤਾਂ ਕਿੱਥੋਂ ਫੋਨ ਆ ਗਿਆ, ਕੋਈ ਕੰਮ ਹੀ ਹੋਣਾ ਤਾਂ ਹੀ ਫੋਨ ਆਇਆ। ਪੁਰਾਣੇ ਲੋਕਾਂ 'ਚ ਸਾਂਝ ਜ਼ਿਆਦਾ ਦੇਰ ਤੱਕ ਟਿਕੀ ਰਹਿੰਦੀ ਹੈ। ਨਾਲੇ ਖਾਸ ਕਰਕੇ ਜਿਹੜੇ ਲੈਵਲ 'ਤੇ ਉਹ ਪਹੁੰਚੇ ਹੋਏ ਨੇ, ਮੈਨੂੰ ਬੜਾ ਮਾਣ ਹੁੰਦਾ ਜਦੋਂ ਮੈਂ ਕਾਲ ਕਰਦਾ, ਫੋਨ ਚੱਕਦੇ ਨੇ, ਜਵਾਬ ਦਿੰਦੇ ਆ ਜਦੀ। ਸੋ ਚੰਗਾ ਲੱਗਦਾ ਆਪਣਾ ਤਾਂ ਨਾ। ਉਹ ਜਿਹੜੀ ਸਾਂਝ ਹੈ ਉਹ ਸੱਚੀ ਬੜੀ ਮਿੱਠੀ ਪਿਆਰੀ ਸਾਂਝ ਹੈ। ਉਹੀ ਹੈ। ਹੁਣ ਤਾਂ ਇਹ ਨਹੀਂ ਪਤਾ ਹੁੰਦਾ ਨਾਲ ਦੇ ਘਰ 'ਚ ਕੌਣ ਰਹਿੰਦਾ ਹੈ। ਉਦੋਂ ਕਹਿੰਦੇ ਸੀ ਇੱਕ ਮਹੱਲੇ, ਇੱਕ ਪਿੰਡ ਦੀ ਕੁੜੀ ਸਾਰੇ ਪਿੰਡ ਦੀ ਕੁੜੀ, ਇੱਕ ਪਿੰਡ ਦਾ ਜਵਾਈ ਸਾਰੇ ਪਿੰਡ ਦਾ ਜਵਾਈ ਹੁੰਦਾ ਸੀ। ਸਹੀ ਗੱਲ ਆ। ਹੁਣ ਤਾਂ ਮੈਂ ਥੋੜਾ ਜਿਹਾ ਹੋਰ ਕਹਿ ਦਿੰਦਾ, ਆਪਦੇ ਨੂੰ ਵੀ ਨਹੀਂ ਆਪਦਾ ਸਮਝਦੇ। ਹੁਣ ਤਾਂ ਇੰਨਾ ਫਰਕ ਪੈ ਚੁੱਕਿਆ ਸੀ, ਬਹੁਤ ਜ਼ਿਆਦਾ। ਇੱਕ ਸੀਮਤ ਕਰ ਲਿਆ ਆਪਦੇ ਆਪ ਨੂੰ, ਇੱਕ ਦਾਇਰੇ 'ਚ ਬੰਦ ਕਰ ਲਿਆ। ਉਹ ਦਾਇਰਾ ਮੈਂ ਦਾ ਬਸ, ਅਸੀਂ ਉਸੇ ਦੁਆਲੇ 'ਚ ਘੁੰਮੀ ਜਾਂਦੇ ਹਾਂ। ਥੋੜਾ ਜਿਹਾ ਅੱਗੇ ਵੀ ਨਹੀਂ ਜਾਣ ਦੀ ਕੋਸ਼ਿਸ਼ ਕਰਦੇ। ਟੈਕਨੋਲੋਜੀ ਜਿੰਨੀ ਆ ਗਈ ਨਾ, ਲੋਕਾਂ ਦੀ ਮਾਸੂਮੀਅਤ ਵੀ ਖਤਮ ਹੁੰਦੀ ਗਈ ਆ, ਨਾਲ ਮਾਸੂਮੀਅਤ ਲਗਭਗ ਮੁੱਕ ਗਈ ਹੈ। ਮਾਸੂਮੀਅਤ ਤਰਨ, ਜਿਹੜੇ ਹੁਣ ਤੁਹਾਡੀ ਜਨਰੇਸ਼ਨ ਹੈ, ਤੁਹਾਡੇ ਤੋਂ ਜਿਹੜੇ ਛੋਟੇ ਨੇ, ਹੁਣ ਜਿਹੜੇ ਛੋਟਿਆਂ ਦੇ ਹੱਥ ਫੜੇ ਹੋਏ ਨੇ, ਉਹਨਾਂ ਦੇ ਚਿਹਰੇ ਦੇ ਹਾਵ ਭਾਵ ਨਹੀਂ ਹੈ। ਕਿਉਂ ਨਹੀਂ ਹੈ? ਕਿਉਂਕਿ ਉਹ ਜਵਾਬ ਟਿਕ ਟਿਕ ਤੇ ਕਰਕੇ ਦੇ ਰਹੇ ਆ। ਉਹਦੇ 'ਚ LOL ਕਰ ਦੇਣਗੇ, ਉਹਦੇ 'ਚ ਮੂੰਹ ਉਦਾਸ ਦਿਖਾ ਦੇਣਗੇ, ਹਾਸਿਆ ਦਿਖਾ ਦੇਣਗੇ। ਕੁਛ ਚਿਹਰੇ ਦੇ ਹਾਵ ਭਾਵ ਉਹ ਮੁੱਕਦੇ ਜਾਂਦੇ ਲੱਗਦਾ। ਜਿੰਨੇ ਤੁਸੀਂ ਐਕਸਾਈਟਮੈਂਟ ਹੁੰਦੀ ਹੈ ਤੁਹਾਨੂੰ, ਉਵੇਂ ਤੁਸੀਂ ਸ਼ੋਅ ਨਹੀਂ ਕਰਦੇ। ਤੁਸੀਂ ਬਿਲਕੁਲ
ਪੱਧਰ ਜਿਹਾ ਬੰਦਾ ਬੈਠਾ ਹੁੰਦਾ। ਅੱਜ ਕੱਲ੍ਹ ਇਹ ਨਹੀਂ ਲੱਗਦਾ ਕਿ ਸਾਰੇ ਜਣੇ ਬੱਚਿਆਂ ਦੀ ਵੀ ਗੱਲ ਕਰੀਏ ਉਮਰ ਤੋਂ ਪਹਿਲਾਂ ਹੀ ਜਵਾਨ ਹੋ ਗਏ, ਬੜੀ ਛੇਤੀ ਮੈਚੋਰਟੀ ਆ ਗਈ ਆ। ਪੁਰਾਣੇ ਜ਼ਮਾਨੇ 'ਚ ਗੱਲ ਕਰੀਏ ਬੜੇ ਭੋਲੇ ਹੁੰਦੇ ਸੀ ਸਾਰੇ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਬ੍ਰਹਮਟਨ ਤੋਂ ਬੋਲ ਰਹੀ ਹਾਂ ਜੀ। ਮੈਂ ਪਹਿਲਾਂ ਤਾਂ ਤੈਨੂੰ ਬਹੁਤ ਬਹੁਤ ਵਧਾਈਆਂ ਦੇਣੀਆਂ ਥੈਂਕ ਯੂ, ਕਿ ਤੂੰ ਠੀਕ ਹੋ ਕੇ ਆ ਗਈ ਪੁੱਤ। ਥੈਂਕ ਯੂ ਸੋ ਮਚ ਜੀ, ਸ਼ੁਕਰੀਆ ਬਹੁਤ ਬਹੁਤ। ਮੈਂ ਤਾਂ ਨਾ ਇਹ ਪ੍ਰੋਗਰਾਮ ਹੀ ਦੇਖਣਾ ਛੱਡਤਾ ਸੀਗਾ। ਨਹੀਂ ਏਦਾਂ ਨਾ ਕਹੋ, ਦੱਸੋ ਪ੍ਰੋਗਰਾਮ ਨਾਲ ਹਮੇਸ਼ਾ ਜੁੜੇ ਰਹੋ ਤੁਸੀਂ। ਸਾਰੀ ਟੀਮ ਪੂਰੀ ਮਿਲ ਕੇ ਐਫਰਟ ਕਰਦੀ ਆ, ਇੱਕ ਪ੍ਰੋਗਰਾਮ ਤਿਆਰ ਕਰਨ ਨੂੰ ਬਹੁਤ ਮਿਹਨਤ ਹੁੰਦੀ ਆ। ਸਾਰੀ ਟੀਮ ਨਾਲ ਤੁਸੀਂ ਜ਼ਰੂਰ ਸਹਿਯੋਗ ਕਰਿਆ ਕਰੋ। ਨਹੀਂ ਤੁਸੀਂ ਹੁੰਦੇ ਨਹੀਂ ਸੀਗੇ ਨਾ ਤੇ ਕੋਈ ਗੱਲ ਨਹੀਂ, ਤਰਨ ਦਾ ਹਿੱਸਾ ਨਹੀਂ ਸੀ। ਦੋਨਾਂ ਨਾਲ ਸਾਜਦਾ ਹੈਗਾ। ਉਹ ਇਕੱਲੇ ਵੀਰ ਜੀ ਹੁੰਦੇ ਸੀਗੇ, ਉਹ ਚੰਗਾ ਨਹੀਂ ਸੀ ਲੱਗਦਾ ਸਾਨੂੰ ਜੀ। ਕੋਈ ਗੱਲ ਨਹੀਂ, ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਏਦਾਂ ਹੀ ਤੁਹਾਨੂੰ ਨਿਰਵਿਘਨ ਏਦਾਂ ਹੀ ਚੱਲਦਾ ਰਹੇ। ਥੈਂਕ ਯੂ ਜੀ। ਪਰ ਹੁਣ ਤੁਸੀਂ ਦੋਨੋਂ ਇੰਨੇ ਵਧੀਆ ਲੱਗਦੇ ਆ ਨਾ, ਮਜ਼ਾ ਆ ਜਾਂਦਾ ਪ੍ਰੋਗਰਾਮ ਦੇਖਣ ਦਾ। ਮੈਂ ਤਾਂ ਖਬਰਾਂ ਦੇਖਣੇ ਛੱਡਤੀਆਂ ਸੀਗੀਆਂ। ਨਹੀਂ ਜੀ, ਸ਼ੁਕਰੀਆ। ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ, ਮਿਹਰ ਭਰਿਆ ਹੱਥ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਅਸੀਂ ਜੀ ਗਨਕੋਟ BC ਤੋਂ ਬੋਲਦੇ ਸੀ। ਤਰਨਜੀਤ ਤੁਸੀਂ ਆ ਗਏ, ਅਸੀਂ ਤੁਹਾਨੂੰ ਦੇਖਿਆ, ਮਨ ਨੂੰ ਇੰਨੀ ਖੁਸ਼ੀ ਹੋਈ, ਸ਼ੁਕਰਾਨਾ ਕੀਤਾ ਦਾਤੇ ਦਾ। ਥੈਂਕ ਯੂ ਜੀ ਕਿ ਤੁਸੀਂ ਬਿਲਕੁਲ ਠੀਕ ਹੋ, ਖੁਸ਼ ਹੋ, ਸਾਰਾ ਕੁਝ ਬਹੁਤ ਵਧੀਆ ਲੱਗਿਆ, ਸਾਰੀ ਫੈਮਿਲੀ ਨੂੰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਪ੍ਰੋਗਰਾਮ ਨਾਲ ਏਦਾਂ ਹੀ ਜੁੜੇ ਰਹੋ, ਏਦਾਂ ਹੀ ਪਿਆਰ ਦਿੰਦੇ ਰਹੋ ਪ੍ਰੋਗਰਾਮ ਨੂੰ। ਥੈਂਕ ਯੂ। ਤੇ ਇੱਕ ਨਾਤਾ ਅੰਕਲ ਨੇ ਜਿਹੜੀਆਂ ਪਹਿਲਾਂ ਲਾਈਨਾਂ ਜਿਹੜੀਆਂ ਕਈਆਂ ਨੇ ਇੰਨੀਆਂ ਜ਼ਿਆਦਾ ਵਧੀਆ ਸੀਗੀਆਂ, ਤੇ ਉਹ ਮੈਂ ਹੀ ਬੇਨਤੀ ਕਰਦੇ ਕਿ ਜਿਹੜੇ ਆਪਣੇ ਇੰਡੀਆ ਵਾਲੇ ਪ੍ਰਾਈਮ ਮਿਨਿਸਟਰ ਨੇ ਉਹ ਇੱਕ ਦੋ ਵਾਰ ਜ਼ਰੂਰ ਰੀਡ ਕਰਨਾ ਇਹਨਾਂ ਨੂੰ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਗੱਲ ਕਰਨ ਲਈ। ਥੈਂਕ ਯੂ, ਥੈਂਕ ਯੂ ਜੀ। ਜੀ ਸਰ। ਤੇ ਨੈਕਸਟ ਕਾਲਰ ਜੁੜ ਗਏ। ਹਾਂਜੀ ਲੈ ਲਓ, ਕੋਈ ਗੱਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਤਰਨਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕਿੱਥੋਂ ਕੀ ਬੋਲ ਕਹਿਣਾ ਰਹੇ ਹੋ? ਚਾਹੁੰਦੇ ਹੋ? ਹਾਂਜੀ ਜੀ, ਜਦ ਤੁਸੀਂ ਹੁਣ ਆਏ ਆ ਇੰਨਾ ਵਧੀਆ ਪ੍ਰੋਗਰਾਮ ਲੱਗਦਾ, ਬਹੁਤ ਵਧੀਆ। ਅਸੀਂ ਜਦ ਤੁਸੀਂ ਗਏ ਆ ਪ੍ਰੋਗਰਾਮ ਨੇ ਵੀ ਸੋਹਣਾ ਲੱਗਿਆ ਸਰ। ਨਹੀਂ ਜੀ, ਕੋਈ ਨਹੀਂ, ਵੈਸੇ ਤੁਸੀਂ ਸਾਥ ਦਿੱਤਾ ਪ੍ਰੋਗਰਾਮ ਚ, ਉਦੋਂ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਥੈਂਕ ਯੂ ਕਾਲ ਕਰਨ ਜੀ। ਥੈਂਕ ਯੂ ਜੀ, ਸ਼ੁਕਰੀਆ ਜੀ। ਤੇ ਸਰ ਆਪਾਂ ਰਿਸ਼ਤਿਆਂ ਦੇ ਉੱਤੇ ਥੋੜਾ ਜਿਹਾ ਹੁਣ ਅੱਗੇ ਆਈਏ, ਗੱਲ ਕਰਦੇ ਹਾਂ। ਦਰਸ਼ਕ ਇੱਕ ਜੁੜ ਗਏ ਨੇ ਹੋਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤਰਨ ਜੀ, ਸਤਿ ਸ਼੍ਰੀ ਅਕਾਲ। ਮਰਗਿਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਟੋਰਾਂਟੋ ਤੋਂ ਬੋਲ ਰਹੀ ਹਾਂ ਮੈਂ ਜੀ। ਹਾਂਜੀ ਤਰਨ ਜੀ, ਪਹਿਲਾਂ ਤੁਹਾਨੂੰ ਵੈਲਕਮ। ਥੈਂਕ ਯੂ ਜੀ। ਪ੍ਰੋਗਰਾਮ ਦੀ ਗੱਲ ਅੱਜ ਬਣੀ ਹੈਗੀ ਤੁਹਾਡੇ ਨਾਲ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਹੋਇਆ ਕੰਮ ਸਰ। ਥੈਂਕ ਯੂ। ਮਰਗਿੰਦਰ ਜੀ ਦੀ ਪੂਰੀ એનર્ਜੀ ਅੱਜ ਕੱਲ ਆਈ ਹੋਈ ਹੈ। ਥੈਂਕ ਯੂ ਜੀ, ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਾਕੀ ਤੁਹਾਡਾ ਨਿਊ ਸੈਟਅਪ ਵੀ ਵਧੀਆ ਲੱਗ ਰਿਹਾ, ਐਵਰੀਥਿੰਗ ਇਜ਼ ਚੇਂਜ, ਰਾਈਟ ਲੈਫਟ ਤੁਸੀਂ ਹੋ ਗਏ, ਸਭ ਕੁਝ ਨਵਾਂ ਨਵਾਂ ਅੱਛਾ ਲੱਗ ਰਿਹਾ ਜੀ। ਕੋਸ਼ਿਸ਼ ਕੀਤੀ ਹੈ ਕੁਝ ਚੇਂਜ ਕਰਨ ਦੀ, ਉਮੀਦ ਕਰਦੇ ਹਾਂ ਤੁਸੀਂ ਪਸੰਦ ਕੀਤਾ ਹੋਣਾ। ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਲਈ। ਚਲੋ ਸਰ, ਆਪਾਂ ਰਿਸ਼ਤਿਆਂ ਤੋਂ ਥੋੜਾ ਜਿਹਾ ਅੱਗੇ ਵਧੀਏ, ਖਬਰਾਂ ਦੇ ਵੱਲ ਆਈਏ ਆਪਾਂ। ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਲੋਟਰੀ ਟਿਕਟ ਦੇ ਨਾਲ। ਗੱਲ ਕਰਾਂਗੇ ਲੋਟਰੀ ਦੀ। ਇੱਕ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਬੇਟਾ, ਅਸੀਂ ਤੁਹਾਡੀ ਰੋਜ਼ ਵੇਟ ਕਰਦੇ ਸੀ, ਤੁਸੀਂ ਠੀਕ ਹੋ ਕੇ ਆ ਜਾਓ। ਬਸ ਇਹੀ ਅਰਦਾਸ ਸੀ ਕਿ ਪਰਮਾਤਮਾ ਜਲਦੀ ਠੀਕ ਹੋ ਕੇ ਤੁਸੀਂ ਆ ਜਾਓ। ਮੈਂ ਬੱਚਿਆਂ ਵਾਂਗ ਤੁਹਾਨੂੰ ਸਮਝਦੀ ਹਾਂ, ਬਹੁਤ ਹੀ ਖੁਸ਼ੀ ਹੋਈ ਤੁਹਾਨੂੰ ਦੇਖ ਕੇ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਕਿੱਥੋਂ ਬੋਲ ਰਹੇ ਹੋ ਤੁਸੀਂ? ਥੈਂਕ ਯੂ। ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ ਜੀ। ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਲਈ। ਥੈਂਕ ਯੂ ਸੋ ਮਚ ਤੁਹਾਡੀਆਂ ਬਲੇਸਿੰਗਸ ਲਈ। ਸ਼ੁਕਰੀਆ ਜੀ। ਸਰ, ਆਪਾਂ ਲੋਟਰੀ ਟਿਕਟ ਤੋਂ ਸ਼ੁਰੂਆਤ ਕਰਦੇ ਹਾਂ ਜੀ। ਖਬਰ ਹੈਗੀ ਆ ਇਸ ਵਕਤ ਬ੍ਰਿਟਿਸ਼ ਕੋਲੰਬੀਆ ਤੋਂ, ਜਿੱਥੇ ਇੱਕ ਪੰਜਾਬੀ ਦੀ $1 ਮਿਲੀਅਨ ਦੀ ਜਿਹੜੀ ਆ ਉਹ ਲੋਟਰੀ ਦੀ ਟਿਕਟ ਨਿਕਲੀ ਆ। ਸੋ ਲੋਟਰੀ ਦੀ ਟਿਕਟ ਨਾਲ ਉਹ ਕੀ ਕਰਨਗੇ? ਉਹ ਕਹਿੰਦੇ ਪਿਛਲੇ 10 ਸਾਲ ਤੋਂ ਆਪਣੇ ਪਰਿਵਾਰ ਨਾਲ ਉਹ ਵੈਕੇਸ਼ਨਸ ਨਹੀਂ ਕੀਤੀਆਂ ਉਹਨਾਂ ਨੇ। ਸਰ, ਮਿਹਨਤ ਕਰਦੇ ਆ, ਸਭ ਕੁਝ ਕਰਦੇ ਆ। ਤੁਹਾਨੂੰ ਲੱਗਦਾ ਲੋਟਰੀ ਦੀ ਟਿਕਟ ਜਦੋਂ ਮਿਲਦੀ ਹੈ ਇਸ ਤਰੀਕੇ ਦੇ ਨਾਲ, ਤਾਂ ਕਾਫੀ ਕੁਝ ਬੰਦੇ ਨੇ ਉਮੀਦਾਂ ਕੀਤੀਆਂ ਹੁੰਦੀਆਂ ਨੇ, ਜੇ ਮੇਰੀ ਲੋਟਰੀ ਨਿਕਲੀ ਤਾਂ ਕਰੂੰ, ਉਹ ਕਰੂੰ, ਕਾਫੀ ਕੁਝ ਪੂਰਾ ਹੋਊਗਾ। ਕਈ ਵਾਰੀ ਐਸੀ ਗੱਲ ਹੁੰਦੀ ਹੈ, ਜਦੋਂ ਤੁਹਾਡੀ ਲੋਟਰੀ ਨਿਕਲਦੀ ਹੈ, ਜੇ ਉਸੇ ਵੇਲੇ ਤੁਹਾਨੂੰ ਪੁੱਛੇ ਕੀ ਕਰੋਗੇ ਤਾਂ ਤੁਹਾਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਰਨਾ ਹੁੰਦਾ। ਬੰਦਾ ਉਸ ਵੇਲੇ ਉਸ ਜਵਾਬ ਨਹੀਂ ਦੱਸ ਸਕਦਾ। ਕੱਲ ਕਰੀਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਸਤਿ ਸ੍ਰੀ ਅਕਾਲ। ਅਸੀਂ ਮਾਰਕਮ ਤੋਂ ਬੋਲਦੇ ਜੀ। ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ ਤੁਹਾਡਾ। ਥੈਂਕ ਯੂ ਸੋ ਮਚ। ਤੁਹਾਡੀ ਨਿਊਜ਼ ਅਸੀਂ ਤਾਂ ਛੱਡ ਦੀ ਦੇਖਣੀ ਪਹਿਲਾਂ, ਹੁਣ ਦੇਖਣ ਲੱਗੇ ਮੁੜ ਕੇ ਫਿਰ। ਨਹੀਂ ਜੀ, ਪ੍ਰੋਗਰਾਮ ਨਾਲ ਜੁੜੇ ਰਹੋ, ਪੂਰੀ ਟੀਮ ਬਹੁਤ ਮਿਹਨਤ ਕਰਦੀ ਹੈ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਕਾਲ ਕਰਨ ਲਈ। ਥੈਂਕ ਯੂ ਜੀ। ਤੇ ਲਾਟਰੀ ਨਿਕਲੀ ਹੈ ਤਰਨ, ਉਹਨਾਂ ਦੀ ਉਹਨਾਂ ਨੂੰ ਕਿਹਾ ਵੀ ਮੇਰਾ ਜਿਹੜੀਆਂ ਇੰਦੀ ਦਿਨ ਛੁੱਟੀਆਂ ਦੀਆਂ ਛੁੱਟੀਆਂ ਪੂਰੀਆਂ ਕਰਨੇ ਚਾਹੀਦਾ। ਹਰ ਕੋਈ ਬੰਦਾ ਚਾਹੁੰਦਾ ਫਸਟ ਆਫ ਆਲ ਛੁੱਟੀ। ਦੂਸਰਾ ਕਹਿੰਦਾ ਸਾਡੀ ਇੱਕ ਇਹ ਸੋਚ ਹੁੰਦੀ ਹੈ ਵੀ ਜਿਹੜੀ ਮੇਰੀ ਰਿਹਾਇਸ਼ ਹੈ ਉਹ ਫ੍ਰੀ ਹੋ ਜਾਵੇ। ਫਿਰ ਇੱਕ ਹੁੰਦਾ ਮੈਂ ਕਾਰ ਲਵਾਂ, ਇੱਕ ਕੁਦਰਤੀ ਹੈ ਕਾਰ, ਜੇ ਬੰਦਾ ਜੀ ਕਰਦਾ ਮੇਰੇ ਕੋਲ ਕਾਰ ਵੀ ਚੰਗੀ ਚਾਹੀਦੀ ਹੈ। ਫਿਰ ਜਿਹੜੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਉਹ ਕਰਨੀਆਂ ਚਾਹੀਦੀਆਂ ਨੇ। ਕਈ ਵਾਰੀ ਉਹ ਹੁੰਦਾ ਅਸੀਂ ਉਹ
ਛੁੱਟੀ ਕਰਦੇ ਨਹੀਂ ਹੈ ਅਸੀਂ, ਲੋਟਰੀ ਵੀ ਨਿਕਲੀ ਹੈ, ਜੇ ਤੁਹਾਨੂੰ ਪੈਸਾ ਮਿਲਿਆ, ਪੈਸਾ ਪਤਾ ਕਿਹਦਾ ਤਰਨ, ਪੈਸਾ ਉਹਦਾ ਜਿਹੜਾ ਵਰਤ ਗਿਆ। ਪੈਸਾ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ ਏਕੇ ਨਾਲ ਜਿੰਨੀਆਂ ਮਰਜ਼ੀ ਸਿਫਰਾਂ ਲਾਈ ਚੱਲੋ, ਉਹਦਾ ਕੋਈ ਫਾਇਦਾ ਨਹੀਂ ਹੈ। ਜਿਹਨੇ ਵਰਤਣਾ ਉਹਦਾ ਫਾਇਦਾ। ਸੋ ਤੁਹਾਨੂੰ ਆਪਦੇ ਉੱਤੇ ਜ਼ਰੂਰ ਵਰਤਣਾ ਚਾਹੀਦਾ। ਉਹਨੂੰ ਤਸੱਲੀ ਵੀ ਹੁੰਦੀ ਹੈ, ਐਵੇਂ ਅਗਲੇ ਆਪ ਦੀ ਫਿਕਰ ਕਰਨੇ ਕੋਈ ਏਡੀ ਗੱਲ ਨਹੀਂ ਹੈ। ਕਈ ਵਾਰ ਇਹ ਵੀ ਸੋਚ ਲਿਆ ਜਾਂਦਾ ਕਿ ਇਹ ਪੈਸੇ ਹੁਣ ਅਸੀਂ ਆਪਣੇ ਬੱਚਿਆਂ ਦੇ ਉੱਤੇ ਖਰਚ ਕਰਾਂਗੇ, ਉਹਨਾਂ ਦੇ ਪੜ੍ਹਾਈ ਲਿਖਾਈ ਦੇ ਉੱਤੇ ਖਰਚ ਕਰਾਂਗੇ। ਇਹਦੇ ਬਾਰੇ ਮੈਂ ਗੱਲ ਕਰੂੰਗੀ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਮੈਂ ਹੀਟੋ ਵਿਖੋ ਤੋਂ ਬੋਲ ਰਿਹਾ ਸੀ ਤੇ ਮੈਂ ਕਹਿਣਾ ਸੀਗਾ ਭਾਜੀ ਨੇ ਤੁਹਾਡੀ ਐਪਸ 'ਚ ਬਹੁਤ ਵਧੀਆ ਪ੍ਰੋਗਰਾਮ ਦਿੱਤਾ ਸੀ ਜੀ। ਪਰ ਤੁਸੀਂ ਦੋਨੇ ਇਕੱਠੇ ਹੁੰਦੇ ਨੇ ਤੇ ਟੀਮ ਬਹੁਤ ਵਧੀਆ ਲੱਗਦਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਕਾਲ ਕਰਨ ਲਈ। ਥੈਂਕ ਯੂ ਸੋ ਮਚ ਜੀ। ਸਰ ਆਪਾਂ ਬੱਚਿਆਂ ਵਾਸਤੇ ਕਰਨਾ ਜਸਟ ਗੁੱਡ, ਠੀਕ ਹੈ, ਚਾਹੀਦਾ ਵੀ ਹੈ। ਆਈ ਡਿਡ ਐਜ਼ ਵੈਲ, ਮਾਈ ਪੇਰੈਂਟਸ ਡਿਡ ਐਜ਼ ਵੈਲ, ਤੇ ਤੁਹਾਡੇ ਪੇਰੈਂਟਸ ਨੇ ਵੀ ਕੀਤਾ, ਅੱਗੇ ਵੀ ਕਰ ਦੇਣਾ ਚਾਹੀਦਾ ਹੈ। ਪਰ ਸਭ ਕੁਝ ਪੂਰੀ ਪੂੰਜੀ ਬੱਚਿਆਂ ਨੂੰ ਦੇ ਦੇਣੀ ਕਿੰਨੀ ਕਿ ਸਹੀ ਹੈ, ਇਹਦੇ ਬਾਰੇ ਮੈਂ ਗੱਲ ਕਰਨਾ ਚਾਹੂੰਗੀ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਰਨਜੀਤ ਨਾਲ ਗੱਲ ਕਰਨਾ ਚਾਹੁੰਦੀ ਹਾਂ ਜੀ। ਜੀ ਮੈਂ ਤਰਨਜੀਤ ਹੀ ਬੋਲ ਰਹੀ ਹਾਂ ਜੀ, ਦੱਸੋ ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਕਲਗੜੀ ਤੋਂ ਬੋਲ ਰਹੀ ਹਾਂ ਜੀ। ਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਟੀਵੀ ਦੀ ਆਵਾਜ਼ ਨੂੰ ਥੋੜਾ ਜਿਹਾ ਘੱਟ ਕਰ ਦਿਓ ਪਲੀਜ਼। ਜੀ ਮੈਨੂੰ ਲੱਗਦਾ ਤੁਸੀਂ ਸ਼ਾਇਦ ਫੋਨ, ਤੁਸੀਂ ਟੀਵੀ ਨੂੰ ਸੁਣ ਰਹੇ ਹੋ। ਸੋ ਪਲੀਜ਼ ਜਦੋਂ ਤੁਸੀਂ ਸਾਨੂੰ ਕਾਲ ਕਰ ਰਹੇ ਹੋ ਟੀਵੀ ਦੀ ਆਵਾਜ਼ ਘੱਟ ਕਰ ਦਿਆ ਕਰੋ। ਸਰ ਸਾਨੂੰ ਫੋਨ ਤੇ ਸੁਣਿਆ ਕਰੋ ਜੀ ਪਲੀਜ਼ ਜਦੋਂ ਫੋਨ ਕਰਦੇ ਹੋ। ਸਰ ਮੈਂ ਗੱਲ ਕਰ ਰਹੀ ਸੀ ਕਿ ਅਕਸਰ ਪੇਰੈਂਟਸ ਕੀ ਕਰਦੇ ਆ, ਬੱਚਿਆਂ ਦੇ ਉੱਤੇ ਸਾਰੀ ਪੂੰਜੀ ਲਗਾ ਲੈਂਦੇ ਆ, ਬਾਅਦ ਚੋਂ ਕਈ ਅਜਿਹੇ ਹੁੰਦੇ ਆ ਕਿ ਬੱਚਿਆਂ ਉੱਤੇ ਨਿਰਭਰ ਕਰਦੇ ਆ ਸਾਰੀ ਪੂੰਜੀ ਲਗਾ ਕੇ। ਸੋ ਕਈ ਵਾਰੀ ਹੁੰਦਾ ਕਿ ਬੱਚੇ ਨਹੀਂ ਟੇਕ ਕੇਅਰ ਕਰ ਪਾਉਂਦੇ ਹੈਗੇ, ਉਸ ਵੇਲੇ ਫਿਰ ਬੰਦਾ ਸੋਚਦਾ ਹੈ ਕਿ ਥੋੜੀ ਬਹੁਤ ਮੈਨੂੰ ਆਪਣੇ ਲਈ ਸੇਵ ਕਰ ਲੈਣੀ ਚਾਹੀਦੀ ਸੀ। ਬੱਚਿਆਂ ਦੀਆਂ ਆਪਦੀਆਂ ਮਜਬੂਰੀਆਂ ਹੁੰਦੀਆਂ ਨੇ, ਨੈਚੁਰਲੀ ਹੈ, ਥੀਸ ਥਿੰਗਸ ਡੂ ਹੈਪਨ ਐਂਡ ਥੀਸ ਥਿੰਗਸ ਡੂ ਹੈਪਨ ਵੈਰੀ ਆਫਟਨ। ਇਹ ਆਮ ਹੀ ਐਸੀ ਗੱਲ ਹੁੰਦੀ ਹੈ ਕਿ ਜਦੋਂ ਬਜ਼ੁਰਗਾਂ ਕੋਲੇ ਅਸੀਂ, ਜਿਹੜੀ ਸਾਡਾ ਕਲਚਰ ਹੈ, ਸਾਡੇ ਕਲਚਰ 'ਚ ਜੋ ਕੁਛ ਅਸੀਂ ਹੁਣ ਪਿੱਛੇ ਹੁੰਦਾ ਆਇਆ, ਅਸੀਂ ਉਵੇਂ ਅੱਗੇ ਦੀ ਅੱਗੇ ਤੁਰੇ ਜਾਂਦੇ ਹਾਂ ਵੀ ਜੋ ਕੁਛ ਮੇਰਾ ਮੈਂ ਬੱਚਿਆਂ ਨੂੰ ਦੇਤਾ ਠੀਕ ਹੈ ਤੇ ਬੱਚੇ ਮੇਰੀ ਟੇਕ ਕੇਅਰ ਕਰਨਗੇ। ਨਾਓ ਥਿੰਗਸ ਆਰ ਚੇਂਜਿੰਗ, ਸੈਟਅਪ ਇਜ਼ ਚੇਂਜਿੰਗ। ਜਿਹੜੀ ਜੁਆਇੰਟ ਫੈਮਿਲੀ ਸੀ ਦੈਟ ਹੈਜ਼ ਗਾਨ ਨਾਓ। ਹੁਣ ਇੰਡੀਵਿਜੂਅਲ ਕਾਰ ਲੈ ਲਓ ਪਹਿਲਾਂ ਆਪਾਂ। ਜੀ ਬਿਲਕੁਲ। ਸੋ ਸਾਡੀ ਸਰਵਰ ਟੀਮ ਕਾਲ ਅਟੈਂਡ ਕਰ ਰਹੀ ਹੈ। ਹੁਣ ਜੁਆਇੰਟ ਫੈਮਿਲੀ ਵਾਲਾ ਸਿਸਟਮ ਚਲਾ ਗਿਆ, ਇੱਕ ਦੂਜੇ ਨੂੰ ਸਾਂਭਣ ਸੰਭਾਲਣ ਵਾਲਾ ਸਿਸਟਮ। ਕਿਉਂ ਲੋਕੀ ਸ਼ਹਿਰਾਂ 'ਚ ਜਾ ਵੜੇ ਨੇ, ਪਿੰਡਾਂ 'ਚ ਰਹਿੰਦੇ ਸੀ, ਇਕੱਠੇ ਰਹਿੰਦੇ ਸੀਗੇ, ਨੌਕਰੀ ਕਰਨ ਚਲਾ ਗਿਆ, ਉਹਦੀ ਵੀ ਮਜਬੂਰੀ ਹੈ, ਉਹ ਉੱਥੇ ਨੌਕਰੀ ਕਰ ਰਿਹਾ, ਵਾਪਸ ਆ ਨਹੀਂ ਸਕਦਾ, ਬੱਚਿਆਂ ਪੇਰੈਂਟਸ ਦਾ ਖਿਆਲ ਨਹੀਂ ਰੱਖ ਸਕਦਾ। ਸੋ ਪੇਰੈਂਟਸ ਨੂੰ ਜ਼ਰੂਰ ਕੁਝ ਆਪਦੇ ਵਾਸਤੇ ਫॉर द ਰੇਨੀ ਡੇਜ਼ ਜਿਹਨੂੰ ਕਹਿੰਦੇ ਆ, ਜ਼ਰੂਰ ਰੱਖਣਾ ਚਾਹੀਦਾ ਜੀ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਤਰਨ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਅੰਕਲ ਜੀ ਨੂੰ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਦੋਨੋਂ ਇਕੱਠੇ ਹੋਏ। ਅੰਕਲ ਜੀ ਨੇ ਬਹੁਤ ਮਿਹਨਤ ਕਰਕੇ ਇਹਨਾਂ ਨੇ ਪ੍ਰੋਗਰਾਮ ਨੂੰ ਹੈਂਡਲ ਕਰੀ ਰੱਖਿਆ ਉਨੀ ਦੇਰ। ਕੀ ਬਾਤ ਹੈ। ਹਾਂਜੀ, ਬਹੁਤ ਵਧੀਆ ਲੱਗਿਆ ਕਿ ਤੁਸੀਂ ਠੀਕ ਠਾਕ ਵਧੀਆ ਆਪਣੇ ਪ੍ਰੋਗਰਾਮ ਤੇ ਬੈਕ ਆ ਗਏ ਹੋ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੀਆਂ ਬਲੇਸਿੰਗਸ ਲਈ ਬਹੁਤ ਬਹੁਤ ਧੰਨਵਾਦ। ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਹਾਂਜੀ, ਅਸੀਂ ਬਿੰਨੀਪੈਕ ਤੋਂ ਬੋਲ ਰਹੇ ਹਾਂ। ਸ਼ੁਕਰੀਆ ਜੀ ਕਾਲ ਕਰਨ ਲਈ। ਥੈਂਕ ਯੂ ਸੋ ਮਚ। ਪ੍ਰੋਗਰਾਮ ਦੇਖਦੇ ਰਿਹਾ ਕਰੋ ਜੀ ਪਲੀਜ਼। ਥੈਂਕ ਯੂ, ਤੁਸੀਂ ਇਹਦੇ ਜਾਣ ਤੇ ਸਾਥ ਦਿੱਤਾ ਜੀ। ਸੋ ਨਾਈਸ ਆਫ ਯੂ। ਬਿਲਕੁਲ ਸਰ। ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਕੈਲਗਰੀ ਤੋਂ ਬੋਲ ਰਹੀ ਹਾਂ ਜੀ। ਹਾਂਜੀ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਮੈਂ ਤਰਨਜੀਤ ਨਾਲ ਗੱਲ ਕਰਨਾ ਚਾਹੁੰਦੀ ਹਾਂ। ਬਿਲਕੁਲ ਜੀ, ਮੈਂ ਤਰਨਜੀਤ ਬੋਲ ਰਹੀ ਹਾਂ, ਦੱਸੋ ਜੀ। ਹੈਲੋ। ਹਾਂਜੀ ਹਾਂਜੀ, ਮੈਂ ਤਰਨਜੀਤ ਬੋਲ ਰਹੀ ਹਾਂ। ਬਹੁਤ ਖੁਸ਼ੀ ਹੋਈ ਤੁਸੀਂ ਦੁਬਾਰਾ ਵਾਪਸ ਆ ਗਏ, ਠੀਕ ਹੋ ਗਏ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਹਾਡੀਆਂ ਬਲੇਸਿੰਗਸ ਦਾ, ਤੁਹਾਡੇ ਸਦਕਾ, ਤੁਹਾਡੀਆਂ ਬਲੇਸਿੰਗਸ ਸਦਕਾ ਮੈਂ ਠੀਕ ਠਾਕ ਵਾਪਸ ਆਈ ਹਾਂ। ਬਹੁਤ ਖੁਸ਼ੀ ਹੋਈ। ਏਦਾਂ ਹੀ ਬਸ ਟੀਵੀ ਤੇ ਆਣ ਕੇ ਪ੍ਰੋਗਰਾਮ ਕਰਦੇ ਰਹੋ, ਮੈਂ ਦੇਖਦੀ ਰਵਾਂ। ਬਿਲਕੁਲ ਜੀ, ਕੋਸ਼ਿਸ਼ ਇਹੀ ਹੈ ਜੀ, ਅੱਗੇ ਤੋਂ ਸਟੀਲ ਬਾਡੀ ਬੜੀਆਂ ਕੁਛ ਨਾ ਹੋਵੇ ਹੁਣ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਾਲ ਕਰਨ ਲਈ। ਥੈਂਕ ਯੂ ਤੁਹਾਡੀਆਂ ਬਲੇਸਿੰਗਸ ਲਈ। ਥੈਂਕ ਯੂ ਜੀ। ਉਹਦੇ 'ਚ ਕੁਛ ਨਾ ਕੁਛ ਸਮਥਿੰਗ ਫॉर द ਰੇਨੀ ਡੇਜ਼ ਐਕਚੁਅਲੀ ਹਰੇਕ ਨੂੰ ਰੱਖਣਾ ਚਾਹੀਦਾ, ਇਕੱਲੇ ਪੇਰੈਂਟਸ ਨੂੰ ਨਹੀਂ, ਹਰੇਕ ਦੇ ਕੋਲ ਕੁਛ ਨਾ ਕੁਛ ਐਸੀ ਪੂੰਜੀ ਹੋਏ, ਕਿਉਂਕਿ ਹੀਰ ਦੀ ਵਿੱਚ ਤੁਸੀਂ ਤੁਹਾਡੀ ਉਹ ਇਨਕਮ ਘਟ ਜਾਣੀ ਹੈ ਜਾਂ ਖਤਮ ਹੋ ਜਾਣੀ ਹੈ। ਸਰ ਇੱਕ ਤਾਂ ਹੋ ਗਿਆ ਕਿ ਚਲੋ ਤੁਹਾਡੀ ਆਪਣੀ ਹੈ ਕਿ ਤੁਹਾਡੀ ਜੱਦੀ ਜਾਇਦਾਦ ਆ ਗਈ, ਇੱਕ ਕੋਈ ਐਦਾਂ ਵੀ ਹੋ ਸਕਦਾ ਕਿ ਤੁਹਾਡੇ ਕੋਲ ਲక్ష్ਮੀ ਆਵੇ ਤੇ ਤੁਸੀਂ ਕਹੋ ਨਹੀਂ ਮੈਨੂੰ ਲక్ష్ਮੀ ਨਹੀਂ ਚਾਹੀਦੀ, ਵਾਪਸ ਚਲੇ ਜਾ। ਮਤਲਬ ਐਵੇਂ ਦਾ ਇੱਕ ਮੈਟਰ ਹੁਣੀ ਹੋ ਕੇ ਹਟਿਆ। ਹਾਲ ਹੀ ਵਿੱਚ ਇੱਕ ਅਮਰੀਕਾ ਦੇ ਵਿੱਚ ਭਾਰਤੀ ਮੂਲ ਦਾ ਜੋੜਾ, ਉਹਨਾਂ ਦੇ ਸਟੋਰ ਤੋਂ ਕਿਸੇ ਵਿਮਨ ਨੇ ਲੋਟਰੀ ਦੀ ਟਿਕਟ ਖਰੀਦੀ ਸੀ ਤੇ ਉਹਨੂੰ ਲੱਗਿਆ ਕਿ ਸ਼ਾਇਦ ਉਹਦੀ ਲੋਟਰੀ ਨਹੀਂ ਨਿਕਲੀ, ਤਾਂ ਉਹ ਉਹਨੂੰ ਸੁੱਟ ਕੇ ਗਾਰਬੇਜ ਕਰਕੇ ਚਲੀ ਗਈ। ਉਸ ਸਟੋਰ ਦੇ ਮਾਲਕ ਦੇ ਬੇਟੇ ਨੇ ਜਦੋਂ ਲੋਟਰੀ ਟਿਕਟ ਦੁਬਾਰਾ ਚੈੱਕ ਕੀਤੀ ਤਾਂ ਉਹ $1 ਮਿਲੀਅਨ ਦੀ, ਸਰ 1 ਜਾਂ 10 ਮਿਲੀਅਨ 10 ਮਿਲੀਅਨ ਡਾਲਰ ਦੀ ਉਹਨਾਂ ਦੀ ਲੋਟਰੀ ਨਿਕਲੀ ਹੈ। ਤੇ ਸਰ ਉਸ ਤੋਂ ਬਾਅਦ ਕਪਲ ਨੇ ਕੀ ਕੀਤਾ? ਦੇਖੋ ਕਪਲ ਨੇ
ਉਹਨੇ ਗੱਲ ਸਾਰੀ ਸੁਣਾਈ ਹੈ, ਕਹਿੰਦਾ ਮੈਂ ਕਸ਼ਮਕਸ਼ ਬਹੁਤ ਸੀਗੀ। ਉਹਨੇ ਗਾਰਬੇਜ ਦੇ ਵਿੱਚ ਦੇਖਿਆ ਤਾਂ ਉਹ ਜਿਹੜੀ ਟਿਕਟ ਹੈ ਦੈਟ ਇਜ਼ ਅ ਸਕ੍ਰੈਚ ਐਂਡ ਵਿਨ ਟਿਕਟ। ਉਹਨੇ ਜਸ ਲੇਡੀ ਆਉਂਦੀ ਸੀ, ਉਹਨੂੰ ਪਤਾ ਸੀ ਕੌਣ ਲੇਡੀ ਸਿੱਟ ਕੇ ਗਈ ਹੈਗੀ, ਉਹਨੂੰ ਪਤਾ ਸੀ ਕਿਹੜੀ ਲੇਡੀ ਨੇ ਸਿੱਟ ਕੇ ਗਈ ਹੈ। ਉਹਨੇ ਉਹ ਕੱਢ ਕੇ ਰੱਖਿਆ, ਦੇਖਿਆ, ਸਕ੍ਰੈਚ ਕੀਤਾ, ਦੈਟ ਵਾਸ ਅ ਵਿਨਰ ਟਿਕਟ। ਤੇ ਉਹਨੂੰ ਕਸ਼ਮਕਸ਼ ਉਹੀ ਹੋਈ, ਮੈਂ ਉਹਨੂੰ ਦੱਸਾਂ ਜਾਂ ਨਾ ਦੱਸਾਂ। ਉਹ ਤੇ ਕੋਈ ਨਾਂ ਨਹੀਂ ਲਿਖਿਆ, ਕੋਈ ਕੁਛ ਨਹੀਂ ਲਿਖਿਆ, ਗਾਰਬੇਜ ਉਹ ਕਰਨੇ ਚੱਕ ਲਾ, ਕੋਈ ਹੋਰ ਵੀ ਚੱਕ ਸਕਦਾ, ਸੁੱਟ ਗਈ ਸੀ ਨਾਲ ਕੋਈ ਹੋਰ ਵੀ ਚੱਕ ਸਕਦਾ, ਐਸੀ ਗੱਲ ਵੀ ਹੋ ਸਕਦੀ ਹੈ। ਪਰ ਉਹਨੇ ਅਖੀਰ ਆਪਦੇ ਪੇਰੈਂਟਸ ਨੂੰ ਦੱਸਿਆ, ਕਸ਼ਮਕਸ਼ ਚੱਲੀ। ਫਿਰ ਉਹਨੇ ਕਹਿੰਦਾ ਮੈਂ ਆਪਣੀ ਗ੍ਰੈਂਡ ਮਾਂ ਨੂੰ ਫੋਨ ਕੀਤਾ ਇੰਡੀਆ 'ਚ। ਗ੍ਰੈਂਡ ਮਾਂ ਮੈਨੂੰ ਕਹਿੰਦੀ, ਉਹਨੇ ਇੱਕ ਹੀ ਗੱਲ ਕੀ ਕਹਿੰਦਾ, ਉਹ ਕਹਿੰਦਾ ਵੀ ਜਿਹੜੀ ਚੀਜ਼ ਤੇਰੀ ਹੈ ਨਹੀਂ ਤੂੰ ਕਿਉਂ ਰੱਖਣਾ, ਜਿਹਦੀ ਹੈਗੀ ਉਹਨੂੰ ਦੇ। ਔਰ ਉਹਨੂੰ ਪਤਾ ਸੀ ਉਹ ਕੰਮ ਕਿੱਥੇ ਕਰਦੀ ਹੈ। ਉਹਦੇ ਕੰਮ ਤੇ ਗਿਆ, ਉਹਨੂੰ ਕੰਮ ਤੋਂ ਬਾਹਰ ਬੁਲਾਇਆ, ਉਹ ਕਹਿੰਦਾ ਬਹੁਤ ਜ਼ਰੂਰੀ ਕੰਮ ਆ। ਉਹ ਡਰ ਗਈ, ਔਰਤ ਦੀ ਗੱਲ ਕੀ ਹੈਗੀ, ਜਿਹੜੀ ਐਸੀ ਕਿਹੜੀ ਗੱਲ ਹੈਗੀ ਮੈਨੂੰ ਕੰਮ ਦੇ ਵਿੱਚੋਂ ਬਾਹਰ ਲੈ ਕੇ ਜਾ ਰਿਹਾ ਹੈਗਾ। ਪਰ ਉਹਨੇ ਕਿਹਾ ਖੁਸ਼ੀ ਦੀ ਗੱਲ ਹੀ ਆ। ਉਹਨੂੰ ਬਾਅਦ ਜਾ ਕੇ ਉਹਨੂੰ ਉਹਦਾ ਟਿਕਟ ਦਿੱਤਾ ਤੇ ਸ਼ੀ ਇਜ਼ ਦ ਵਿਨਰ ਨਾਓ ਐਕਚੁਅਲੀ। ਕੀ ਬਾਤ ਹੈ। ਉਹ ਕਹਿੰਦੇ ਲੜਕੇ ਨੇ ਜਦੋਂ ਸਕ੍ਰੈਚ ਕੀਤੀ ਤੇ ਉਹਨੂੰ ਪਤਾ ਲੱਗਿਆ ਕਿ ਵਿਨਿੰਗ ਲੋਟਰੀ ਟਿਕਟ ਹੈਗੀ ਹੈ, ਤਾਂ ਕਹਿੰਦਾ ਮੇਰੇ ਦਿਮਾਗ 'ਚ ਸਭ ਤੋਂ ਪਹਿਲਾਂ ਇੱਕ ਇਹ ਗੱਲ ਆਈ ਕਿ ਮੈਂ ਟੈਸਲਾ ਕਰ ਲੈਣਾ ਇਹਦੇ ਨਾਲ। ਨੈਚੁਰਲੀ ਹੈ ਜੀ, ਪਰ ਆਈ ਗੈਸ ਅਲਟੀਮੇਟਲੀ ਜਿਹੜੀਆਂ ਤੁਹਾਡੀਆਂ ਅਸਲ ਭਾਵਨਾਵਾਂ ਨੇ ਉਹ ਤੁਹਾਨੂੰ ਅੰਦਰੋਂ ਕਹਿੰਦਾ ਤਾਂ ਜ਼ਰੂਰ ਆ। ਬਿਲਕੁਲ ਉਹ ਤੁਹਾਨੂੰ ਇੱਕ ਵਾਰੀ ਜ਼ਰੂਰ ਸਲਾਹ ਦਿੰਦੇ ਵੀ ਜਿਹੜਾ ਤੂੰ ਕੰਮ ਕਰ ਰਿਹਾ ਹੈ ਗਲਤ ਕਰ ਰਿਹਾ, ਇਹ ਤੈਨੂੰ ਕਰਨਾ ਨਹੀਂ ਚਾਹੀਦਾ। ਤੇ ਔਰ ਉਸ ਨੂੰ ਸੁਣ ਲੈਣਾ ਚਾਹੀਦਾ। ਲੌਂਗ ਰਨ 'ਚ ਤੁਹਾਡੇ ਕੰਮ ਆਏਗਾ, ਜ਼ਿੰਦਗੀ 'ਚ ਕੰਮ ਨਹੀਂ। ਤੁਸੀਂ ਗਿਲਟੀ ਕੌਨਸ਼ੀਅਸ ਐਸੀ ਹੋ ਜਾਂਦੀ, ਕਈ ਲੋਕ ਗਿਲਟੀ ਕੌਨਸ਼ੀਅਸ ਨਾਲ ਡੈਥ ਹੋ ਜਾਂਦੀ ਹੈ। ਤੁਹਾਨੂੰ ਐਸਾ ਸ਼ੌਕ ਲੱਗਦਾ ਵੀ ਹਾਂ ਮੈਂ ਸਭ ਕੁਝ ਵਰਤ ਰਿਹਾ, ਪਰਮਾਤਮਾ ਕਰੇ ਸਾਡੇ ਪੋਲੀਟੀਸ਼ੀਅਨਸ ਦੀ ਵੀ ਇਹੋ ਜਿਹੀ ਹੋਵੇ ਵੀ ਅਸੀਂ ਇਹ ਚੀਜ਼ ਵਰਤ ਰਹੇ ਹਾਂ ਵੀ ਜਿਹੜੀ ਸਾਡੀ ਹੈ ਨਹੀਂ ਗੀ, ਤਾਂ ਉਹਦੇ ਨਾਲ ਕਈ ਵਾਰ ਲੋਕਾਂ ਦੀ ਅਖੀਰ ਕੋਈ ਬਿਮਾਰੀ ਲੱਗ ਜਾਂਦੀ, ਕੁਛ ਹੋਰ ਹੋ ਜਾਂਦਾ। ਪਰ ਦਿਸ ਗਾਈ ਆਈ ਗੈਸ ਹੀ ਡਿਡ ਦ ਰਾਈਟ ਥਿੰਗ। ਇਸੇ ਕਰਕੇ ਸਾਡੇ ਅੰਟਾਰੀਓ ਦੇ ਵਿੱਚ ਅੰਟਾਰੀਓ ਲੋਟਰੀ ਐਂਡ ਗੇਮਿੰਗ ਕਮਿਸ਼ਨ ਹੈਗਾ, ਉਹਦੇ ਕੋਲੇ ਕਈ ਐਸੀਆਂ ਸ਼ਿਕਾਇਤਾਂ ਗਈਆਂ ਸੀਗੀਆਂ ਕਿ ਲੋਕ ਵਿਨ ਕਰਦੇ ਸੀਗੇ। ਜਿਹੜਾ ਕਲਰਕ ਹੈਗਾ ਜਿਹਦੇ ਕੋਲੇ ਵਿਨਰ ਟਿਕਟ ਆਈ ਗਈ ਆ, ਉਹ ਕਈ ਵਾਰੀ ਉਹ ਕਹਿੰਦਾ ਸੀਗਾ ਕਿ ਹਾਂ ਇਹ ਤੇਰੀ ਵਿਨ ਹੈਗੀ ਆ, ਫ੍ਰੀ ਟਿਕਟ ਆ। ਉਹ ਟਿਕਟ ਆਪਦੇ ਕੋਲ ਰੱਖ ਲੈਂਦਾ ਸੀਗਾ ਤੇ ਵੱਡੇ ਇਨਾਮ ਆਪ ਕੈਸ਼ ਕੀਤੇ ਨੇ। ਦਿਸ ਹੈਪਨਡ ਫਿਊ ਈਅਰਸ ਅਗੋ, ਆਪਣੇ ਅੰਟਾਰੀਓ ਦੇ ਵਿੱਚ ਐਸੀ ਗੱਲ ਹੋਈ ਆ। ਉਸ ਤੋਂ ਮਗਰੋਂ ਜਿਹੜੀ ਘੰਟੀ ਵੱਜਦੀ ਆ, ਤੁਸੀਂ ਉਹੀ ਘੰਟੀ ਸੁਣੀ ਆ, ਅਸੀਂ ਨਹੀਂ ਸੀ ਉਹ ਸੁਣੀਆਂ ਪਹਿਲਾਂ। ਹੁਣ ਜਿਹੜੀ ਘੰਟੀ ਵੱਜਦੀ ਉਹ ਤੁਹਾਨੂੰ ਦੱਸਦੀ ਹੈ ਕਿ ਯੂ ਆਰ ਅ ਵਿਨਰ, ਤੇ ਉਹ ਦੱਸਦੀ ਹੈ ਤੁਸੀਂ ਵਿਨਰ ਕਿੰਨੇ ਦੇ ਹੋ, ਨਾਲ ਤੁਹਾਨੂੰ ਆਉਂਦਾ ਵੀ ਤੁਸੀਂ ਇੰਨੀ ਵਿਨ ਕੀਤੀ ਹੈ। ਇਹ ਉਸ ਤੋਂ ਬਾਅਦ ਹੋਇਆ, ਨਹੀਂ ਤਾਂ ਬਹੁਤ ਕਲਰਕਸ ਐਸੇ ਬਾਅਦ 'ਚ ਫੜੇ ਗਏ ਨੇ। ਉਹ ਜਿਹੜੇ ਸਹੀ ਲੋਕ ਸੀ ਉਹਨਾਂ ਨੂੰ ਦਿੱਤੀ ਵੀ ਗਈ ਹੈ ਜਿਹੜੀ ਇੱਜ਼ਤ ਸੀਗੀ ਉਹਨਾਂ ਦੀ, ਫੜ ਕੇ ਉਹਨਾਂ ਨੂੰ ਉਹੀ ਗੱਲ ਸਾਡੀ OLG ਨੇ ਇਸ ਗੱਲ ਨੂੰ ਦਰੁਸਤ ਕੀਤਾ ਸੀ ਇਸੇ ਕਾਰਨ ਕਰਕੇ। ਬਿਲਕੁਲ ਸਰ, ਲੋਟਰੀ ਟਿਕਟ ਤੋਂ ਥੋੜਾ ਜਿਹਾ ਹੁਣ ਆਪਾਂ ਅੱਗੇ ਮੂਵ ਕਰਦੇ ਹਾਂ, ਅਗਲੀ ਖਬਰ ਵੱਲ ਜਾਂਦੇ ਹਾਂ ਜੀ। ਵੈਕਸੀਨ ਦੀ ਕੱਲ ਅਸੀਂ ਗੱਲ ਕੀਤੀ ਸੀ ਕਿ ਮੈਨੀਟੋਬਾ ਦੇ ਵਿੱਚ ਸ਼ਾਇਦ ਹੋ ਸਕਦਾ ਹੈ ਉਧਰਲੀ ਸਾਈਡ ਦੇ ਵਿੱਚ ਕਿ ਜਿਨ੍ਹਾਂ ਨੂੰ ਪਹਿਲਾ ਡੋਜ਼ ਐਸਟਰਾਜ਼ੈਨੇਕਾ ਦਾ ਮਿਲਿਆ, ਉਹਨਾਂ ਨੂੰ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਆਉਣ ਵਾਲੇ ਸਮੇਂ ਵਿੱਚ ਸੈਕੰਡ ਡੋਜ਼ ਜਿਹੜਾ ਆ ਉਹ ਮੋਡਰਨਾ ਜਾਂ ਫਿਰ ਫਾਈਜ਼ਰ ਦਾ ਦਿੱਤਾ ਜਾਵੇ। ਸੋ ਜਿਹੜਾ ਮਿਕਸ ਮੈਚ ਦਾ ਹੈ ਵੈਕਸੀਨ ਦਾ ਜਿਹੜਾ ਹੁਣ ਇਸ ਵਕਤ ਸਾਰਾ ਝਮੇਲਾ ਚੱਲ ਰਿਹਾ ਸੀ, ਇਸ ਨੂੰ ਫਿਲਹਾਲ ਕੈਨੇਡਾ ਸਰਕਾਰ ਮਾਨਤਾ ਦਿੰਦੀ ਹੋਈ ਨਜ਼ਰ ਆ ਰਹੀ ਹੈ। ਸਰ ਕੀ ਨੈਸ਼ਨਲ ਐਡਵਾਈਜ਼ਰੀ ਕਮੇਟੀ ਆਫ ਇਮਿਊਨਾਈਜੇਸ਼ਨ ਹੈ, ਨਾਸੀ ਕਹਿੰਦੇ ਆ ਤਰਨੇਸ ਜੀ ਨੂੰ, ਇਹ ਰਿਕਮੈਂਡ ਕਰਦੀ ਹੈ ਵੀ ਤੁਹਾਨੂੰ ਕੋਈ ਕਰਨਾ ਚਾਹੀਦਾ ਕੀ ਨਹੀਂ ਕਰਨਾ। ਇਹਨਾਂ ਦੀ ਜਿਹੜੀ ਖੋਜ ਹੈ, ਕੱਲ ਜਿਹੜੀ ਮੈਨੀਟੋਬਾ ਨੇ ਗੱਲ ਕੀਤੀ ਸੀ, ਸੋ ਇਟ ਮੀਨਸ ਕੱਲ ਮੈਡੀਸਨ ਦੇ ਦਾਇਰੇ ਵਿੱਚ ਇਹ ਗੱਲ ਆ ਗਈ ਸੀਗੀ। ਨਾਸੀ ਨੇ ਇਹ ਗੱਲ ਰਿਲੀਜ਼ ਕਰਤੀ ਸੀ, ਪਰ ਕੀਤੀ ਕਿਹਨੂੰ ਸੀ? ਮੀਡੀਆ ਨੂੰ ਨਹੀਂ ਕੀਤੀ ਸੀ। ਉਹਨੇ ਸਰਟਨ ਜਿਹੜੀਆਂ ਗਵਰਨਮੈਂਟਸ ਆ ਉਹਨਾਂ ਨੂੰ ਰਿਲੀਜ਼ ਕਰਤੀ ਸੀਗੀ। ਜਿਹੜੀ ਮੈਨੀਟੋਬਾ ਗਵਰਨਮੈਂਟ ਹੈ ਜਿਹਨੂੰ ਅਸੀਂ ਕਹਿੰਦੇ ਜੰਪ ਦ ਗਨ, ਐਕਚੁਅਲੀ ਉਹਨਾਂ ਨੂੰ ਅੱਜ ਇਹ ਅਨਾਉਂਸਮੈਂਟ ਕਰਨੀ ਚਾਹੀਦੀ ਸੀਗੀ ਜਦੋਂ ਨਾਸੀ ਨੇ ਕਰਤੀ ਹੈ। ਜਦੋਂ ਕੱਲ ਮੈਨੀਟੋਬਾ ਨੇ ਅਨਾਉਂਸਮੈਂਟ ਕੀਤੀ ਹੈ ਤਾਂ ਇਟ ਮੀਨਸ ਗੱਲ ਕੁਛ ਆ ਰਹੀ ਹੈ। ਇਹਦੇ ਵਿੱਚ ਜ਼ਰੂਰ ਕੁਛ ਨਾ ਕੁਛ ਹੈਗਾ ਵੀ ਨਾਸੀ ਦੀ ਕੋਈ ਇਜਾਜ਼ਤ ਦੇਣ ਦੇ ਐਨ ਬ੍ਰਿੰਕ ਤੇ ਹੈਗੀ ਆ। ਸੋ ਨਾਸੀ ਨੇ ਅੱਜ ਖਬਰ ਦਿੱਤੀ ਹੈ, ਹੁਣ ਦੇਣੀ ਪਈ ਹੈ ਇਸ ਕਰਕੇ। ਤੇ ਉਹਨਾਂ ਨੇ ਕਿਹਾ ਵੀ ਮਿਕਸ ਐਂਡ ਮੈਚ ਜਿਹੜੀਆਂ ਐਸਟਰਾਜ਼ੈਨੇਕਾ ਦੀਆਂ ਹੈਗੀਆਂ, ਫਾਈਜ਼ਰ ਦੀਆਂ ਹੈਗੀਆਂ ਤੇ ਮੋਡਰਨਾ ਦੀਆਂ, ਤਿੰਨੋਂ ਇੱਕੋ ਟਾਈਪ ਦੇ ਇਹ ਵੈਕਸੀਨਸ ਨੇ ਜਿਹੜੇ ਕਿ ਆਪਸ ਵਿੱਚ ਇੰਟਰਚੇਂਜੇਬਲ ਨੇ ਔਰ ਕੀਤੇ ਜਾ ਸਕਦੇ। ਜਿੰਨੇ ਵੀ ਕੋਈ ਤੁਹਾਡਾ ਕੋਈ ਵੀ ਹੈ ਜੀ ਰਿਕਮੈਂਡ, ਔਰ ਇਹਦੀ ਰਿਕਮੈਂਡੇਸ਼ਨ ਇਹ ਹੈ ਕਿ ਦੇ ਵਰਕ ਬੈਟਰ, 100% ਨਹੀਂ ਹੈ ਜੀ। ਜਿਹੜੀ ਪ੍ਰੀਲਿਮਿਨਰੀ ਜਿਹੜੀ ਖੋਜ ਹੈਗੀ ਉਹਦੇ ਉੱਤੇ ਇਹ ਗੱਲ ਆਈ ਹੋਈ ਹੈ ਕਿ ਉਹ ਡੂ ਵਰਕ ਬੈਟਰ। ਪਰ ਹੁਣ ਐਸੀ ਗੱਲ ਹੈ ਨਹੀਂ ਕਿ ਜਿਹਨੇ ਦੂਸਰਾ ਜਿਹੜਾ ਵੀ ਮਿਕਸ ਹੋ ਰਿਹਾ, ਕਿਉਂਕਿ ਪ੍ਰੋਬਲਮ ਐਸਟਰਾਜ਼ੈਨੇਕਾ ਦੀ ਆ ਰਹੀ ਹੈ। ਐਸਟਰਾਜ਼ੈਨੇਕਾ ਸ਼ਾਇਦ ਹੋਰ ਇੰਨਾ ਨਾ ਆਵੇ, ਕਈ ਲੋਕ ਲੈਣੋਂ ਜਵਾਬ ਦੇ ਰਹੇ ਨੇ, ਹਾਲਾਂਕਿ ਇਹਦੀ ਪਰਸੈਂਟੇਜ ਬਹੁਤ ਘੱਟ ਹੈਗੀ ਹੈ। ਜਿਹਨੂੰ ਸੈਕੰਡ ਡੋਜ਼ ਮਿਲੀ ਹੈ ਉਹਦੇ ਵਿੱਚ ਹਜੇ ਕੋਈ ਸ਼ਿਕਾਇਤ ਨਹੀਂ ਆਈ ਹੈਗੀ। ਸੋ ਇਸ ਕਰਕੇ ਸਰਕਾਰ ਨੇ ਵੀ ਇਹ ਸਟੈਪ ਲਿਆ, ਅਲਾਉ ਕਰ ਦਿੱਤਾ ਹੈ ਕਿ ਜਿਹਨੇ ਦੂਸਰਾ ਵੈਕਸੀਨ ਮਿਲਦਾ ਹੈ, ਕਿਉਂਕਿ ਇੱਕੋ ਟਾਈਪ ਦੇ ਵੈਕਸੀਨ ਨੇ, ਉਹਨਾਂ ਦੇ ਲਾਏ ਜਾ ਸਕਦੇ। ਬਿਲਕੁਲ ਸਰ, ਪਰ ਉੱਥੇ ਦੂਜੇ ਪਾਸੇ ਵੈਕਸੀਨ ਦੀ ਜੇ ਆਪਾਂ ਗੱਲ ਕਰੀਏ, ਵੈਕਸੀਨ ਲਗਾਉਣ ਤੋਂ ਬਾਅਦ ਕਈ ਲੋਕਾਂ ਵਿੱਚ ਥੋੜੇ ਬਹੁਤ ਇਹਦੇ ਸਾਈਡ ਇਫੈਕਟ ਵੀ ਨਜ਼ਰ ਆਏ ਨੇ।
ਖਾਸ ਤੌਰ ਤੇ ਕੁਝ ਲੋਕਾਂ ਨੂੰ ਹਸਪੀਟਲ ਵੀ ਜਿਹੜਾ ਭਰਤੀ ਕਰਵਾਉਣਾ ਪਿਆ, ਕਈ ਲੋਕਾਂ ਨੂੰ 3 ਦਿਨ, ਹਾਲਾਂਕਿ ਓਨਟਾਰੀਓ ਸਰਕਾਰ ਨੇ ਪੇਡ ਸਿਕ ਲੀਵ ਦਿੱਤੀ ਸੀ, ਪਰ ਇਸ ਦੇ ਬਾਵਜੂਦ ਇਸ ਤੋਂ ਵੀ ਜ਼ਿਆਦਾ ਸਮੇਂ ਲਈ ਜਿਹੜਾ ਆ ਉਹ ਘਰਾਂ ਵਿੱਚ ਰਹਿਣਾ ਪਿਆ। ਸੋ ਕਈਆਂ ਨੂੰ ਫਾਈਨੈਂਸ਼ੀਅਲ ਲਾਸ ਵਿੱਚ ਚੱਲਣਾ ਪਿਆ। ਸੋ ਕਹਿੰਦੇ ਹੁਣ ਇਹਦੇ ਉੱਤੇ ਕੈਨੇਡਾ ਸਰਕਾਰ ਨੇ ਵੀ ਥੋੜਾ ਜਿਹਾ ਇਹਦੇ ਵੱਲ ਰੁਖ ਕੀਤਾ ਆ ਤੇ ਇਹਨੂੰ ਲੈ ਕੇ ਕੁਝ ਪ੍ਰੋਗਰਾਮਸ ਦੀ ਸ਼ੁਰੂਆਤ ਕੀਤੀ ਗਈ ਹੈ। ਹਾਂ ਤਰਨ, ਜਿਹੜਾ ਫਾਈਨੈਂਸ਼ੀਅਲ ਲਾਸ ਹੈਗਾ ਹੁਣ ਤੱਕ ਜਿਹੜਾ ਹੋਇਆ, ਉਹ ਫਾਈਨੈਂਸ਼ੀਅਲ ਲਾਸ ਮੋਸਟਲੀ ਲੋਕਾਂ ਨੂੰ ਜੌਬ ਤੇ ਜਾਣ ਤੋਂ ਹੋਇਆ, ਪਰ ਉਹ ਬਿਕਾਜ਼ ਆਫ ਕੋਵਿਡ-19 ਹੋਇਆ, ਨਾਟ ਬਿਕਾਜ਼ ਆਫ ਦਾ ਵੈਕਸੀਨ। ਵੈਰੀ ਫਿਊ ਪੀਪਲ ਹਲੇ ਹੈਗੇ ਆ ਜਿਨ੍ਹਾਂ ਨੂੰ ਬਿਕਾਜ਼ ਆਫ ਦਾ ਵੈਕਸੀਨ ਹੋਇਆ। ਇਹ ਨਵਾਂ ਪ੍ਰੋਗਰਾਮ ਅੱਜ ਤੋਂ ਸ਼ੁਰੂ ਹੈ, ਜੂਨ 1 ਤੋਂ ਸ਼ੁਰੂ ਹੋ ਗਿਆ। ਜਿਹਨੂੰ ਕਿਸੇ ਨੂੰ ਵੈਕਸੀਨ ਦੇ ਨਾਲ ਇੰਜਰੀ ਹੋਈ ਹੈ, ਇੰਜਰੀ ਮੀਨਸ ਉਹਨੂੰ ਕੋਈ ਪ੍ਰੋਬਲਮ ਆਈ ਹੈ, ਕੋਈ ਵੈਕਸੀਨ ਲੱਗਿਆ, ਤਕਲੀਫ ਹੋਈ ਹੈ, ਤਕਲੀਫ ਕਰਕੇ ਉਹ ਕੰਮ ਤੇ ਨਹੀਂ ਜਾ ਸਕੇ, ਉਹ ਜਿਹੜਾ ਕੰਪਨਸੇਸ਼ਨ ਹੈ ਸਰਕਾਰ ਕਰੇਗੀ। ਸਾਡੀ ਫੈਡਰਲ ਗਵਰਨਮੈਂਟ ਦੀ ਅੱਜ ਅਨਾਉਂਸਮੈਂਟ ਆਈ ਹੈਗੀ ਹੈ। ਇੱਕ ਗੱਲ ਹੋਰ, ਵੈਕਸੀਨ ਦੇ ਕਾਰਨ ਡੈਥ ਹੋ ਗਈ ਹੈ, ਵੈਕਸੀਨ ਲੱਗ ਗਿਆ, ਇਹ 8 ਦਸੰਬਰ ਤੋਂ ਗੱਲ ਦੀ ਆਨਵਰਡ ਗੱਲ, 8 ਦਸੰਬਰ 2020 ਦੀ ਗੱਲ ਆ ਜੀ। ਉਸ ਤੋਂ ਮਗਰੋਂ ਜਿਹਦੇ ਵੀ ਵੈਕਸੀਨਸ ਲੱਗੇ ਨੇ, ਉਹਦੀ ਕਿਸੇ ਦੇ ਵੈਕਸੀਨ ਲੱਗਣ ਕਰਕੇ ਮੌਤ ਹੋ ਗਈ ਹੈ, ਤਾਂ ਉਹਦੇ ਜਿਹੜੇ ਵਾਰਸ ਨੇ ਉਹਨਾਂ ਨੂੰ ਉਹਨੂੰ ਕੰਪਨਸੇਸ਼ਨ ਕੀਤਾ ਜਾਵੇਗਾ। ਸੋ ਕੱਲੀ ਇਹੀ ਨਹੀਂ ਹੈ ਕਿ ਜੇ ਤੁਹਾਡੀ ਲਾਸ ਆਫ ਜੌਬ ਹੋਈ ਹੈ, ਕੁਝ ਹੋਰ ਹੈ ਵੈਕਸੀਨ ਕਰਕੇ, ਤਾਂ ਕੱਲੀ ਤੁਹਾਨੂੰ ਇਨ ਕੇਸ ਆਫ ਡੈਥ, ਇਹ ਵੀ ਸਰਕਾਰ ਨੇ ਅੱਜ ਇਹ ਚੰਗੀ ਗੱਲ ਹੈ। ਉਹਦਾ ਰੀਜ਼ਨ ਕੀ ਹੈ? ਕਈ ਲੋਕ ਜਿਹੜੇ ਹੁਣ ਇਹ ਕਰ ਰਹੇ ਵੀ ਸਾਨੂੰ ਪ੍ਰੋਬਲਮ ਆਉਂਦੀ, ਅਸੀਂ ਲੈਣਾ ਨਹੀਂ ਜੀ, ਇਹ ਤਾਂ ਹੋਕਸ ਹੈ, ਇਹ ਜਿਹਾ ਕੁਛ ਹੈ। ਇਹ ਉਹਨਾਂ ਵਾਸਤੇ ਵੀ ਇੱਕ ਤਰ੍ਹਾਂ ਦਾ ਜਵਾਬ ਹੈ ਵੀ ਇਨ ਕੇਸ ਤੁਸੀਂ ਕਹਿ ਰਹੇ ਹੋ ਸਾਨੂੰ ਪ੍ਰੋਬਲਮ ਆਉਂਦੀ ਹੈ, ਜੇ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਇਹਨੂੰ ਬੈਕਅਪ ਕਰਦੇ ਹਾਂ। ਕੋਈ ਤੁਹਾਨੂੰ ਪ੍ਰੋਬਲਮ ਆਏਗੀ ਤਾਂ ਵੱਡੀ ਗੱਲ ਤਾਂ ਇਨਕਮ ਲਾਸ ਦਿੰਦੇ, ਠੀਕ ਆ, ਬੰਦਾ ਜਿਹੜਾ ਚਲਾ ਗਿਆ ਮੁੜਦਾ ਨਹੀਂ ਹੈ, ਦੈਟਸ ਡਿਫਰੈਂਟ ਸਟੋਰੀ। ਹਾਲਾਂਕਿ ਜਿਹਦੇ ਵੈਕਸੀਨ ਲੱਗਿਆ ਉਹਦੇ ਚਾਂਸਸ ਹੈ ਕਿ ਡੈਥ ਨਹੀਂ ਹੋਏਗੀ, ਪਰ ਇਹ ਸਰਕਾਰ ਨੇ ਇੱਕ ਬੜਾ ਵੱਡੀ ਸਟੈਪ ਲਿਆ ਵੀ ਤੁਹਾਨੂੰ ਇਨਸੈਂਟਿਵ ਹੈ ਹੋਰ ਵੀ ਤੁਹਾਨੂੰ ਵੈਕਸੀਨ ਲੈ ਲੈਣਾ ਚਾਹੀਦਾ। ਇਨ ਕੇਸ ਕੋਈ ਪ੍ਰੋਬਲਮ ਆਏਗੀ ਤਾਂ ਅਸੀਂ ਇਸ ਤੇ ਤੁਹਾਡੀ ਬੈਕਅਪ ਕਰਾਂਗੇ। ਮਤਲਬ ਕਿ ਜਿਹੜੇ ਥੋੜੇ ਬਹੁਤ ਜਿਨ੍ਹਾਂ ਦੇ ਵਿੱਚ ਹਜੇ ਡਰ ਸੀਗਾ, ਇਸ ਕਰਕੇ ਉਹ ਵੈਕਸੀਨ ਨਹੀਂ ਲਗਵਾ ਰਹੇ ਸੀ, ਹੁਣ ਸਰਕਾਰ ਨੇ ਉਹਨਾਂ ਦਾ ਵੀ ਡਰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਜੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਕੰਮ ਤੇ ਨਹੀਂ ਜਾ ਪਾਓਗੇ ਜਾਂ ਤੁਹਾਨੂੰ ਕੋਈ ਫਾਈਨੈਂਸ਼ੀਅਲ ਲਾਸ ਹੁੰਦਾ ਤਾਂ ਅਸੀਂ ਉਹ ਤੁਹਾਡੀ ਭਰਪਾਈ ਲਈ ਬੈਠੇ ਹਾਂ। ਬਿਲਕੁਲ, ਤੁਸੀਂ ਦੇਖੋ ਹੁਣ ਜਦੋਂ ਤੁਸੀਂ ਕਿਸੇ ਨੂੰ ਘਰ ਰਹਿਣਾ ਪੈ ਰਿਹਾ ਤਾਂ ਵੀ ਕੰਪਨਸੇਸ਼ਨ ਕਰ ਰਹੀ ਹੈ। ਲੋਕੀ ਜੌਬਸ ਤੇ ਗਏ ਨਹੀਂ ਫਰੋਮ ਡੇ 1, ਪਿਛਲੀ ਮਾਰਚ ਅਪ੍ਰੈਲ ਦੀ ਗੱਲ ਸ਼ੁਰੂ ਕੀਤੀ ਹੈ ਸਰਕਾਰ ਨੇ। ਗੱਲ ਕਰਾਂਗੇ ਜੀ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਜੈਨਪਨ ਤੋਂ ਬੋਲ ਰਹੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੈਕਸੀਨ ਇਹ ਲਗਾਉਣੀ ਚਾਹੀਦੀ ਆ, ਇਹਦਾ ਕੋਈ ਸਾਈਡ ਇਫੈਕਟ ਨਹੀਂ ਗਾ ਤੇ ਇਹ ਵੈਰੀ ਗੁੱਡ ਆ ਤੇ ਇਹ ਆਦਮੀ ਨੂੰ ਇਹ ਕਰੋਨਾ ਤੋਂ ਬੰਦੇ ਨੂੰ ਬਚਾਉਂਦੀ ਹੈ। ਬਿਲਕੁਲ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ, ਸੋ ਨਾਈਸ ਆਫ ਯੂ, ਥੈਂਕ ਯੂ ਕਾਲ ਕਰਨ ਲਈ। ਇਹਦੇ ਚ ਬਸ ਗੱਲ ਫਿਰ ਉੱਥੇ ਆ ਜਾਂਦੀ ਤਰਨ ਕਿ ਜਿਹੜਾ ਵੈਕਸੀਨ ਜੇ ਤੁਹਾਡੇ ਲੱਗਿਆ ਹੈਗਾ ਤਾਂ ਤੁਸੀਂ ICU ਵਿੱਚ ਨਹੀਂ ਜਾਓ। ਕੱਲ ਆਪਣੇ ਕਾਲ ਆਈ ਸੀਗੀ, ਉਹਨਾਂ ਨੇ ਆਪਦੀਆਂ ਦਲੀਲਾਂ ਦਿੱਤੀਆਂ ਸੀਗਾ, ਦੈਟਸ ਫਾਈਨ, ਪਰ ਜਿਹੜੀਆਂ ਮੈਜੋਰਿਟੀ ਦਲੀਲ ਹੈਗੀ ਆ ਉਹ ਇਹੀ ਹੈ ਕਿ ਤੁਹਾਨੂੰ ICU 'ਚ ਨਹੀਂ ਜਾਣਾ ਪਵੇਗਾ। ਚਾਂਸਸ ਇਹ ਹੈ ਕਿ ਕੁਝ ਵੀ ਸਕਦਾ, ਪਰ ਇਹਨਾਂ ਗੱਲਾਂ ਕਰਨ ਕਰਕੇ ਜਿਹੜਾ ਨੰਬਰ ਹੈ ਅੱਜ 700 ਦੇ ਨੇੜੇ ਆ ਗਿਆ ਜੀ, ਠੀਕ ਹੈ। ਜਿਹੜਾ ਐਵੇਂ ਨਹੀਂ ਆ ਗਿਆ ਹੈਗਾ, ਕੋਈ ਨਹੀਂ ਵੀ ਅਸੀਂ ਰਿਪੋਰਟ ਕਰਨੋਂ ਹਟ ਗਏ ਹਾਂ, ਅਸੀਂ ਲੁਕੋਏ ਨਹੀਂ ਹੋਏ ਨੰਬਰ, ਸਾਡੀਆਂ ਸਰਕਾਰਾਂ ਨੰਬਰ ਲੁਕੋ ਨਹੀਂ ਸਕਦੀਆਂ, ਨੰਬਰ ਲੁਕਾਉਣਗੀਆਂ ਤਾਂ ਕੱਲ ਨੂੰ ਇਹਨਾਂ ਨੂੰ ਸਾਨੂੰ ਜਵਾਬ ਦੇਣਾ ਪਵੇਗਾ। ਐਵੇਂ ਨਹੀਂ ਨੰਬਰ ਇਹਨਾਂ ਥੱਲੇ ਆ ਗਿਆ, ਇਸ ਕਰਕੇ ਸਾਰਿਆਂ ਦਾ ਜੁਆਇੰਟ ਐਫਰਟ ਆਫ ਗਵਰਨਮੈਂਟਸ ਐਂਡ ਦਾ ਪੀਪਲ ਐਜ਼ ਵੈਲ। ਅਸੀਂ ਉਹਨਾਂ ਕਹਿਣਾ ਮੰਨਿਆ, ਅਸੀਂ ਵੈਕਸੀਨ ਲਵਾਇਆ ਔਰ ਨੈਚੁਰਲੀ ਉਹਦੇ ਰਿਜ਼ਲਟਸ ਹੁਣ ਸਾਡੇ ਸਾਹਮਣੇ ਆ ਰਹੇ ਨੇ। ਬਿਲਕੁਲ ਸਰ, ਵੈਕਸੀਨ ਦੇ ਰਿਜ਼ਲਟਸ ਤਾਂ ਸਾਹਮਣੇ ਆ ਹੀ ਰਹੇ ਨੇ, ਪਰ ਹੁਣ ਅਸੀਂ ਇੱਕ ਚੀਜ਼ ਹੋਰ ਵੀ ਦੇਖ ਰਹੇ ਹਾਂ ਕਿ ਜਿਸ ਤਰੀਕੇ ਨਾਲ ਹੁਣ ਆਰਥਿਕ ਤੌਰ ਤੇ ਬੋਝ ਵੀ ਪੈਣਾ ਹੌਲੀ ਹੌਲੀ ਸ਼ੁਰੂ ਹੋਗਾ, ਚਾਹੇ ਉਹ ਟੈਕਸਿਸ ਦੇ ਰੂਪ ਵਿੱਚ ਹੋਏ। ਹੁਣ ਮਾਰਗੇਜਸ ਦੀ ਗੱਲ ਕਰਦੀ ਹੈ, ਕਹਿੰਦੇ ਮਾਰਗੇਜ ਸਟ੍ਰੈਸ ਪਾਸ ਕਰਨੇ ਹੁਣ ਲੋਕਾਂ ਲਈ ਖਾਸ ਤੌਰ ਤੇ ਈਜ਼ੀ ਨਹੀਂ ਹੋਣਾ ਹੈਗਾ, ਜਿਸ ਤਰੀਕੇ ਨਾਲ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ। ਜਿਹੜਾ ਪਿੱਛੇ 2 ਸਾਲ ਦਾ ਰੌਲਾ ਪੈ ਰਿਹਾ ਹੈ, ਰੀਅਲ ਐਸਟੇਟ ਨੂੰ ਅੱਗ ਲੱਗੀ, ਮਲਟੀਪਲ ਆਫਰਸ, 30 ਆਫਰਸ, ਘਰ ਲੱਖ, ਪਹਿਲਾਂ ਤਾਂ 5-7 ਹਜ਼ਾਰ ਉੱਪਰ ਚਲੇਗਾ, ਬੜੀ ਵੱਡੀ ਗੱਲ ਹੁੰਦੀ ਸੀ, ਲੱਖ, 2 ਲੱਖ, 3 ਲੱਖ, $1 ਮਿਲੀਅਨ ਵੀ ਉੱਪਰ ਚਲੇਗਾ ਘਰ। ਇਮੇਜਿਨ ਕਰੋ, ਬਿਡਿੰਗ ਹੋ ਰਹੀ ਹੈ ਔਰ ਇਹ ਜਿਹੜੀ ਬਿਡਿੰਗ ਤੇ ਇਹ ਤੇ ਵੀ ਕੰਟਰੋਲ ਕਰਨ ਵਾਲਾ ਹੈਗਾ, ਖੈਰ ਉਹ ਤੇ ਬਾਅਦ ਚ ਆਉਂਦੇ ਆ। ਜਿਹੜੀ ਆ ਸਟ੍ਰੈਸ ਟੈਸਟ ਹੈ, ਇਹਦੇ ਵਿੱਚ 2 ਕਿਸਮ ਦੀ ਮਾਰਗੇਜ ਹੁੰਦੀ ਹੈ। ਮਾਰਗੇਜ ਹੈਗੀ ਹੈ ਤੁਹਾਡੀ ਇੰਸ਼ੋਰਡ ਹੈ, ਇੱਕ ਅਨਇੰਸ਼ੋਰਡ ਹੈ। ਇੰਸ਼ੋਰਡ ਇਹ ਹੈਗੀ ਹੈ ਕਿ ਤੁਸੀਂ ਜੇ ਤੁਹਾਡੀ ਡਾਊਨ ਪੇਮੈਂਟ ਸਰਟਨ ਅਮਾਊਂਟ ਤੱਕ, ਮੋਸਟਲੀ 20 ਤੱਕ ਹੁੰਦੀ ਹੈ, ਜੇ ਉਦੋਂ ਘੱਟ ਹੈਗੀ ਤਾਂ ਸਾਰੀ ਮਾਰਗੇਜ ਇੰਸ਼ੋਰੈਂਸ ਕਰਾਉਣੀ ਪੈਂਦੀ ਹੈ। ਇੰਸ਼ੋਰੈਂਸ ਇਸ ਕਰਕੇ ਕਰਾਉਣੀ ਪੈਂਦੀ ਹੈ ਵੀ ਇਨ ਕੇਸ ਜਿਹੜਾ ਓਨਰ ਹੈ ਬੈਂਕਰਪਟ ਹੋ ਗਿਆ ਤਾਂ ਇੰਸ਼ੋਰੈਂਸ ਬੈਂਕਾਂ ਦਿੰਦੀਆਂ ਨਹੀਂ ਹੈ, ਸੌਰੀ ਬੈਂਕ ਜਵਾਬ ਦੇ ਦੇਗੀ, ਇਸ ਮਾਰਗੇਜ ਨਹੀਂ ਦੇਣੀ। ਸੋ ਸਰਕਾਰ ਨੇ ਇੱਕ ਸਿਸਟਮ ਕੀਤਾ ਹੈ, ਜੇ 2 ਅਦਾਰੇ ਨੇ ਐਸੇ ਜਿਹੜੀ ਤੁਹਾਡੀ ਉਸ ਇੰਸ਼ੋਰੈਂਸ, ਉਸ ਮਾਰਗੇਜ ਨੂੰ ਇੰਸ਼ੋਰ ਕਰ ਦਿੰਦੇ ਨੇ, ਪਰ ਉਹ ਫੀਸ ਲੈਂਦੇ ਤੁਹਾਡੇ ਤੋਂ, ਫੀਸ ਵੀ ਹਜ਼ਾਰਾਂ ਚ, ਖੈਰ ਤੁਸੀਂ ਦੇਖ ਕੇ ਤੁਹਾਡਾ ਘਰ ਲਿਆ ਜਾਂਦਾ। ਪਰ ਉਹਦਾ ਸਟ੍ਰੈਸ ਅੱਗੇ ਉਹ ਸੀਗਾ, ਜੇ ਉਹ 4.79% ਤੱਕ ਜੇ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਸੀ ਆਪਦੀ ਇਨਕਮ ਦੇ ਨਾਲ ਵੀ ਤੁਸੀਂ ਚਾਹੇ 2% ਇਸ ਵੇਲੇ ਇੰਟਰਸਟ ਰੇਟ ਹੈਗਾ,
ਜੇ ਉਹ 4.7 ਤੱਕ ਚਲਾ ਜਾਂਦਾ ਤਾਂ ਕੀ ਤੁਸੀਂ ਅਫੋਰਡ ਕਰਦੇ ਹੋ? ਇਹ ਸਟ੍ਰੈਸ ਸੀ, ਪਰ ਹੁਣ ਉਹ ਵਧਾ ਦਿੱਤਾ ਗਿਆ, ਹੁਣ 5.2% ਕਰ ਦਿੱਤਾ ਗਿਆ, ਕਿਉਂਕਿ ਤੁਹਾਨੂੰ ਉਦੋਂ ਵੱਧ ਇਨਕਮ ਚਾਹੀਦੀ ਹੈ। ਇਹਦੇ ਨਾਲ ਫਰਕ ਜ਼ਰੂਰ ਪਏਗਾ। ਪਿਛਲੇ ਹਫਤੇ ਦੇ ਪਿਛਲੇ ਮਹੀਨੇ ਦੇ ਮਾਰਚ ਦੇ ਤੇ ਅਪ੍ਰੈਲ ਦੇ ਜੇ ਨੰਬਰਸ ਗਿਣੀਏ ਤਾਂ ਅਪ੍ਰੈਲ ਦੇ 12% ਜਿਹੜੀਆਂ ਸੇਲਸ ਨੇ ਘਟ ਗਈਆਂ ਨੇ, ਔਰ ਇਹ ਹੁਣ ਆਉਣ ਵਾਲੇ ਸਮੇਂ 'ਚ ਇਹ ਹੋਰ ਵੀ ਘਟਣਗੀਆਂ, ਔਰ ਇਸ ਤੇ ਕੰਟਰੋਲ ਹੋਣਾ ਚਾਹੀਦਾ ਹੈ। ਸਰਕਾਰ ਨੂੰ ਇੱਕ ਤਾਂ ਬਿਲਡਰਸ ਤੇ ਕੰਟਰੋਲ ਕਰਨਾ ਚਾਹੀਦਾ। ਸਾਡੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਹੈਗੀ ਆ ਉਹਦਾ ਬਿਲਡਰਸ ਤੇ ਕੋਈ ਕੰਟਰੋਲ ਨਹੀਂ। ਬਿਲਡਰ ਆਪਦੀ ਮਰਜ਼ੀ ਦੇ ਘਰ ਬਣਾਉਂਦਾ, ਆਪਦੀ ਮਰਜ਼ੀ ਨਾਲ ਰਿਲੀਜ਼ ਕਰਦਾ, ਉਹਦੀ ਮਰਜ਼ੀ ਨਾਲ ਪ੍ਰਾਈਸ ਸੈੱਟ ਕਰਦਾ, ਤੇ ਲੋਕਾਂ ਦੀ ਲਾਈਨ ਲੱਗੀ ਹੁੰਦੀ ਆ, ਫੇਜ਼ ਇੱਕ ਵੇਚ ਕੇ ਦੂਜਾ ਸ਼ੁਰੂ ਕਰ ਲੈਂਦਾ, ਉਹ ਉਦੋਂ ਮਹਿੰਗਾ ਹੋਵੇ ਤਾਂ ਸੇਮ ਟਾਈਪ ਆਫ ਕਰ। ਵਾਈ? ਇਹ ਗਲਤ ਗੱਲ ਹੈ। ਸਰਕਾਰ ਨੂੰ ਇਸ ਗੱਲ ਤੇ ਬਿਲਡਰਸ ਹਮੇਸ਼ਾ ਹੀ ਜਿਹੜੇ ਬਿਲਡਰਸ ਨੇ ਇਹ ਇਕੱਲੇ ਚੋਰੀਜ਼ ਦੇ ਨਾਲ ਨਹੀਂ ਹੈ ਜੀ, ਕੰਜ਼ਰਵੇਟਿਵ ਦੇ ਨਾਲ ਨਹੀਂ ਹੈ, ਬਿਲਡਰਸ ਲਿਬਰਲਸ ਦੇ ਨਾਲ ਵੀ ਹੈਗੇ ਨੇ। ਹਰ ਵਾਰੀ ਇਹੀ ਤਬਕਾ ਐਸਾ ਜਿਹੜਾ ਮੋਸਟਲੀ ਫਾਇਦੇ ਚ ਰਹਿੰਦਾ। ਜੀ ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਆਪਣੇ ਨਿਊਯਾਰਕ ਤੋਂ ਬੋਲ ਰਿਹਾ, ਅਮਰੀਕਾ ਤੋਂ, ਆਤਮਾ ਰਾਮ। ਸਵਾਗਤ ਹੈ ਜੀ। ਹਾਂਜੀ, ਇੱਕ ਤਾਂ ਆਪਣੇ ਤਰਨ ਜੀ ਦਾ ਵੈਲਕਮ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਤੇ ਇਹ ਦੂਸਰਾ ਇਹ ਹੈ ਕਿ ਕੈਨੇਡਾ ਦੀ ਫਲਾਈਟਾਂ ਕਦੋਂ ਖੁੱਲ ਰਹੀਆਂ ਜੀ? ਅਸੀਂ ਆਉਣਾ ਚਾਹੁੰਦੇ ਸੀ ਕੈਨੇਡਾ। ਤੁਸੀਂ ਆ ਸਕਦੇ ਹੋ ਜੀ? ਇਹਦੇ ਬਾਰੇ ਵੀ ਜ਼ਰੂਰ ਦੱਸੋ ਕੁਛ ਜੀ। ਕੈਨੇਡਾ ਤੁਸੀਂ ਆ ਸਕਦੇ ਹੋ ਜੀ, ਤੁਹਾਨੂੰ ਕੁਆਰੰਟੀਨ ਹੋਣਾ ਪਵੇਗਾ। ਫਲਾਈਟਾਂ ਖੁੱਲੀਆਂ ਨੇ ਜੀ, ਜਿਹੜਾ ਬਾਈ ਰੋਡ ਤੁਸੀਂ ਕ੍ਰਾਸ ਕਰਨਾ ਉਹਦੇ 'ਚ ਥੋੜਾ ਜਿਹਾ ਫਰਕ ਆ, ਬਟ ਤੁਸੀਂ ਬਾਈ 에ਅਰ ਆ ਸਕਦੇ ਹੋ। ਇਮੀਗ੍ਰੇਸ਼ਨ ਨੂੰ ਲੈ ਕੇ ਜੋ ਇਸ ਵਕਤ ਚਾਂਸਸ ਲੱਗ ਰਹੇ ਨੇ, ਜਿਵੇਂ ਦੇ ਡਿਸੀਜਨ ਲਏ ਜਾ ਰਹੇ ਨੇ ਨਾ, ਸੋ ਐਕਸਪੈਕਟ ਕੀਤਾ ਜਾ ਸਕਦਾ ਕਿ ਆਉਣ ਵਾਲੇ ਸਮੇਂ 'ਚ ਛੇਤੀ ਹੋਏ ਅਨਾਉਂਸਮੈਂਟ ਹੋ ਜਾਏ। ਠੀਕ ਹੈ, ਹੋਣੀ ਚਾਹੀਦੀ ਹੈ ਜਿਹੜੇ। ਥੈਂਕ ਯੂ। ਦੇਖੋ ਜੀ, ਕੇਸਿਸ ਡਾਊਨ ਜਾਣਗੇ। ਸਰਕਾਰਾਂ ਤਾਂ ਸਾਡੀਆਂ ਕਾਲੀਆਂ ਨੇ ਜੀ, ਸਾਡੀ ਫੈਡਰਲ ਸਰਕਾਰ ਵੀ, ਸਾਡੀ ਪ੍ਰੋਵਿੰਸ਼ੀਅਲ ਸਰਕਾਰ ਬਹੁਤ ਕਾਲੀ ਹੈ ਕਿ ਛੇਤੀ ਬਾਰਡਰ ਖੁੱਲ੍ਹ ਜਾਣ, ਕਿਉਂਕਿ ਸਾਡਾ ਤੇ ਤੁਹਾਡਾ ਜਿਹੜਾ ਵਪਾਰ ਹੈ ਉਹ ਬਹੁਤ ਵੱਡਾ ਹੈ। ਅਸੀਂ ਤੁਹਾਡੇ, ਮੇਰਾ ਖਿਆਲ ਹੈ, ਸਭ ਤੋਂ ਵੱਡੇ ਪਾਰਟਨਰ ਬਿਜ਼ਨਸ, ਚਾਹੇ ਅਸੀਂ ਛੋਟਾ ਜਿਹਾ ਕੰਟਰੀ ਹੈ, ਸਾਡੀ ਆਬਾਦੀ ਥੋੜ੍ਹੀ ਹੈਗੀ, ਸਾਈਜ਼ 'ਚ ਵੱਡੇ ਹੈਗੇ ਅਸੀਂ, ਪਰ ਸਾਡਾ ਤੁਹਾਡਾ ਬਹੁਤ ਵੱਡਾ ਵਪਾਰ ਹੈਗਾ। ਅਸੀਂ ਵੀ ਚਾਹੁੰਦੇ ਹਾਂ ਜਿੰਨੀ ਛੇਤੀ ਹੋ ਸਕੇ ਇਹ ਬਾਰਡਰਸ ਖੁੱਲ੍ਹਣ, ਅਸੀਂ ਵੀ ਤੁਹਾਨੂੰ ਮਿਲਣ ਆ ਸਕੀਏ ਤੇ ਤੁਸੀਂ ਵੀ ਸਾਨੂੰ ਮਿਲਣ ਆ ਸਕੋ। ਥੈਂਕ ਯੂ ਜੀ। ਜਿਵੇਂ ਸਾਡੇ ਕੋਲ ਖਬਰ ਆਏਗੀ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ। ਬਿਲਕੁਲ, ਉਮੀਦ ਕਰਦੇ ਹਾਂ ਸ਼ਾਇਦ ਨੈਕਸਟ ਟਾਈਮ ਕੋਈ ਗੁੱਡ ਨਿਊਜ਼ ਹੀ ਮਿਲ ਜਾਏ ਕਿ ਐਕਸਟੈਂਡ ਨਾ ਕੀਤਾ ਜਾਵੇ, ਬਟ ਹੁਣੀ ਕਹਿਣਾ ਬਹੁਤ ਜਲਦੀ ਹੋਏਗੀ। ਜੋ ਚਾਂਸਸ ਲੱਗ ਰਹੇ ਆ ਸ਼ਾਇਦ ਛੇਤੀ ਉਹ ਇਹਦੇ ਬਾਰੇ ਸੁਣਨ ਨੂੰ ਮਿਲ ਸਕਦਾ। ਅੱਜ ਤਰੀਕ ਪਹਿਲੀ ਹੈ, ਕੱਲ 2 ਜੂਨ ਹੈ। ਅੰਟਾਰੀਓ ਦੀ ਗੱਲ ਕਰ ਦਿੰਦੇ ਹਾਂ ਜੀ, ਜੋ ਸਾਡਾ ਜਿਹੜਾ ਲਾਕਡਾਊਨ ਹੈ ਕੱਲ ਨੂੰ ਖਤਮ ਹੋ ਜਾਣਾ ਜੀ। ਅਜੇ ਰਿਨਿਊਅਲ ਦਾ ਕੋਈ ਆਇਆ ਨਹੀਂ ਜੀ, ਕੱਲ ਨੂੰ ਕੁਝ ਆ ਜਾਵੇ ਤਾਂ ਕਹਿ ਨਹੀਂ ਸਕਦੇ ਜੀ, ਬਟ ਚਾਂਸਸ ਹੈ ਕਿ ਇਹ ਰਿਨਿਊ ਨਹੀਂ ਹੋਏਗਾ। ਪਰ ਉਹਦੇ ਨਾਲ ਨਾਲ ਆਪਾਂ ਸਕੂਲਾਂ ਦੀ ਗੱਲ ਵੀ ਕਰ ਲਈ ਹੈ। ਹੁਣ ਇੱਕ ਬ੍ਰੇਕਿੰਗ ਨਿਊਜ਼ ਆਈ ਹੈ ਜੀ, ਸਾਡੀ ਨਿਊਜ਼ ਕਾਸਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਿਊਜ਼ ਆਈ ਹੈ ਕਿ ਸਕੂਲਸ ਚਾਹੇ ਕਰਨ, ਜਿਹੜੀਆਂ ਮੈਡੀਕਲ ਐਕਸਪਰਟਸ ਨੇ ਉਹ ਇਹ ਐਡਵਾਈਸ ਦੇ ਰਹੇ ਨੇ ਸਾਰਿਆਂ ਨੇ, ਟੋਰਾਂਟੋ ਵਾਲਿਆਂ ਨੇ, ਅੰਟੈਰੀਓ ਦੇ ਨੇ, ਟੋਰਾਂਟੋ ਵਾਲਿਆਂ ਨੇ, ਪੀਰ ਵਾਲਿਆਂ ਨੇ, ਜਿੰਨੇ ਵੀ ਏਰੀਆ ਹੈਗੇ ਸਾਰਿਆਂ ਦੇ ਡਾਕਟਰਸ ਨੇ ਰਿਕਮੈਂਡ ਇਹ ਕੀਤਾ ਕਿ ਸਕੂਲ ਖੋਲ੍ਹ ਦੇਣੇ ਚਾਹੀਦੇ। ਮਿਸਟਰ ਫੋਰਡ ਕਹਿੰਦੇ ਇਹ ਜੀ ਨਹੀਂ ਖੋਲ੍ਹਣੇ। ਇਹ ਅੱਜ ਦੀ ਹੁਣ ਦੀ ਖਬਰ ਹੈਗੀ ਆ ਕਿ ਅਜੇ ਇਹ ਖੋਲ੍ਹੇ ਨਹੀਂ ਜਾਣਗੇ। ਕੱਲ੍ਹ ਨੂੰ ਅਨਾਉਂਸਮੈਂਟ ਜਾਂ ਪਰਸੋਂ ਨੂੰ ਵੈਨਸਡੇ ਹੈਗੀ ਆ ਕਾਕਸ ਦੀ ਮੀਟਿੰਗ, ਸਾਰਿਆਂ ਨੇ ਇਕੱਠੇ ਹੋਣਾ। ਉਦੋਂ ਜੇ ਕੋਈ ਪ੍ਰੈਸ਼ਰ ਪੈ ਜਾਂਦਾ ਸ਼ਾਇਦ ਮਿਸਟਰ ਫੋਰਡ 2 ਹਫ਼ਤੇ ਵਾਸਤੇ ਸਕੂਲ ਖੋਲ੍ਹ ਦੇਣ। ਅਦਰਵਾਈਜ਼ ਇਉਂ ਲੱਗਦਾ ਆਹ ਜਿਹੜਾ ਸਾਲ ਹੈ ਇਹ ਚਲਿਆ ਗਿਆ ਤੇ ਸਤੰਬਰ ਦੇ ਵਿੱਚ ਸਕੂਲ ਚਾਂਸਸ ਆ ਉਹ ਨਹੀਂ ਖੁੱਲ੍ਹਣਗੇ। ਐਂਡਰੀਆ ਦੀ ਗੱਲ ਕਰੀਏ, ਉਹਨਾਂ ਨੇ ਵੀ ਆਹ ਸਵਾਲ ਚੁੱਕਿਆ ਸੀ ਐਜੂਕੇਸ਼ਨ ਮਿਨਿਸਟਰ ਨੂੰ ਕਿ ਜਦ ਤੁਸੀਂ ਸਭ ਪਾਸੇ ਐਸੈਂਸ਼ੀਅਲ ਚੀਜ਼ਾਂ ਗੱਲ ਕਰ ਰਹੇ ਹੋ ਤਾਂ ਸਕੂਲ ਤੁਹਾਨੂੰ ਐਸੈਂਸ਼ੀਅਲ ਕਿਉਂ ਨਹੀਂ ਲੱਗ ਰਹੀ? ਪੇਰੈਂਟਸ ਕਿਵੇਂ ਕੰਮ ਤੇ ਜਾਣਗੇ ਜੇ ਬੱਚੇ ਘਰੋਂ ਤੁਸੀਂ ਪੜ੍ਹ ਰਹੇ ਆ? ਤੁਸੀਂ ਦੇਖੋ ਬੱਚਿਆਂ ਦੀ ਤਰਨ, ਮੇਰੇ ਬੱਚੇ ਤਾਂ ਹੁਣ ਉਸ ਸਟੇਜ ਤੇ ਨੇ ਕਿ ਉਹ ਸਕੂਲੋਂ ਚਲੇ ਗਏ ਨੇ ਤੇ ਜਿਹੜੇ ਉਹਨਾਂ ਦੇ ਬੱਚੇ ਨੇ ਅਜੇ ਸਕੂਲ ਜਾ ਨਹੀਂ ਰਹੇ। ਪਰ ਜਿਨ੍ਹਾਂ ਨਾਲ ਗੱਲਬਾਤ ਹੁੰਦੀ ਹੈ, ਜਿਨ੍ਹਾਂ ਦੇ ਬੱਚੇ ਘਰ ਬੈਠੇ ਨੇ, ਬੱਚੇ ਸੋਚਣ ਵਾਲੀ ਗੱਲ ਆ, ਬੱਚੇ ਬੜੇ ਸਟ੍ਰੈਸ 'ਚ ਨੇ। ਬੱਚਾ ਬੱਚੇ ਨਾਲ ਖੇਡ ਕੇ ਰਾਜੀ ਆ, ਉਹਦੀ ਐਨਰਜੀ ਕਿੱਥੇ ਜਾਵੇ? ਉਹ ਘਰ ਦੇ ਵਿੱਚ ਬੈਠਾ ਔਰ ਸਾਰਾ ਦਿਨ ਬੱਚਾ ਕੀ ਸੁਣ ਰਿਹਾ? ਨੋ ਨੂੰ ਹੀ ਸੁਣੀ ਜਾ ਰਿਹਾ। ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਅਸੀਂ ਬੱਚੇ ਨੂੰ ਨੋ ਹੀ ਕਹੀ ਜਾ ਰਹੇ ਹਾਂ। ਅਸੀਂ ਸੋਚ ਨਹੀਂ ਵੈਸੇ ਉਹਨੂੰ ਦਿਨ ਦੇ ਵਿੱਚ 1000 ਵਾਰੀ ਨੋ ਕਹੀ ਹੋਏਗੀ। ਬੱਚੇ ਤੇ ਕਿੰਨਾ ਅਸਰ ਪੈਂਦਾ ਇਸ ਗੱਲ ਦਾ। ਬੱਚਾ ਖੇਡਣਾ ਚਾਹੁੰਦਾ ਸੀ, ਖੇਡਣ ਦਿੰਦੇ, ਉਹਨੂੰ ਵੱਧ ਤੋਂ ਵੱਧ ਕਹਿੰਦਾ ਬੈਕਯਾਰਡ ਚਲਾ ਜਾਏਗਾ। ਸਾਰਿਆਂ ਦੇ ਬੈਕਯਾਰਡ ਹੈ ਨਹੀਂਗੇ, ਜਿਹੜੇ ਅਪਾਰਟਮੈਂਟ ਬਿਲਡਿੰਗ 'ਚ ਰਹਿ ਰਹੇ ਆ ਉਹ ਬੱਚੇ ਕਿੱਥੇ ਜਾਣ? ਤੁਸੀਂ ਘਰੇ ਬੈਠੇ ਕੰਮ ਕਰ ਰਹੇ ਹੋ, ਤੁਸੀਂ ਬੱਚੇ ਨੂੰ ਕਹਿੰਦੇ ਚੁੱਪ ਕਰ, ਹੌਲੀ ਬੋਲ, ਪਿੱਛੇ ਮੇਰੀ ਮੀਟਿੰਗ ਚੱਲ ਰਹੀ ਹੈ। ਬੱਚਿਆਂ ਤੇ ਸਟ੍ਰੈਸ ਬਹੁਤ ਜ਼ਿਆਦਾ ਹੈ। ਸੋ ਸਟ੍ਰੈਸ ਰਿਲੀਵ ਕਰਨ ਵਾਸਤੇ ਬੱਚਿਆਂ ਨੂੰ ਮੈਂਟਲ ਹੈਲਥ ਵਾਸਤੇ ਸਕੂਲ ਜਾਣਾ ਬਹੁਤ ਜ਼ਰੂਰੀ ਹੈਗਾ। ਔਰ ਇਸੇ ਕਰਕੇ ਮਿਸਟਰ ਲੈਚੀ ਜਿਹੜੇ ਐਜੂਕੇਸ਼ਨ ਮਿਨਿਸਟਰ, ਹੀ ਇਜ਼ ਰੈਡੀ ਟੂ ਓਪਨ, ਬਟ ਮਿਸਟਰ ਫੋਰਡ ਇਜ਼ ਨਾਟ ਰੈਡੀ ਟੂ ਓਪਨ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਸਾਰੇ ਐਕਸਪਰਟ ਕਹਿ ਰਹੇ ਨੇ ਵੀ ਇਹ ਖੋਲ੍ਹ ਦੇਣੇ ਚਾਹੀਦੇ ਆ। ਮਿਸਟਰ ਫੋਰਡ ਕਿਉਂ ਨਹੀਂ ਖੋਲ੍ਹਦੇ?
ਡਰਦੇ ਆ। ਇਨ ਕੇਸ ਵਧਣ ਲੱਗ ਪਏ। ਜਿਹੜਾ B1167 ਹੈਗਾ ਜਿਹੜਾ ਇੰਡੀਆ ਵਾਲਾ, ਉਹਦੀ ਰਿਪੋਰਟ ਆ ਰਹੀ ਹੈ, ਕਹਿੰਦੇ ਵੀ ਇਨ ਕੇਸ ਉਹ ਕੇਸ ਦੇ ਕੇਸਿਸ ਵੱਧ ਗਏ, ਫੇਰ ਕੀ ਕਰਾਂਗੇ। ਹੁਣ ਮਿਸਟਰ ਫੋਰਡ ਨੇ ਪਿਛਲੇ ਮਹੀਨੇ 14 ਤਰੀਕ ਨੂੰ ਜਿਹੜਾ ਉਹਨਾਂ ਨੇ ਡਿਸੀਜਨ ਲਿਆ ਸੀਗਾ, ਉਹ ਦੂਜੇ ਦਿਨ ਉਹਨੂੰ ਬਦਲਣਾ ਪਿਆ ਸੀਗਾ। ਉਹ 2 ਡਿਸੀਜਨ ਆਏ ਸੀਗੇ ਲਾਕਡਾਊਨ ਦੇ ਬਾਰੇ ਸੀਗੇ, ਈਵਨ ਗਰਾਊਂਡਸ ਵੀ ਬੰਦ ਕਰਤੀਆਂ ਸੀਗੀਆਂ, ਈਵਨ ਪੁਲਿਸ ਨੇ ਪੁਲਿਸ ਨੂੰ ਅਥਾਰਟੀ ਦਿੱਤੀ ਗਈ ਸੀ, ਪੁਲਿਸ ਨੇ ਜਵਾਬ ਦੇ ਦਿੱਤਾ ਸੀਗਾ, ਔਰ ਓਵਰਨਾਈਟ ਨਾਟ ਵਿਦਨ 5-10 ਆਵਰਸ ਉਹ ਸਾਰਾ ਡਿਸੀਜਨ ਵਾਪਸ ਲੈਣਾ ਪਿਆ ਸੀ। ਮਿਸਟਰ ਫੋਰਡ ਹੁਣ ਜਦੇ ਉਹਨਾਂ ਦੀ ਨੰਬਰ ਥੱਲੇ ਚਲਾ ਗਿਆ ਸੀ। ਮਿਸਟਰ ਫੋਰਡ ਹੁਣ ਉਹ ਰਿਸਕ ਨਹੀਂ ਲੈਣਾ ਚਾਹੁੰਦੇ। ਹੁਣ ਦੇਖੋ ਵੈਨਸਡੇ ਨੂੰ ਇਹ 'ਚ ਕੁਝ ਸ਼ਾਇਦ ਆ ਜਾਵੇ। ਹਜੇ ਤੱਕ ਜਿਹੜੀ ਖਬਰ ਹੈਗੀ ਆ, ਜਿਹੜੀ ਕਹਿੰਦੇ ਅੰਦਰਲੇ ਸਰੋਤ ਹੈਗੇ ਆ, ਉਹ ਇਹ ਦੱਸ ਰਹੇ ਨੇ ਸ਼ਾਇਦ ਸਕੂਲ ਨਾ ਖੁੱਲ੍ਹਣ। ਜੀ ਬਿਲਕੁਲ, ਆਲਮੋਸਟ ਇਹ ਤੈਅ ਹੋ ਹੀ ਚੁੱਕਿਆ ਕਿ ਇਸ ਵਾਰੀ ਹਜੇ ਇਹ ਡਿਕਲੇਅਰ ਨਹੀਂ ਕੀਤਾ ਜਾਏਗਾ। ਉਹਨਾਂ ਨੇ ਇਹੀ ਕਿਹਾ ਗਿਆ ਕਿ ਹਜੇ ਸਕੂਲਸ ਓਪਨ ਨਹੀਂ ਹੋਣਗੇ। ਆਪਾਂ ਵਾਪਸ ਆਈਏ, ਆਪਾਂ ਮਾਰਗੇਜਸ ਦੀ ਗੱਲ ਕਰਦੇ ਪਏ ਸੀ। ਸੋ ਤੁਹਾਨੂੰ ਲੱਗ ਰਿਹਾ ਸਰ ਆਉਣ ਵਾਲੇ ਸਮੇਂ ਵਿੱਚ ਸਾਡੇ ਵਰਗੀ ਜਨਰੇਸ਼ਨ ਛੇਤੀ ਕਰ ਲੈ ਸਕੇਗੀ? ਮੈਂ ਤਾਂ ਕਹਿੰਦਾ ਜਿੰਨੀ ਛੇਤੀ ਤੁਸੀਂ ਲਓਗੇ ਤਾਂ ਹੀ ਜਿਹੜੇ ਸਾਡੇ ਵਰਗੇ ਵੇਚ ਕੇ ਛੋਟੇ ਕਾਂਡੋ 'ਚ ਜਾਣਗੇ। ਇਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਕਿ ਜੋ ਹਾਲਾਤ ਨੇ ਤਰਨ ਇਹ ਇੰਨੇ ਸਾਜ਼ਗਾਰ ਨਹੀਂ ਹੈ, ਕਿਉਂਕਿ ਰੀਅਲ ਸਟੇਟ ਇਸ ਵੇਲੇ ਮਹਿੰਗੀ ਹੋਈ ਇੰਨੀ ਜ਼ਿਆਦਾ ਹੋ ਚੁੱਕੀ ਹੈ। ਅੱਛਾ, ਰੀਅਲ ਸਟੇਟ ਮਹਿੰਗੀ ਹੋ ਰਹੀ ਹੈ, ਜਿਹੜੇ ਵੇਜਸ ਹੈ ਉਹ ਉਸ ਰੇਸ਼ੋ ਦੇ ਨਾਲ ਵੱਧ ਨਹੀਂ ਰਹੇ। ਇਹ ਜਿਹੜੀ ਇਨਵੈਸਟਮੈਂਟ ਹੈ ਕਿਤੋਂ ਹੋਰ ਆ ਰਹੀ ਹੈ, ਇਟ ਮੀਨਸ ਪੈਸਾ ਉੱਥੇ ਲੱਗ ਰਿਹਾ, ਬਿਡਿੰਗ ਹੋ ਰਹੀ ਹੈ। ਕਿੱਥੋਂ ਆ ਰਿਹਾ? ਜੇ ਇੱਥੋਂ ਲੋਕਾਂ ਨੇ ਲੈਣਾ ਹੋਵੇ ਤਾਂ ਲੋਕ ਬਿਡ ਨਹੀਂ ਦੇਣਗੇ। ਐਡੀਆਂ 1000 ਲੱਖ 2 ਲੱਖ ਮਿਲੀਅਨ ਤੱਕ ਘਰ ਉੱਪਰ ਨਹੀਂ ਜਾਏਗਾ। ਇਹ ਬਾਹਰੀ ਇਨਵੈਸਟਮੈਂਟ ਰਹੀ, ਉਹਦੇ ਕਰਕੇ ਜਿਹੜੇ ਇੱਥੇ ਤੁਹਾਡੇ ਵਰਗੇ ਬੱਚੇ ਹੈਗੇ ਆ ਉਹਨਾਂ ਵਾਸਤੇ ਅਨਲੈਸ ਕੋਈ ਸਪੋਰਟ ਹੈਗੀ ਆ, ਇਹ ਲੱਕੀ ਹੈ ਜਿਹੜੀ ਸਾਡੀ ਕਮਿਊਨਿਟੀ ਹੈਗੀ ਆ, ਪੇਰੈਂਟਸ ਆਮ ਮਦਦ ਕਰ ਦਿੰਦੇ ਆ। ਅਦਰਵਾਈਜ਼ GTA ਦੇ ਵਿੱਚ ਗ੍ਰੇਟਰ ਟੋਰਾਂਟੋ ਏਰੀਆ, GVA ਗ੍ਰੇਟਰ ਵੈਨਕੂਵਰ ਏਰੀਆ, ਉਹਨਾਂ ਏਰੀਆ ਦੇ ਵਿੱਚ ਜਿਹੜਾ ਬੱਚਾ ਅੱਜ ਯੂਨੀਵਰਸਿਟੀ ਚੋਂ ਡਿਗਰੀ ਕਰਕੇ ਨਿਕਲਿਆ ਔਰ ਉਹਦੇ ਸਿਰ ਤੇ ਲੋਨ ਵੀ ਆ, ਉਹਨੇ ਐਜੂਕੇਸ਼ਨ ਦਾ ਲੋਨ ਲਿਆ ਹੈ, ਉਹ ਲੋਨ ਵੀ ਆ, ਉਹ GTA 'ਚ ਕਰ ਲੈਣਾ ਉਹਦੇ ਵਾਸਤੇ ਬਹੁਤ ਮੁਸ਼ਕਿਲ ਹੈ। ਬਿਲਕੁਲ ਸਰ। ਉੱਤੋਂ ਹੀ ਦੂਜੇ ਪਾਸੇ ਤੁਸੀਂ ਇਹ ਦੇਖੋ ਕਿ ਪਹਿਲਾਂ ਸਮਾਂ ਹੁੰਦਾ ਸੀ ਕਿ ਲੋਕੀ ਇੱਥੇ ਪੈਸੇ ਕਮਾ ਕੇ ਪਿੱਛੇ ਇਨਵੈਸਟਮੈਂਟ ਕਰਦੇ ਸੀ, ਪਿੱਛੇ ਪੈਸੇ ਭੇਜੇ ਜਾਂਦੇ ਸੀ, ਪਰ ਹੁਣ ਲੋਕੀ ਪਿੱਛੋਂ ਪੈਸੇ ਲੈ ਕੇ ਇੱਥੇ ਇਨਵੈਸਟਮੈਂਟ ਕਰਨ ਦੀਆਂ ਕੋਸ਼ਿਸ਼ਾਂ 'ਚ ਨੇ। ਸੋ ਦਰਸ਼ਕ ਵੀ ਨਾਲ ਦੇ ਨਾਲ ਜੁੜ ਗਏ ਨੇ। ਸਵਰ ਟੀਮ ਨੂੰ ਕਵਾਂਗੇ ਕਿ ਕਰਕੇ ਕਾਲਸ ਜਿਹੜੀਆਂ ਫਾਰਵਰਡ ਕੀਤੀਆਂ ਜਾਣ। ਸਰ ਗੱਲ ਕਰ ਰਹੀ ਸੀ ਮੈਂ, ਪਿੱਛੋਂ ਹੁਣ ਪੈਸੇ ਲੈ ਕੇ ਇੱਥੇ ਇਨਵੈਸਟਮੈਂਟ ਕੀਤੀ ਜਾ ਰਹੀ ਹੈ ਕਿਉਂਕਿ ਛੇਤੀ ਇੱਥੇ ਜਿਸ ਤਰੀਕੇ ਨਾਲ ਅਸੀਂ ਦੇਖ ਲਈਏ ਬਰੈਂਪਟਨ ਹੀ ਛੇਤੀ ਘਰ ਨੂੰ ਹੱਥ ਨਹੀਂ ਲੱਗਦਾ, ਮਿਲੀਅਨਸ ਦਾ ਆਮ ਹੋ ਚੁੱਕਿਆ ਵਾ। ਤੇ ਕਹਿੰਦੇ ਮੈਜੋਰਟੀ ਆਫ ਦਾ ਬਰੈਂਪਟਨਸ ਦੇ ਜਿਹੜੇ ਯੂਥ ਹੈਗਾ ਉਹਨਾਂ ਨੂੰ ਲੱਗਦਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਘਰ ਨਹੀਂ ਲੈ ਸਕਾਂਗੇ। ਗੱਲ ਕਰਾਂਗੇ, ਦਰਸ਼ਕ ਜੁੜ ਗਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਕਹਿਣਾ, ਅਸੀਂ ਐਕਸਪੋਰਟ ਤੋਂ ਬੋਲਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕਹਿਣ ਕਿੱਦਾਂ, ਤੇਰੀ ਸਿਹਤ ਠੀਕ ਹੈ? ਤੈਨੂੰ ਬਹੁਤ ਮਿਸ ਕੀਤਾ ਸੀ। ਬਿਲਕੁਲ ਜੀ, ਠੀਕ ਠਾਕ ਹਾਂ ਜੀ। ਹੁਣ ਤੁਹਾਡੇ ਸਾਹਮਣੇ ਦੇਖੋ ਪ੍ਰੋਗਰਾਮ ਕਰ ਰਹੀ ਹਾਂ ਮੈਂ। ਅੱਛਾ ਠੀਕ ਹੈ, ਬਹੁਤ ਵਧੀਆ। ਤੁਹਾਡੇ ਨਾਲ ਇਹ ਪ੍ਰੋਗਰਾਮ ਵਧੀਆ ਲੱਗਦਾ ਆ। ਸ਼ੁਕਰੀਆ ਜੀ, ਸ਼ੁਕਰੀਆ। ਸਾਰੀ ਟੀਮ ਦਾ ਜੀ ਐਫਰਟ ਹੁੰਦਾ ਆ, ਪੂਰੀ ਟੀਮ ਮਿਲ ਕੇ ਕੰਮ ਕਰਦੀ ਆ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਦੌਰਾਨ ਵੀ ਪ੍ਰੋਗਰਾਮ ਦੇ ਵਿੱਚ ਨਾਲ ਬਣੇ ਰਹੇ ਹੋ, ਆਪਣਾ ਸਾਥ ਦਿੱਤਾ। ਨੱਥ ਜੀ ਨੂੰ ਥੈਂਕ ਯੂ। ਹਾਂ ਚਲੋ ਠੀਕ ਹੈ, ਬਸ ਇਹ ਪੁੱਛਣਾ ਸੀਗਾ। ਸੋ ਨਾਈਸ ਸਰ, ਥੈਂਕ ਯੂ ਕਾਲ ਕਰਨ ਲਈ। ਹੁਣ 1 ਮਿਲੀਅਨ ਤੋਂ ਉੱਪਰ ਐਵਰੇਜ ਘਰ GTA ਦੇ 1.09 11 ਲੱਖ ਦਾ ਘਰ। 11 ਲੱਖ ਵਾਸਤੇ ਤੁਸੀਂ 20% ਵੀ ਡਾਊਨ ਦੇਣਾ, ਤੁਸੀਂ ਦੇਖ ਲਓ 2 ਲੱਖ ਤੋਂ ਉੱਪਰ ਡਾਊਨ ਦੇਣਾ, ਰਾਈਟ। 2 ਲੱਖ ਬੱਚਾ ਜਿਹੜਾ ਯੂਨੀਵਰਸਿਟੀ ਐਸ ਵੇਲੇ ਨਿਕਲਿਆ ਉਹ ਕਦੋਂ ਕਮਾਏਗਾ? ਅੱਛਾ, ਜਦੋਂ ਉਹ 2 ਲੱਖ ਕਮਾਏਗਾ ਤੇ ਉਦੋਂ ਜਿਹੜਾ 1.11 ਲੱਖ ਦਾ ਘਰ ਹੈਗਾ 11 ਲੱਖ ਦਾ ਰਹੇਗਾ? ਨਹੀਂ, ਇੱਕ ਪਤਾ ਨਹੀਂ ਕਿੱਥੇ ਚਲਾ ਜਾਏਗਾ। ਉਹ ਸਾਰਾ ਰੁਕਾ ਪੈ ਜਾਂਦਾ ਕਿ ਵੀ ਰੀਅਲ ਸਟੇਟ ਦਾ। ਪਰ ਰੀਅਲ ਸਟੇਟ ਜਦੋਂ ਕਰੈਕਸ਼ਨ ਕਹਿੰਦੇ ਆਪਾਂ, ਇਹ ਜਿਹੜੀ ਸੋ ਕਾਲਡ ਮਾਰਕੀਟ ਟਰਮ ਹੈਗੀ, ਕਰੈਕਸ਼ਨ ਆਉਂਦੀ ਹੈ ਜੀ। ਜੇ ਕਰੈਕਸ਼ਨ ਆ ਵੀ ਜਾਂਦੀ ਹੈ, ਲੈਟਸ ਸੇ 10% ਕਰੈਕਸ਼ਨ, 10% ਨਾਲ ਲੱਖ ਹੀ ਘਟਦਾ ਹੈ। 11 ਲੱਖ ਦਾ ਨਾ 10 ਲੱਖ ਦਾ ਰਹਿ ਗਿਆ, 10 ਲੱਖ ਦਾ ਰਹਿ ਗਿਆ। 10 ਲੱਖ ਵਾਸਤੇ ਫਿਰ ਰਾਈਟ, ਇਟਸ ਨਾਟ ਈਜ਼ੀ। ਇਹ ਜਿਹੜੀ ਗੱਲ ਹੈ ਹੱਥੋਂ ਬਾਹਰ ਜਾ ਰਹੀ ਹੈ। ਇਹ ਦੇਸ਼ ਇੱਕ ਤਾਂ ਸੇਫ ਬੜਾ, ਦੁਨੀਆ ਦਾ ਮੈਂ ਹਮੇਸ਼ਾ ਕਹਿੰਦਾ ਵਨ ਆਫ ਦਾ ਬੈਸਟ ਪਲੇਸਿਸ ਟੂ ਲਿਵ ਇਨ ਦਾ ਵਰਲਡ। ਇਹ ਚੀਜ਼ਾਂ ਵੀ ਅਟਰੈਕਟ ਕਰਦੀਆਂ ਨੇ, ਅਗਲਾ ਕਹਿੰਦਾ ਵੀ ਕਿਉਂ ਨਾ। ਤੇ ਜਿਹੜੇ ਤੁਸੀਂ ਕਹਿੰਦੇ ਪਿੱਛੋਂ ਪੈਸੇ ਲੈ ਕੇ ਆ ਰਹੇ ਆ, ਹੁਣ ਕੋਈ ਸਮਾਂ ਸੀਗਾ ਪੈਸਾ ਇੱਥੋਂ ਜਾਂਦਾ ਸੀਗਾ, ਇੱਥੋਂ ਦੇ ਪੋਲੀਟੀਸ਼ੀਅਨਸ ਨੂੰ ਇਸ ਗੱਲ ਦਾ ਫਿਕਰ ਸੀਗਾ। ਮੈਂ ਤਾਂ ਉਸ ਗੱਲ ਤੇ ਉਸ ਸਮੇਂ ਤੇ ਵੀ ਆ ਜਾਂਦਾ। ਇੱਥੋਂ ਦੇ ਪੋਲੀਟੀਸ਼ੀਅਨ ਨੂੰ ਇਸ ਗੱਲ ਦਾ ਫਿਕਰ ਸੀਗਾ ਵੀ ਇਹ ਗੱਲ ਕੀ ਹੈ, ਇਹ ਆਏ ਇੰਡੀਆ ਚੋਂ ਆ, ਇਹ ਘੰਟੇ ਇੱਥੇ ਰਹਿੰਦੇ ਆ, ਪੈਸਾ ਕਮਾਉਂਦੇ, ਪੈਸਾ ਪਿੱਛੇ ਭੇਜਦੇ, ਅਸੀਂ ਇਹ ਕੁਛ ਕੀਤਾ, ਜ਼ਮੀਨਾਂ ਪਿੱਛੇ ਨਹੀਂਆਂ ਨੇ। ਅਸੀਂ ਕੋਸ਼ਿਸ਼ ਹਰੇਕ, ਕੋਈ ਮੰਨੇ ਨਾ ਮੰਨੇ, ਕੋਈ ਪਾਰਟੀ ਹੈਗਾ ਜਾਂ ਨਹੀਂ ਹੈਗਾ, ਉਹਨੇ ਜਾ ਕੇ ਆਪਦਾ ਨੋਰਮਲ ਘਰਾਂ ਚੋਂ ਆਏ ਸੀਗੇ, ਨੋਰਮਲ ਘਰਾਂ ਚੋਂ ਉਹਨਾਂ ਦੇ ਘਰ ਦੀਆਂ ਹਾਲਤ ਬੈਟਰ ਕੀਤੀ ਹੈ, ਚੰਗੀ ਕੀਤੀ ਹੈ। ਉਹ ਘਰਾਂ ਦੀ ਹਾਲਤ ਗੁੱਡ ਹੋ ਗਈ, ਜ਼ਮੀਨਾਂ ਵੀ ਲੈ ਲਈਆਂ। ਹੁਣ ਪਿੱਛੇ ਜ਼ਮੀਨਾਂ ਦੀ ਕੀਮਤ ਵੀ ਵੱਧ ਗਈ, ਹੁਣ ਥੋੜਾ ਫਰਕ ਹੈ।
ਪਿੱਛੇ ਜ਼ਮੀਨਾਂ ਦੀ ਕੀਮਤ ਇੰਨੀ ਵਧੀ ਤੇ ਜਿਹੜੇ ਉਹ ਬੱਚੇ ਹੁਣ ਆ ਰਹੇ ਨੇ ਉਹ ਵੇਚ ਵੱਟ ਕੇ ਇੱਥੇ ਆ ਗਏ, ਉਹ ਇੱਥੇ ਆ ਕੇ ਕਰ ਰਹੇ ਨੇ। ਉਹੀ ਜਿਹੜਾ ਪੈਸਾ ਪਿੱਛੇ ਗਿਆ ਸੀ ਉਹ ਕਈ ਗੁਣਾ ਵੱਧ ਕੇ ਵਾਪਸ ਇੱਥੇ ਆ ਕੇ ਇਨਵੈਸਟ ਹੋ ਰਿਹਾ। ਬਿਲਕੁਲ ਸਰ, ਤੇ ਆਪਾਂ ਅਗਲੀ ਖਬਰ ਵੱਲ ਫਿਰ ਅੱਗੇ ਵਧਦੇ ਹਾਂ। ਤੁਸੀਂ ਗੱਲ ਕਰ ਰਹੇ, ਆਪਾਂ ਕੈਨੇਡੀਅਨਸ ਦੀ ਗੱਲ ਕਰ ਰਹੇ ਹਾਂ, ਕੈਨੇਡੀਅਨਸ ਦੀ ਗੱਲ ਦੇ ਉੱਤੇ ਵੀ ਆਵਾਂਗੇ। ਸੋ ਫਾਈਨਲੀ ਹੁਣ ਆਫਿਸ ਬੈਕ ਟੂ ਵਰਕ ਸ਼ੁਰੂ ਹੋਣ ਵਾਲਾ ਆ, ਇੱਥੇ ਲਾਕਡਾਊਨ ਖਤਮ ਹੋਣ ਵਾਲਾ। ਸੋ ਕੈਨੇਡੀਅਨਸ ਇਸ ਦੇ ਬਾਰੇ ਵਿੱਚ ਕੀ ਸੋਚ ਰਹੇ ਨੇ, ਇਹਦੇ ਬਾਰੇ ਗੱਲ ਕਰਾਂਗੇ ਪਰ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆ ਲਓ ਜੀ, ਮੂੰਹ ਮਿੱਠਾ ਕਰੋ। ਇਹ ਕੀ ਤੁਸੀਂ ਬੜੇ ਖੁਸ਼ ਨਜ਼ਰ ਆ ਰਹੇ ਹੋ? ਮੇਰੇ ਭਾਂਜਿਆਂ ਦਾ ਰਿਸ਼ਤਾ ਜੋ ਹੋ ਗਿਆ। ਓਹੋ, ਇੰਡੀਆ ਵਾਲੇ ਦਾ? ਨਹੀਂ, ਦੋਨਾਂ ਦਾ ਹੀ, ਆਸਟ੍ਰੇਲੀਆ ਵਾਲੇ ਦਾ ਵੀ ਤੇ ਇੰਡੀਆ ਵਾਲੇ ਦਾ ਵੀ। ਫਿਰ ਤੇ ਕਮਾਲ ਹੀ ਹੋ ਗਿਆ। ਇੱਕ ਮਾਲਤਾ ਵਿਚੋਲਾ ਵਾਲਿਆਂ ਨੇ ਕੀਤਾ। ਓਹ, ਨਾ ਕੋਈ ਝੂਠ ਤੇ ਨਾ ਕੋਈ ਓਲਾ। ਹਮਦਰ ਟੀਵੀ ਤੇ ਧੁੰਮਾ ਪਾਏ ਵਿਚੋਲਾ। ਜੇ ਤੁਸੀਂ ਵੀ ਰਿਸ਼ਤੇ ਲੱਭਦੇ ਲੱਭਦੇ ਥੱਕ ਗਏ ਹੋ ਤੇ ਸਮਝੋ ਤੁਹਾਡੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ। ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਕਰੋੜਾਂ ਪੰਜਾਬੀ ਭਾਰਤੀਆਂ ਲਈ ਅਸੀਂ ਲੈ ਕੇ ਆਉਂਦੇ ਹਾਂ ਹਰ ਉਮਰ, ਹਰ ਕਾਸਟ, ਹਰ ਸਟੇਟਸ ਦੇ ਨਵੇਂ-ਨਵੇਂ ਰਿਸ਼ਤੇ। ਅਸੀਂ ਮੈਰਿਜ ਬਿਊਰੋ ਨਹੀਂ ਆ, ਅਸੀਂ ਰਿਸ਼ਤੇ ਕਰਵਾਉਂਦੇ ਨਹੀਂ, ਰਿਸ਼ਤਿਆਂ ਵਾਲੇ ਆਪਣੇ ਆਪ ਚੱਲ ਕੇ ਤੁਹਾਡੇ ਕੋਲ ਆਉਂਦੇ ਆ। ਟੀਵੀ, ਅਖਬਾਰ, ਸੋਸ਼ਲ ਮੀਡੀਆ ਰਾਹੀਂ ਚਾਹਵਾਨ ਸੱਜਣ ਤੁਹਾਨੂੰ ਆਪ ਸੰਪਰਕ ਕਰਨਗੇ। ਤੇ ਫਿਰ ਕੀ ਹੈ, ਹੁਣ ਬਸ ਫੋਨ ਉਠਾਓ, ਨੰਬਰ ਘੁਮਾਓ ਤੇ ਆਪਣਾ ਮਨਪਸੰਦ ਜੀਵਨ ਸਾਥੀ ਪਾਓ। ਤੁਸੀਂ ਸਿਰਫ ਵਨ ਟਾਈਮ ਚਾਰजेस ਦੇਣੇ ਹਨ, ਕੋਈ ਹਿਡਨ ਚਾਰजेस, ਕੋਈ ਹਿਡਨ ਫੀਸ ਨਹੀਂ ਹੈ। ਤੇ ਸਾਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 9057919999। ਸਾਨੂੰ ਤੁਸੀਂ WhatsApp ਤੇ ਵੀ ਸੰਪਰਕ ਕਰ ਸਕਦੇ ਹੋ 6048078610 ਜਾਂ ਸਾਡਾ ਇੰਡੀਆ ਵਾਲਾ ਨੰਬਰ ਨੋਟ ਕਰ ਲਓ 9814180582। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ ਪ੍ਰੋਗਰਾਮ ਨਿਊਜ਼ ਐਂਡ ਵਿਊਜ਼ ਦੇ ਵਿੱਚ। ਤੇ ਗੱਲਬਾਤ ਕਰ ਰਹੇ ਹਾਂ ਹੁਣ ਕੈਨੇਡੀਅਨਸ ਦੀ ਗੱਲ ਕਰ ਲੈਂਦੇ ਹਾਂ। ਤੇ ਸਰ, ਕੈਨੇਡੀਅਨਸ ਦੀ ਗੱਲ ਇੱਦਾਂ ਹੈ ਕਿ ਲਗਭਗ 1.5 ਸਾਲ ਤੋਂ ਘਰਾਂ ਵਿੱਚ ਬਹਿ ਕੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ, ਵਰਕ ਫਰੋਮ ਹੋਮ। ਜਦੋਂ ਸ਼ੁਰੂਆਤ ਵਿੱਚ ਟ੍ਰੈਂਡ ਪਿਆ ਸੀ, ਸਭ ਨੂੰ ਬਹੁਤ ਔਖਾ ਲੱਗ ਰਿਹਾ ਸੀ ਕਿ ਘਰਾਂ 'ਚ ਬੈਠੇ ਰਹੋ, ਸਾਰਾ ਦਿਨ ਬਾਹਰ ਨਹੀਂ ਨਿਕਲਣ ਨੂੰ ਮਿਲ ਰਿਹਾ, ਕੁਝ ਨਹੀਂ ਹੋ ਰਿਹਾ। ਉਦੋਂ ਆਪਾਂ ਨੂੰ ਵੀ ਕਾਫੀ ਕਾਲਸ ਆਈਆਂ ਨੇ ਕਿ ਅਸੀਂ ਘਰੇ ਬਹਿ ਕੇ ਅੱਕ ਗਏ ਹਾਂ। ਹੁਣ ਜਦੋਂ ਸਭ ਕੁਝ ਖੁੱਲ ਰਿਹਾ, ਹੌਲੀ ਹੌਲੀ ਕਰਕੇ ਕੰਮਾਂ ਕਾਰਾਂ ਤੇ ਵਾਪਸ ਪਰਤਣ ਦੇ ਦਿਨ ਆ ਰਹੇ ਨੇ। ਹੁਣ ਕਹਿੰਦੇ ਮੈਜੋਰਟੀ ਆਫ ਦਾ ਕੈਨੇਡੀਅਨਸ ਨਹੀਂ ਚਾਹੁੰਦੇ ਕਿ ਅਸੀਂ ਵਾਪਸ ਆਫਿਸ ਜਾਈਏ, ਘਰਾਂ 'ਚ ਬਹਿ ਕੇ ਕੰਮ ਕਰਨਾ ਹੁਣ ਜ਼ਿਆਦਾ ਈਜ਼ੀ ਲੱਗਦਾ ਆ। ਇਹ ਸਾਰਾ ਡਿਪੈਂਡ ਕਰਦਾ ਹੁਣ ਜਿਹੜੀਆਂ ਇੰਸਟੀਟਿਊਸ਼ਨਸ ਨੇ ਜਿੱਥੇ ਤੁਸੀਂ ਕੰਮ ਕਰਦੇ ਸੀਗੇ, ਉਹਨਾਂ ਨੇ ਹੁਣ ਤੱਕ ਕੀ ਕੀਤਾ। ਉਹਨਾਂ ਨੇ ਹੁਣ ਤੱਕ ਜਿਹੜੀ ਆਪਣੀ ਰੀਅਲ ਸਟੇਟ ਆ ਉਹ ਵੇਚੀ ਨਹੀਂ ਹੈ। ਰੀਅਲ ਸਟੇਟ ਉਹਨਾਂ ਦੀ ਉਵੇਂ ਦੀ ਉਵੇਂ ਪਈ ਆ, ਕਿਸੇ ਨੇ ਵੇਚੀ ਨਹੀਂ ਹੈ। ਜੇ ਵੇਚੀ ਹੋਵੇ ਉਹ ਤਾਂ ਇਟ ਮੀਨਸ ਤੁਸੀਂ ਸਾਰੇ ਘਰੋਂ ਕੰਮ ਕਰੋਗੇ। ਉਹਨਾਂ ਨੇ ਕਿਉਂ ਨਹੀਂ ਵੇਚੀ? ਉਹ ਇਸੇ ਕਰਕੇ ਨਹੀਂ ਵੇਚੀ ਕਿ ਉਹਨਾਂ ਨੂੰ ਪਤਾ ਹੈ ਮੁੜ ਕੇ ਕੰਮ ਤੇ ਆਉਣਾ। ਕੰਮ ਦਾ ਢੰਗ ਬਦਲੇਗਾ। ਕੰਮ ਦਾ ਢੰਗ ਇਹ ਬਦਲੇਗਾ ਕਿ ਤੁਸੀਂ ਪੱਕਾ ਡੈਸਕ ਨਹੀਂ ਹੈ ਤੁਹਾਡਾ, ਜਿਹੜਾ ਡੈਸਕ ਤੇ ਤੁਸੀਂ ਕੰਮ ਕਰਦੇ ਹੋ। ਡੈਸਕ ਡਿਫਰੈਂਟ ਹੋਏ, ਉਹ ਇੱਕ ਡੈਸਕ ਹੋਏਗਾ, ਇੱਕ ਦਿਨ ਤੁਸੀਂ ਉੱਥੇ ਕੰਮ ਕਰਨਾ ਹੋਊਗਾ, ਇੱਕ ਦਿਨ ਮੈਂ ਉੱਥੇ ਕੰਮ ਕਰਨਾ ਹੋਊਗਾ। ਤੁਸੀਂ ਆਪਣਾ ਸਮਾਨ ਚੱਕੋਗੇ, ਆਪਦਾ ਘਰ ਚੱਲਾਂਗੇ। ਹੁਣ ਤਾਂ ਕਈ ਲੋਕੀ ਐਸੇ ਹਨ ਜਿਹੜੇ ਅੱਕ ਗਏ ਨੇ ਘਰੇ ਕੰਮ ਕਰਦੇ ਕਰਦੇ। ਜਿਹੜੇ ਹੋਟਲਸ ਖਾਲੀ ਪਏ ਨੇ, ਇਹ ਹੋਟਲਸ ਨੇ ਨਵਾਂ ਕੰਮ ਸ਼ੁਰੂ ਕੀਤਾ। ਤੁਸੀਂ ਹੋਟਲ ਦੇ ਵਿੱਚ ਕਮਰਾ ਰੈਂਟ ਕਰ ਸਕਦੇ ਹੋ। ਰੈਂਟ ਉਹ ਤਾਂ ਤੁਸੀਂ ਹੋਟਲ ਜਾ ਨਹੀਂ ਸਕਦੇ, ਤੁਸੀਂ ਹੋਟਲ ਦੇ ਵਿੱਚ ਕਮਰਾ ਰੈਂਟ ਕਰਦੇ ਹੋ ਐਜ਼ ਅ ਆਫਿਸ। ਤੁਸੀਂ ਸਾਰਾ ਦਿਨ ਉੱਥੇ ਆਪਣਾ ਆਫਿਸ ਦੇ ਵਾਂਗੂ ਕੰਮ ਕਰਕੇ ਆਉਂਦੇ ਹੋ ਤੇ ਘਰੇ ਚਲੇ ਜਾਂਦੇ ਹੋ। ਤੁਹਾਨੂੰ ਇਉਂ ਲੱਗਦਾ ਤੁਸੀਂ ਘਰੋਂ ਗਏ ਸੀਗੇ, ਤੁਸੀਂ ਆਫਿਸ ਕੰਮ ਕਰਕੇ ਆਏ, ਤੁਸੀਂ ਘਰੋਂ ਵਾਪਸ ਆ ਗਏ ਹੋ। ਅਗਲਾ ਕਿਆ ਹੈ, ਹਜੇ ਇਸੇ ਕਰਕੇ ਜਿਹੜੀਆਂ ਕੰਪਨੀਆਂ ਨੇ ਉਹਨਾਂ ਨੇ ਰੀਅਲ ਸਟੇਟ ਵੇਚੀ ਨਹੀਂ ਹੈ। ਇਟ ਵਿਲ ਚੇਂਜ, ਇਟਸ ਨਾਟ ਗੋਇੰ ਟੂ ਬੀ ਦ ਸੇਮ ਕਿ ਤੁਸੀਂ ਘਰੋਂ ਹੀ ਕੰਮ ਕਰੋਗੇ। ਤੁਹਾਨੂੰ ਕੰਮ ਤੇ ਜ਼ਰੂਰ ਜਾਣਾ ਪਿਆ ਕਰੇਗਾ। ਕੰਮ ਤੇ ਹੋ ਸਕਦਾ ਤੁਹਾਨੂੰ ਅੱਧੇ ਦਿਨ ਜਾਣਾ ਪਵੇ, ਹੋ ਸਕਦਾ ਕੁਝ ਘੰਟੇ ਜਾਣਾ ਪਵੇ। ਇਸ ਮੁਤਾਬਕ ਤਾਂ ਜਿਹੜੀਆਂ ਰੀਅਲ ਸਟੇਟ ਹੈਗੀ ਆ ਉਹਨਾਂ ਨੇ ਰੱਖੀ ਹੋਈ ਆ। ਫਿਰ ਉਹ ਘਟਾਉਣ ਲੱਗਣਗੇ ਵੀ ਕਿਹੜੇ, ਜੇ ਰੋਟੇਸ਼ਨ ਕਰਨੀ ਹੈਗੀ ਤਾਂ ਕਿਹੜੇ ਹਿਸਾਬ 'ਚ ਇੰਪਲੋਈਜ਼ ਆਇਆ ਕਰਨਗੇ। ਬਟ ਇਟ ਇਜ਼ ਚੇਂਜਿੰਗ, ਇਟ ਵਿਲ ਚੇਂਜ ਐਸ ਵੈਲ। ਬਿਲਕੁਲ ਸਰ, ਤੇ ਉਮੀਦ ਕਰਦੇ ਹਾਂ ਹੁਣ ਵਾਪਸ ਕੰਮਾਂ ਕਾਰਾਂ ਤੇ ਜਾਣਾ ਆ ਤੇ ਰੌਣਕਾਂ ਵੀ ਵਾਪਸ ਪਰਤਣਗੀਆਂ। ਸੋ ਓਨਟਾਰੀਓ ਦੇ ਵਿੱਚ ਵੀ ਹੁਣ ਛੇਤੀ ਲਾਕਡਾਊਨ ਖੁੱਲਣ ਜਾ ਰਿਹਾ। ਸੋ ਬਾਕੀ ਆਪਣੇ ਦਰਸ਼ਕਾਂ ਨੂੰ ਵੀ ਅਸੀਂ ਜ਼ਰੂਰ ਪੁੱਛਣਾ ਚਾਹਾਂਗੇ ਕਿ ਘਰਾਂ ਵਿੱਚ ਬਹਿ ਕੇ ਕੰਮ ਕਰਨਾ ਹੁਣ ਉਹਨਾਂ ਨੂੰ ਜ਼ਿਆਦਾ ਈਜ਼ੀ ਲੱਗਦਾ ਹੈ ਜਾਂ ਫਿਰ ਤੁਸੀਂ ਹੁਣ ਜਾਣਾ ਚਾਹੁੰਦੇ ਹੋ ਕਿ ਆਫਿਸ ਜਾਇਆ ਜਾਵੇ, ਉਵੇਂ ਰੈਡੀ ਹੋ ਕੇ ਸਵੇਰ ਦੀ ਜੌਬ ਤੇ ਨਿਕਲਣ। ਸਰ, ਵੈਸੇ ਤੁਹਾਨੂੰ ਕਿਵੇਂ ਜ਼ਿਆਦਾ ਬੈਟਰ ਲੱਗਦਾ ਸੀ? ਤੁਸੀਂ ਘਰੋਂ ਵੀ ਤੁਸੀਂ ਐਕਸਪੈਰੀਮੈਂਟ ਕਰਕੇ ਵੇਖਿਆ, ਘਰੋਂ ਵੀ ਨਿਊਜ਼ ਐਂਡ ਵਿਊਜ਼ ਕੀਤਾ ਲਾਈਵ, ਤੇ ਇੱਥੇ ਆ ਕੇ ਵੀ ਕਰਦੇ ਹੋ, ਕਿਹੜਾ ਜ਼ਿਆਦਾ ਬੈਟਰ ਲੱਗਿਆ? ਫਰੈਂਕਲੀ ਮੈਨੂੰ ਇੱਥੇ ਆ ਕੇ ਚੰਗਾ ਲੱਗਦਾ। ਕਿਉਂ? ਘਰੇ ਜਿਹੜਾ ਹੁਣ ਤਿਆਰ ਵੀ ਹੋਣਾ ਹੁੰਦਾ ਸੀ, ਨਿਊਜ਼ ਐਂਡ ਵਿਊਜ਼ ਹੁਣ 6 ਵਜੇ ਹੈ, ਠੀਕ ਹੈ। ਉਦੋਂ ਪਹਿਲਾਂ ਕੋਈ ਕੰਮ ਨਹੀਂ, ਤੁਹਾਨੂੰ ਸਾਰੀ ਦਿਹਾੜੀ ਵਿਹਲੇ ਤੁਰੇ ਫਿਰਦੇ ਹੋ। ਉਦੋਂ ਤੁਸੀਂ 5 ਵਜੇ ਨਹਾਉਣਾ ਹੀ ਪਹਿਲੀ ਤਾਂ ਗੱਲ ਹੈ, ਨਹਾਉਣਾ 5 ਵਜੇ, ਠੀਕ ਹੈ। ਉਸ ਵੇਲੇ ਆਪਦਾ ਤੁਸੀਂ ਸ਼ੁਰੂ ਕਰਨਾ, ਉਦੋਂ ਮੋਰੋਂ ਤੁਸੀਂ ਤਿਆਰ ਹੋਣਾ। 6-7 ਵਜੇ ਨਹੀਂ ਹੈ, ਤੁਸੀਂ ਦਸਤਾਰ ਫੇਰ ਲਾ ਦੇਣੀ ਹੈਗੀ ਹੈ। ਫਿਰ ਜਿਹਨੂੰ ਕਹਿੰਦੇ ਉੱਧਰ ਜਾਣਾ ਤੁਸੀਂ ਉਸ ਹਿਸਾਬ ਦੇ ਵਿੱਚ। ਆਹ ਚੰਗਾ ਇੱਥੇ, ਕਿਉਂਕਿ
ਤਾਂ ਆਫਿਸ 'ਚ ਕੰਮ ਹੋਰ ਬੜੇ ਕਰਨ ਵਾਲੇ ਹੁੰਦੇ ਹੈਗੇ ਆ, ਤੁਸੀਂ ਘਰੋਂ ਤਿਆਰ ਹੁੰਦੇ ਹੋ, ਤੁਹਾਡਾ ਰੂਟੀਨ ਬਣਿਆ ਹੋਇਆ, ਅਸੀਂ ਤਿਆਰ ਹੁੰਦੇ ਹਾਂ ਬਿਲਕੁਲ। ਤੁਸੀਂ ਹੁਣ ਤੁਸੀਂ 2 ਹਫ਼ਤੇ ਲਾਈ ਹੈ, ਇਟਸ ਆਈ ਡੋਂਟ ਥਿੰਕ ਇਟ ਵਾਸ ਈਜ਼ੀ ਫॉर ਯੂ, ਰਾਈਟ? ਬਿਲਕੁਲ ਵੀ ਨਹੀਂ, ਐਵੇਂ ਤਾਂ ਕੋਈ ਵੀ ਨਾ ਤਰਨ ਨਾਲ ਜਿੰਨੀ ਵਾਰੀ ਗੱਲ ਕੀਤੀ ਹੈ ਜੀ ਤਰਨ ਦੇ ਨਾਲ, ਤੇ ਤਰਨ ਤਾਂ ਕਹਿੰਦੀ ਸੀ ਮੈਂ ਜਿੱਥੇ ਵੀ ਗਿਆ ਮੈਂ ਉੱਥੋਂ ਬਾਹਰ ਨਿਕਲਣਾ। ਇਟਸ ਨਾਟ ਈਜ਼ੀ ਜਿਹੜੇ ਤੁਸੀਂ ਘਰੋਂ ਕੰਮ ਕਰਦੇ ਹੋ ਜੋ, ਤਾਂ ਆਈ ਰੀਅਲੀ ਐਪਰੀਸ਼ੀਏਟ ਦੈਟ ਤੁਸੀਂ ਜਿਹੜੇ ਤੁਹਾਡਾ 'ਚ ਇੰਨਾ ਹਾਜ਼ਮਾ ਹੈਗਾ। ਜਿਹੜੇ ਸਮ ਪੀਪਲ ਡੂ ਲਾਈਕ ਇਟ ਐਜ਼ ਵੈਲ, ਉਹ ਚਾਹੁੰਦੇ ਵੀ ਹਾਂ ਅਸੀਂ ਕੰਮ ਕਰਦੇ ਸੀ, ਠੀਕ ਹੈ, ਕਿਉਂਕਿ ਬੱਚਿਆਂ ਦੀ ਕੇਅਰ ਕਰਨੀ ਸੌਖੀ ਹੈ, ਬਾਕੀ ਕੰਮ ਕਰਨੇ ਸੌਖੇ ਹੈਗੇ ਆ, ਨਾਲ ਹੋਰ ਕੰਮ ਵੀ ਹੋ ਜਾਂਦੇ ਹੈਗੇ ਆ, ਪਰ ਪ੍ਰੋਡਕਟਿਵਿਟੀ ਚਾਹੇ ਕੋਈ ਕਹੀ ਜਾਵੇ ਅੱਗੇ ਨਾਲੋਂ ਵਧੀਆ ਕਿਉਂਕਿ ਤੁਹਾਨੂੰ ਕੰਮ, ਜੇ ਤੁਸੀਂ ਕੰਮ ਤੇ ਜਾਂਦੇ ਹੋ ਕੰਮ ਤੇ, ਤਾਂ ਉੱਥੇ ਤੁਸੀਂ ਬ੍ਰੇਕ ਵੀ ਲੈਂਦੇ ਹੋ, ਤੁਸੀਂ ਕਿਸੇ ਨਾਲ ਗੱਲਬਾਤ ਵੀ ਕਰਨੀ ਹੈ, ਕਾਫੀ ਬ੍ਰੇਕ ਵੀ ਲੈ ਲਈ, ਕੁਛ ਹੋਰ ਲੈ ਲਿਆ। ਉੱਥੇ ਤੁਸੀਂ ਘਰੋਂ ਕੰਮ ਤੇ ਆਏ ਆ, ਕੰਮ ਵਾਲਿਆਂ ਵਾਸਤੇ ਤੁਸੀਂ ਕੰਮ ਤੇ ਆਏ ਹੋ, ਪਰ ਤੁਸੀਂ ਕੰਮ ਉਹਨਾਂ ਨਹੀਂ ਕਰ ਰਹੇ। ਪਰ ਮੈਨੂੰ ਲੱਗ ਰਿਹਾ ਕਿ ਜਿੰਨੀ ਐਕਟਿਵਲੀ ਤੁਸੀਂ ਆਫਿਸ 'ਚ ਬਹਿ ਕੇ ਕੰਮ ਕਰ ਸਕਦੇ ਹੋ, ਉਨੀ ਐਕਟਿਵਲੀ ਤੁਸੀਂ ਘਰ ਬਹਿ ਕੇ ਕੰਮ ਨਹੀਂ ਕਰ ਸਕਦੇ। ਜਿਹੜੀਆਂ ਕੰਪਨੀਆਂ ਨੇ, ਮੈਂ ਆਪਣੇ ਘਰ ਦੀ ਗੱਲ ਦੱਸ ਦਿੰਦਾ, ਮੇਰਾ ਬੈਟਰ ਹਾਫ ਹੈ, ਸ਼ੀ ਇਜ਼ ਵਰਕਿੰਗ ਫਰੋਮ ਹੋਮ ਐਂਡ she is controlling so many people as well, and the productivity has gone up, and ਤੁਸੀਂ ਜਿਹੜਾ ਤੁਹਾਨੂੰ ਥੋੜੀ ਰਾਖੀ ਤੁਹਾਡਾ ਕੰਪਿਊਟਰ ਕਰ ਰਿਹਾ, ਠੀਕ ਆ, ਉਹਨੂੰ ਬਾਈਪਾਸ ਕਰਨ ਦੇ ਢੰਗ ਵੀ ਹੈਗੇ ਆ, ਜਿਨ੍ਹਾਂ ਕੋਲੇ ਹੈਗੇ ਆ ਵੀ ਤੁਹਾਨੂੰ ਕੰਪਿਊਟਰ ਥੋੜੀ ਦੇਰ ਬਾਅਦ ਤੁਹਾਡਾ ਮਾਊਸ ਹਿੱਲ ਜਾਂਦਾ ਤਾਂ ਲੱਗਦਾ ਕਿ ਤੁਸੀਂ ਕੰਮ ਕਰ ਰਹੇ ਹੋ, ਪਰ ਤੁਹਾਨੂੰ ਜਿਹੜਾ ਕੰਪਿਊਟਰ ਆ ਤੁਹਾਡੀ ਐਕਟੀਵਿਟੀ ਸਾਰੀ ਸ਼ੋਅ ਕਰ ਰਿਹਾ, ਤੁਸੀਂ ਪ੍ਰੋਡਕਟਿਵਿਟੀ ਵੱਧ ਰਹੀ ਹੈ ਅੱਗੇ ਨਾਲੋਂ। ਜਿਹੜੀਆਂ ਜਿਨ੍ਹਾਂ ਦੀ ਵਧੀਆ ਉਹ ਤਾਂ ਚਾਹੁਣਗੇ ਉੱਥੇ ਰਹੋ, ਪਰ ਉਹ ਕੰਪਨੀਆਂ ਵੀ ਚਾਹੁੰਦੀਆਂ ਨੇ ਰਿਗਾਰਡਲੈਸ। ਹੁਣ ਮੇਰੀ ਵਾਈਫ ਨੇ ਕਈ ਜਿਹੜੇ ਡਿਊਰਿੰਗ ਦਾ ਪੈਂਡੈਮਿਕ ਕਈਆਂ ਨੂੰ ਹਾਇਰ ਕੀਤਾ, ਓਕੇ, ਜਿਹਨਾਂ ਨੂੰ ਹਾਇਰ ਕੀਤਾ ਦੇ ਆਰ ਆਨਲਾਈਨ, ਉਹਨਾਂ ਨੂੰ ਸ਼ਕਲ ਵੀ ਨਹੀਂ ਦੇਖੀ, ਫੋਟੋ ਦੇਖੀ ਹੈ, ਵੀਡੀਓ ਦੇਖੀ ਹੈ, ਸਭ ਕੁਛ ਹੈਗਾ, ਆਪਸ ਵਿੱਚ ਹਲੇ ਤੱਕ ਮਿਲੇ ਨਹੀਂ ਹੈਗੇ ਆ, ਔਰ ਜਦੋਂ ਕਿਤੇ ਇਹ ਹੁਣ ਖੁੱਲੇਗਾ ਉਦੋਂ ਮਗਰੋਂ ਜਿਨ੍ਹਾਂ ਨੂੰ ਹਾਇਰ ਕੀਤਾ ਉਦੋਂ ਬਾਅਦ ਮਿਲਣਾ। ਜਸਟ ਇਮੈਜਿਨ। ਬਿਲਕੁਲ ਜੀ। ਖਬਰ ਅਗਲੀ ਵਾਰ ਜੀ, ਜਿਹੜੀ ਇਸ ਵਕਤ ਕੈਨੇਡਾ ਵਿੱਚ ਤਹਿਲਕਾ ਮਚਾਇਆ ਹੋਇਆ 215 ਬੱਚਿਆਂ ਦੇ ਜਿਹੜੇ ਕੰਕਾਲ ਮਿਲੇ ਨੇ। ਹੁਣ ਕੈਨੇਡਾ ਦੇ ਵਿੱਚ ਤਾਂ ਜਿਹੜਾ ਕੈਨੇਡਾ ਦਾ ਰਾਸ਼ਟਰੀ ਝੰਡਾ ਉਹ ਤਾਂ ਝੁਕਾਇਆ ਹੀ ਗਿਆ ਹੈ, ਨਾਲ ਵੱਖ-ਵੱਖ ਥਾਵਾਂ ਦੇ ਉੱਤੇ ਇਹਨਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ। ਟੋਰਾਂਟੋ ਵਿੱਚ ਵੀ ਸਰ ਵੱਖ-ਵੱਖ ਤਰੀਕਿਆਂ ਨਾਲ ਸ਼ਰਧਾਂਜਲੀ ਦਿੱਤੀ ਗਈ। ਹਾਂ, ਤਾਂ ਜਿਹੜਾ ਕੁਈਨਸ ਪਾਰਕ ਹੈ ਉਹਦੇ ਵਿੱਚ ਜਿਹੜਾ ਸਾਡੀ ਅੰਟਾਰੀਓ ਸਰਕਾਰ ਹੈ ਇਹਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਝੰਡਾ ਹਾਫ ਮਾਸਟ ਕਰਾਂਗੇ, ਔਰ 215 ਘੰਟੇ ਵਾਸਤੇ, ਹਰੇਕ ਬੱਚੇ ਵਾਸਤੇ 1 ਘੰਟਾ ਇਹਦੇ ਵਾਸਤੇ ਆ। ਅੱਜ ਕੁਈਨਸ ਪਾਰਕ ਦੇ ਬਾਹਰ ਵੀ ਜਿਹੜੇ ਉਹ ਬੱਚਿਆਂ ਦੇ 215 ਜੋੜੇ ਰੱਖੇ ਗਏ ਹੈਗੇ, ਉਹਨਾਂ ਨੂੰ ਯਾਦ ਵਾਸਤੇ ਰੱਖਿਆ। ਜਿਹੜੀ TTC ਹੈ 2:15 ਤੇ, ਤਰਨ 215 ਨਾ 2:15 ਤੇ ਉਹਨਾਂ ਨੇ TTC ਨੂੰ 2 ਮਿੰਟ ਦਾ ਮੌਨ ਧਾਰਿਆ, ਬ੍ਰੇਕ ਲਈ ਸੀਗੀ। ਔਰ ਇਸ ਜਿਹੀਆਂ ਹੋਰ ਜਿਹੜੇ ਸਾਡਾ CN ਟਾਵਰ ਹੈ ਜੀ ਉਹਦੀਆਂ ਲਾਈਟਸ ਡਿਮ ਕੀਤੀਆਂ ਗਈਆਂ ਨੇ, ਅਜਿਹੀਆਂ ਹੋਰ ਵੀ ਗੱਲਾਂ ਨੇ। ਔਰ ਇਹ ਇੱਕ ਤਰ੍ਹਾਂ ਦਾ ਇਟਸ ਅ ਨੈਸ਼ਨਲ ਅਵੇਅਰਨੈਸ ਥਿੰਗ, ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਵੀ ਇਹ ਗੱਲ ਕੀ ਆ। ਔਰ ਕੱਲ ਅੱਗੇ ਹੋਰ ਵੀ ਚੱਲੀ ਹੈਗੀ ਆ ਸਾਡੇ ਜਿਹੜੀ ਹੈਗੀ ਆ TRC ਹੈਗੀ ਆ, ਟਰੂਥ ਐਂਡ ਰੈਕਨਸੀਲੀਏਸ਼ਨ ਕਮਿਸ਼ਨ ਹੈਗਾ ਇੱਥੇ। ਉਸ ਕਮਿਸ਼ਨ ਨੇ ਹੁਣ ਤੋਂ 10 ਸਾਲ ਪਹਿਲਾਂ ਪੈਸੇ ਮੰਗੇ ਸੀਗੇ, ਅਬਾਊਟ $10 million ਔਰ ਸੋ, 1.5 ਮਿਲੀਅਨ ਇਹਨਾਂ ਮੰਗਿਆ ਸੀਗਾ, ਇਹਨਾਂ ਦਾ ਪਤਾ ਕਰਨ ਵਾਸਤੇ ਵੀ ਪਤਾ ਇਸ ਗੱਲ ਦਾ। ਆਪਾਂ ਕੱਲ ਗੱਲ ਕੀਤੀ ਸੀ 4000 ਤੋਂ ਉੱਪਰ ਬੱਚਿਆਂ ਦੀ ਡੈਥ ਹੋਈ ਹੈਗੀ ਹੈ, ਔਰ ਉਹ ਉਹਨਾਂ ਦੀਆਂ ਬੋਡੀਜ਼ ਕਿੱਥੇ ਹੈ ਪਤਾ ਨਹੀਂ ਹੈ। ਔਰ ਉਹਨਾਂ ਨੇ ਸਟੀਫਨ ਹਾਰਪਰ ਗਵਰਨਮੈਂਟ ਸੀਗੀ ਉਸ ਵੇਲੇ, ਉਹ ਤੋਂ ਇੰਨੇ ਪੈਸੇ ਮੰਗੇ ਸੀ, ਸਟੀਫਨ ਹਾਰਪਰ ਗਵਰਨਮੈਂਟ ਨੇ ਟਾਲ ਦਿੱਤਾ ਸੀਗਾ, ਜਵਾਬ ਦਿੱਤਾ ਸੀਗਾ। ਹੁਣ ਇਹ ਗੱਲ ਦੁਬਾਰੇ ਫੇਰ ਚੱਲੀ ਹੈ। ਹੁਣ ਜਿਹੜੀ ਟਰੂਡੋ ਗਵਰਨਮੈਂਟ ਆ ਇਹ ਜਵਾਬ ਨਹੀਂ ਦੇ ਸਕਦੀ, ਜੇ ਜਵਾਬ ਦਿੰਦੀ ਹੈ ਤਾਂ ਉਲਟ ਜਾਂਦੀ ਹੈ ਗੱਲ, ਕਿਉਂਕਿ ਲੱਭਣ ਹੋਰ ਵੀ ਕੋਸ਼ਿਸ਼ਾਂ ਹੋ ਰਹੀਆਂ ਨੇ। ਇੱਕ ਸਰਟਨ ਕੰਪਨੀ ਆ, ਉਹ ਮਾਈਨਿੰਗ ਕੰਪਨੀ ਆ ਤਰਨ, ਜਿਹੜੀ ਇਸ ਕੰਮ 'ਚ ਸਪੈਸ਼ਲਾਈਜ਼ ਕਰਦੀ ਹੈ, ਔਰ ਉਸੇ ਕੰਪਨੀ ਨੇ ਇਹ ਲੱਭਿਆ ਹੈਗਾ, ਪਤਾ ਸੀਗਾ ਵੀ ਕਿਹੜੇ ਏਰੀਏ 'ਚ ਹੋਣਗੀਆਂ, ਉਸ ਕੰਪਨੀ ਨੇ ਲੱਭਿਆ ਵੀ ਇਸ ਜਗ੍ਹਾ 'ਤੇ ਇੰਨੇ ਕੰਕਾਲ ਹੈਗੇ ਨੇ, ਔਰ ਹੋਰ ਥਾਵਾਂ 'ਤੇ ਵੀ। ਔਰ ਜਿਹੜੀ ਕੈਥੋਲਿਕ ਚਰਚ ਹੈ ਇਹ ਉਸ ਵੇਲੇ ਸਾਰੀ ਇਸ ਗੱਲ ਦੀ ਨਿਗਰਾਨੀ ਕਰ ਰਹੀ ਸੀ, ਬੱਚਿਆਂ ਦੀ ਨਿਗਰਾਨੀ। ਕੈਥੋਲਿਕ ਚਰਚ ਹੈਗੀ ਆ ਉਹਦੇ ਉੱਤੇ ਵੀ ਹੁਣ ਇਸ ਗੱਲ ਦਾ ਪ੍ਰੈਸ਼ਰ ਬਣ ਰਿਹਾ ਕਿ ਤੁਹਾਨੂੰ ਮੁਆਫੀ ਮੰਗਣੀ ਚਾਹੀਦੀ ਹੈ, ਤੁਹਾਨੂੰ ਮੁਆਫੀ ਮੰਗਣੀ ਪਏਗੀ। ਇਹ ਜਿਹੜੀ ਹੈ ਇਹਦੇ ਮੌਤਾਂ ਇੰਨੀਆਂ ਹੋਈਆਂ ਨੇ, ਕੋਈ ਨਾ ਕੋਈ ਤਾਂ ਜ਼ਿੰਮੇਵਾਰ ਹੋਏਗਾ, ਅਖੀਰ ਤੇ ਜ਼ਿੰਮੇਵਾਰੀ ਤਾਂ ਕਿਸੇ ਹੋਣੀ ਹੈ, somebody has to be responsible, it's going to be Canadian government actually after all। ਇਹ ਹੁਣ ਕੰਪਨਸੇਸ਼ਨ ਦੀ ਗੱਲਾਂ ਵੀ ਚੱਲਣਗੀਆਂ, ਕੰਪਨਸੇਸ਼ਨ ਪੈਸਿਆਂ ਨਾਲ ਵੀ ਹੋਏਗਾ ਤੇ ਮੁਆਫੀ ਜ਼ਰੂਰ ਇਸ ਬਾਰੇ ਚਾਹੇ ਪਹਿਲਾਂ ਮੰਗੀ ਜਾ ਚੁੱਕੀ ਹੈ, ਦੁਬਾਰੇ ਫੇਰ ਸਰਕਾਰਾਂ ਨੂੰ, ਆਹ ਸਰਕਾਰ, ਅਗਲੀ ਸਰਕਾਰ, ਆਉਣ ਵਾਲੀਆਂ ਸਰਕਾਰਾਂ ਜ਼ਰੂਰ ਇਸ ਮਾਮਲੇ 'ਤੇ ਮਾਫੀ ਮੰਗਣੀ। ਬਿਲਕੁਲ ਸਰ, ਦੇਖਦੇ ਹਾਂ ਕਿ ਹੁਣ ਆਉਣ ਵਾਲੇ ਸਮੇਂ ਵਿੱਚ ਇਹ ਮੁੱਦਾ ਕਿੰਨਾ ਕੁ ਜ਼ਿਆਦਾ ਗਰਮਾਉਂਦਾ ਹੈ ਜਾਂ ਇਲੈਕਸ਼ਨਸ ਦੇ ਉੱਤੇ ਇਹਦਾ ਕੀ ਇੰਪੈਕਟ ਪਏਗਾ। ਸੋ ਅਗਲੀ ਖਬਰ ਵੱਲ ਵੀ ਅੱਗੇ ਵਧਦੇ ਹਾਂ। ਇਸ ਵਕਤ 에ਅਰ ਕੈਨੇਡਾ ਦੀ ਖਬਰ ਅਸੀਂ ਡਿਸਕਸ ਕਰ ਲਈਏ। $10 ਮਿਲੀਅਨ ਦਾ ਜਿਹੜਾ ਇਹਨਾਂ ਨੇ ਪੈਕੇਜ ਦਿੱਤਾ ਆ, ਬੋਨਸ ਦਿੱਤੇ ਗਏ ਨੇ। ਸਰ ਕੀ ਕਹਿਣਾ ਚਾਹੋਗੇ? ਇੱਕ ਪਾਸੇ ਫੰਡਸ ਦੀ ਗੱਲ ਹੋ ਰਹੀ ਸੀ, ਸਰਕਾਰ ਸਾਨੂੰ ਫੰਡ ਦੇਵੇ, ਫਲਾਈਟਾਂ ਦੀ ਗੱਲ ਹੋ ਰਹੀ ਸੀ, ਇੱਥੇ ਬੋਨਸ ਦਿੱਤੇ ਜਾ ਰਹੇ ਨੇ।
ਤੁਸੀਂ ਹੁਣ ਘਰ ਲੈਣ ਨੂੰ ਫਿਰਦੇ ਹੋ, ਇਹ ਤਾਂ ਦੇ ਤਾਂ ਇੱਧਰ ਦਿੱਤੀ, ਬਿਲਕੁਲ ਟੈਕਸ ਪੇਅਰਸ ਮਨੀ ਹੈ। ਇੱਕ ਪਾਸੇ ਤਾਂ ਤੁਹਾਡੀ ਜਿਹੜੀ ਕੰਪਨੀ ਹੈ ਤੁਹਾਡੀ ਇਨਕਮ ਘਟੀ ਹੋਈ ਹੈ, ਤੁਸੀਂ ਕਹਿ ਰਹੇ ਹੋ ਵੀ ਸਾਨੂੰ ਜੀ ਪੈਸੇ ਚਾਹੀਦੇ, ਤੁਹਾਨੂੰ ਆਪਾਂ ਪੈਸੇ ਦੇ ਰਹੇ ਹਾਂ, ਕੋਈ ਗੱਲ ਨਹੀਂ। ਦਲੀਲ ਕੀ ਦਿੱਤੀ ਗਈ ਹੈ? ਦਲੀਲ ਬਣਨ ਸੁਣਨ ਵਾਲੀ ਗੱਲ ਹੈਗੀ। ਦਲੀਲ ਦਿੱਤੀ ਹੈ ਜੀ ਇਹ ਜਿਹੜੇ ਐਗਜ਼ੈਕਟਿਵ ਸੀ ਇੰਨਾ ਵਧੀਆ ਕੰਮ ਕਰ ਰਹੇ ਸੀ ਵੀ ਇਹਨਾਂ ਨੇ ਜਦ ਹੀ ਜਿਹੜੀ ਹਾਫ ਆਫ ਦਾ ਵਰਕਿੰਗ ਫੋਰਸ ਸੀ ਉਹ ਫਾਇਰ ਕਰਤੀ, ਅੱਧੇ ਨੂੰ ਘਰੇ ਭੇਜਤਾ। ਜਿਹੜੇ ਅੱਧੇ ਘਰੇ ਭੇਜੇ ਆ ਉਹ ਵੀ ਟੈਕਸ ਪੇਅਰ ਦੇ ਪੈਸੇ ਹੀ ਆ। ਜਿਹੜਾ CERB ਅਸੀਂ ਉਹ CRB ਆ ਉਹ ਟੈਕਸ ਪੇਅਰ ਦਾ ਸਾਰਿਆਂ ਦਾ ਪੈਸਾ ਹੀ ਆ, ਉਹ ਟੈਕਸ ਪੇਅਰਸ ਦੇ ਰਹੇ ਆ। ਤੇ ਤੁਸੀਂ ਜਿਹੜਾ ਅਸੀਂ ਤੁਹਾਡੀ ਕੰਪਨੀ ਨੂੰ ਬਚਾਉਣ ਵਾਸਤੇ ਪੈਸਾ ਦਿੱਤਾ ਉਹ ਤੁਸੀਂ ਜਿਹੜਾ ਐਗਜ਼ੈਕਟਿਵ ਉਹਨਾਂ ਨੂੰ ਬੋਨਸ ਦੇ ਰਹੇ ਹੋ, ਔਰ ਉਹਨਾਂ ਨੂੰ ਬੋਨਸ ਦੇ ਰਹੇ ਹੋ ਜਿਨ੍ਹਾਂ ਨੇ ਅੱਧੇ EMPLOYE ਘਰੇ ਭੇਜ ਦਿੱਤੇ ਹੈਗੇ ਆ। ਕਿੱਥੋਂ ਤੁਕ ਬਣਦੀ ਹੈ? ਇਹ ਬੰਦੇ ਨੂੰ ਕੋਰਟ 'ਚ ਲੈ ਕੇ ਜਾਣਾ ਚਾਹੀਦਾ ਹੈ, ਇਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਵੀ ਤੁਸੀਂ ਇੱਕ ਪਾਸੇ ਤਾਂ ਤੁਹਾਨੂੰ ਅਸੀਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਤੁਸੀਂ ਉਹਦੇ ਵਿੱਚ ਬੋਨਸ ਗੁਲਛਰੇ ਉਡਾ ਰਹੇ ਹੋ, ਐਸਾ ਕੀਤਾ ਜਾ ਰਿਹਾ। ਔਰ ਇਹ ਅੱਜ ਕੱਲ੍ਹ ਬਾਹਰ ਆਈ ਆ, ਇਹੀ ਗੱਲ ਹੁਣ ਹੋਰ ਤੂਰ ਫੜੇਗੀ, ਇਹ ਗੱਲ ਥੱਲੇ ਜਾਣੀ ਨਹੀਂ ਹੈ। ਇਟ ਆਲ ਡਿਪੈਂਡਸ ਔਨ ਦਾ ਆਪੋਜੀਸ਼ਨ ਜੀ। ਆਪੋਜੀਸ਼ਨ ਇਸ ਗੱਲ ਨੂੰ ਕਿੰਨੀ ਦੂਰ ਤੱਕ ਚੱਕਦੀ ਹੈ। ਕਿਤੇ ਇਉਂ ਤਾਂ ਨਹੀਂ ਕਿ ਆਪੋਜੀਸ਼ਨ ਦੇ ਬਹੁਤੇ ਬੰਦੇ 에ਅਰ ਕੈਨੇਡਾ 'ਚ ਕੰਮ ਕਰਦੇ ਤਾਂ ਸ਼ਾਇਦ ਉਹ ਨਾ ਚੱਕਣਾ ਚਾਹੋ, ਬਟ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ। ਇੱਕ ਪਾਸੇ ਅਨਐਮਪਲੋਇਮੈਂਟ ਤੁਸੀਂ ਕਰਦੇ ਪਏ ਹੋ, ਦੂਜੇ ਪਾਸੇ ਉੱਚ ਅਧਿਕਾਰੀਆਂ ਨੂੰ ਤੁਸੀਂ ਬੋਨਸ ਦਿੰਦੇ ਪਏ ਹੋ। ਇੱਕ ਦੀ ਜੌਬ ਲੈ ਰਹੇ ਹੋ, ਦੂਜੇ ਨੂੰ ਤੁਸੀਂ ਡਬਲ ਸੈਲਰੀ ਦੇ ਰਹੇ ਹੋ, ਬੋਨਸ ਵੀ ਦੇ ਰਹੇ ਹੋ, ਔਰ ਉਹਨਾਂ ਜਿਹੜੀਆਂ ਆਪਸ਼ਨਸ ਹੁੰਦੀਆਂ ਨੇ ਸ਼ੇਅਰਸ ਦੀਆਂ ਉਹ ਆਪਸ਼ਨਸ ਵੀ ਨਾਲ ਉਵੇਂ ਦੀ ਉਵੇਂ ਚੱਲੀਆਂ ਤੁਰੀਆਂ ਜਾ ਰਹੀਆਂ ਨੇ। ਠੀਕ ਹੈ, ਜਦੋਂ ਕਿਸੇ ਨੂੰ ਕੀ ਫਰਕ ਪੈਂਦਾ, ਅਗਲਾ ਕਹਿੰਦਾ ਲੈ ਲਓ, ਮੈਨੂੰ ਤਾਂ ਮਿਲ ਰਿਹਾ ਨਾ। ਇਹ ਨਹੀਂ ਪਤਾ ਤੁਹਾਨੂੰ ਜਿਹੜਾ ਦੇ ਰਿਹਾ ਉਹ ਤਾਂ ਆਪ ਘਰੇ ਬੈਠਾ ਹੈ, ਆਪ ਤਾਂ ਉਹਨੂੰ ਇਸ ਗੱਲ ਦਾ ਫਿਕਰ ਹੋਇਆ ਪਿਆ ਮੈਂ ਘਰੇ ਬੱਚਿਆਂ ਨੂੰ ਮੈਂ ਰੋਟੀ ਕਿਵੇਂ ਦੇਣੀ ਹੈ, ਤੇ ਤੁਸੀਂ ਆਪਦੀ ਮੌਜ ਕਰ ਰਹੇ ਹੋ। ਬਿਲਕੁਲ ਸਰ। ਉੱਥੇ ਏਅਰਪੋਰਟਸ ਦੀ ਵੀ ਥੋੜੀ ਜਿਹੀ ਗੱਲ ਕਰ ਲਈਏ। ਇੰਡੀਆ ਦੀਆਂ ਫਲਾਈਟਸ ਦੀ ਜਦੋਂ ਗੱਲ ਹੁੰਦੀ ਹੈ ਕਿ ਕਦੋਂ ਤੋਂ ਫਲਾਈਟਸ ਓਪਨ ਹੋਣਗੀਆਂ ਕੈਨੇਡਾ ਦੇ ਵਿੱਚ, ਹਜੇ ਕੈਨੇਡਾ ਵਾਲਿਆਂ ਲਈ ਹਜੇ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਕੈਨੇਡਾ ਵਾਲੇ ਕਦੋਂ ਕੈਨੇਡਾ ਦੀ ਸਰਕਾਰ ਇੰਡੀਆ ਦੀਆਂ ਫਲਾਈਟਸ ਨੂੰ ਓਪਨ ਕਰੇਗੀ। ਪਰ ਇਸ ਵਕਤ ਇੱਥੇ ਹੀਥਰੋ ਏਅਰਪੋਰਟ ਤੋਂ ਜਿਹੜੀ ਖਬਰ ਸਾਹਮਣੇ ਆਈ ਹੈ ਕਿ ਉੱਥੇ ਆਉਣ ਵਾਲੇ ਸਮੇਂ 'ਚ ਛੇਤੀ ਹੀ ਫਲਾਈਟਸ ਜਿਹੜੀਆਂ ਓਪਨ ਹੋ ਜਾਣਗੀਆਂ ਤੇ ਰੈੱਡ ਜ਼ੋਨ ਲਈ ਜਿਹੜੀਆਂ ਰੈੱਡ ਉਹਨਾਂ ਨੇ ਕੀਤੀਆਂ ਨੇ, ਰੈੱਡ ਜ਼ੋਨਸ ਬਣਾਏ ਗਏ ਨੇ ਵੱਖ-ਵੱਖ ਦੇਸ਼ਾਂ ਲਈ। ਸੋ ਐਟਲੀਸਟ ਇਹਨਾਂ ਕੰਟਰੀਜ਼ ਦੇ ਵਿੱਚ ਇੰਡੀਆ ਦਾ ਨਾਮ ਵੀ ਸ਼ਾਮਿਲ ਹੈ, ਉਹਨਾਂ ਲਈ ਫਲਾਈਟਸ ਜ਼ਰੂਰ ਓਪਨ ਕਰ ਦਿੱਤੀਆਂ ਨੇ। 43 ਕੰਟਰੀਜ਼ ਨੇ ਜੀ ਰੈੱਡ ਲਿਸਟ ਆ ਜਿਹੜੀ ਉਹਨਾਂ ਦੀ, ਜਿਹੜੇ ਬੈਨ ਕੀਤੇ ਹੋਏ ਨੇ ਜੀ, ਉਹਨਾਂ ਨੂੰ ਅਲਾਉ ਕਰ ਦਿੱਤਾ। ਉਹਨਾਂ 'ਚ ਇੰਡੀਆ ਵੀ ਸ਼ਾਮਲ ਹੈਗਾ ਜੀ। ਇੰਡੀਆ ਤੋਂ ਹੁਣ UK ਨੂੰ ਤੁਸੀਂ ਆ ਸਕੋਗੇ, ਆਓਗੇ। ਇੱਕ ਤੁਹਾਡੇ ਵਾਸਤੇ ਸੈਪਰੇਟ ਟਰਮੀਨਲ ਡੈਜ਼ਿਗਨੇਟ ਕਰ ਦਿੱਤਾ ਗਿਆ। ਉਸ ਡੈਜ਼ਿਗਨੇਟ 'ਤੇ ਜਿਹੜੀਆਂ ਰੈੱਡ ਲਿਸਟ ਵਾਲੀਆਂ ਫਲਾਈਟਸ ਆ ਇਕੱਲੀਆਂ ਉਹੀ ਉੱਥੇ ਆਉਣਗੀਆਂ, ਔਰ ਤੁਹਾਨੂੰ ਲੈਂਡ ਹੁੰਦੇ ਸਾਰ ਕੁਆਰੰਟੀਨ ਹੋਣਾ ਪਵੇਗਾ। ਕੁਆਰੰਟੀਨ ਜਿਹੜੀ ਪਲੇਸ ਹੈ ਉਹ UK ਗਵਰਨਮੈਂਟ ਡਿਸਾਈਡ ਕਰੇਗੀ, ਤੁਹਾਨੂੰ ਸਿੱਧੇ ਉੱਥੇ ਜਾਣਾ ਪਵੇਗਾ। 2 ਹਫ਼ਤੇ ਕੁਆਰੰਟੀਨ ਹੋਣਾ ਪਵੇਗਾ ਤੇ ਪੈਸੇ ਤੁਸੀਂ ਦਿਓਗੇ। ਸਰਕਾਰ ਨੇ ਉਹ 'ਚ ਕੁਛ ਨਹੀਂ ਦੇਣਾ ਹੈ ਜੀ। ਜੇ ਤੁਸੀਂ ਇੰਗਲੈਂਡ 'ਚ ਆਉਣਾ ਚਾਹੁੰਦੇ ਹੋ, ਰੈੱਡ ਲਿਸਟ ਦੇ ਉੱਤੇ ਜਿਹੜਾ ਹੈਗੇ ਨੇ ਜੀ, ਉਹਨਾਂ ਨੂੰ ਕੁਆਰੰਟੀਨ ਦੇ ਪੈਸੇ ਆਪ ਦੇਣੇ ਪੈਣਗੇ। ਉਸ ਤੋਂ ਬਾਅਦ 2 ਹਫ਼ਤੇ ਬਾਅਦ ਉਹ ਬਾਹਰ ਨਿਕਲ ਸਕਣਗੇ। ਇਸ ਇੱਕ ਗੱਲੋਂ ਜਾਣ ਦੀ ਸ਼ੁਰੂ ਕਰ ਦਿੱਤਾ ਗਿਆ, ਕੁਝ ਰਾਹਤ ਤਾਂ ਜ਼ਰੂਰ ਐਟਲੀਸਟ ਮਿਲੂਗੀ। ਬਿਲਕੁਲ, ਜਿਹੜੇ ਹੁਣ ਕਈ ਨਹੀਂ ਹੋਈ ਆ ਸਕਦੇ, ਸਟਕ ਹੋਏ ਹੋਏ ਨੇ। ਸੋ ਦਿਸ ਇਜ਼ ਦ ਵੇ ਦ ਸਿਸਟਮ ਵਰਕਸ। ਇਸ ਹਿਸਾਬ ਦੇ ਵਿੱਚ ਸਰਕਾਰ ਨੇ ਇਹ ਕੰਮ ਕੀਤਾ। ਸਰਕਾਰ ਵੀ ਕਿਹਨੂੰ ਪੈਸੇ ਦੇਵੇ, ਕਿੱਥੋਂ ਪੈਸੇ ਜਾਣ, ਕਿਹਨੂੰ ਦੇ ਜਾਣ। ਸੋ ਸਰਕਾਰਾਂ ਹੁਣ ਇਸ ਗੱਲ ਤੇ ਆ ਚੁੱਕੀਆਂ ਨੇ। ਆਸਟ੍ਰੇਲੀਆ ਨੇ ਵੀ ਐਵੇਂ ਕੀਤਾ ਸੀਗਾ ਕਿ ਤੁਹਾਨੂੰ ਆਪ ਪੈਸੇ ਲਾਉਣੇ ਪੈਣਗੇ, ਔਰ ਆਈ ਗੈਸ ਨਥਿੰਗ ਰੋਂਗ ਵਿਦ ਦੈਟ। ਬਿਲਕੁਲ ਹਜੇ ਆਸਟ੍ਰੇਲੀਆ ਨੇ ਹਾਲਾਂਕਿ ਓਪਨ ਨਹੀਂ ਕੀਤਾ, ਇੰਡੀਆ ਲਈ ਕੋਈ ਵੀ ਡੋਰ ਓਪਨ ਨਹੀਂ ਹੋਏ ਹਜੇ। ਜਿਹੜੇ ਉੱਥੇ ਸਟੂਡੈਂਟਸ ਇਨਫੈਕਟ ਸਟਕ ਹੋਏ ਨੇ ਉਹ ਵੀ ਇਹ ਕਹਿ ਰਹੇ ਨੇ ਕਿ ਅਸੀਂ ਕੁਆਰੰਟੀਨ ਕਰਨ ਲਈ ਤਿਆਰ ਹਾਂ, ਪੈਸੇ ਖੁਦ ਪੇ ਕਰਨ ਲਈ ਤਿਆਰ ਹਾਂ, ਜੋ ਗਾਈਡਲਾਈਨਸ ਨੇ ਉਹਨਾਂ ਨੂੰ ਵੀ ਅਸੀਂ ਫੋਲੋ ਕਰਨ ਲਈ ਤਿਆਰ ਹਾਂ, ਪਰ ਸਾਨੂੰ ਆਉਣ ਦਿੱਤਾ ਜਾਵੇ ਕਿਉਂਕਿ ਸਾਡਾ ਵੀਜ਼ਾ ਵੀ ਐਕਸਪਾਇਰ ਹੋ ਰਿਹਾ। ਉਹ ਤਰ੍ਹਾਂ ਗੱਲ ਇਉਂ ਹੋ ਜਾਂਦੀ ਵੀ ਕੰਟਰੀ ਇੱਕ ਕੰਟਰੀ ਨੂੰ ਨਹੀਂ ਇਹ ਕਹਿ ਸਕਦਾ ਵੀ ਅਸੀਂ ਓਕੇ ਜੀ ਇੰਡੀਆ ਦੇ ਪੈਸੇ ਦੇਣ ਨੂੰ ਤਿਆਰ, ਅਸੀਂ ਇੰਡੀਆ ਵਾਲੇ ਅਲਾਉ ਕਰਦੇ। ਦਿਸ ਇਜ਼ ਨਾਟ ਪੋਸੀਬਲ। ਉਹ ਜਿੰਨਿਆਂ ਨੂੰ ਬੈਨ ਕੀਤਾ ਹੈਗਾ ਉਹਨਾਂ ਸਾਰਿਆਂ ਵਾਸਤੇ ਇੱਕੋ ਹੀ ਫੈਸਲਾ ਹੋਏਗਾ, ਔਰ ਉਹਦੇ ਅੰਤਰਗਤ ਹੀ ਸਾਰੇ ਜਾਣਗੇ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਵੀ ਹੋਏ ਨੇ। ਮੇਰੇ ਖਿਆਲ ਆ ਜਿਹੜੇ ਸਾਡੇ DC ਆਫਿਸਿਸ ਨੇ ਉਹ ਇਸ ਗੱਲ ਦੇ ਉੱਤੇ ਤੁਹਾਨੂੰ ਵੀਜ਼ਾ ਐਕਸਟੈਂਡ ਕਰ ਦਿੰਦੇ ਆ। ਤੁਸੀਂ ਸਟਕ ਹੋ, ਜਾ ਤਾਂ ਸਕਦੇ ਨਹੀਂ ਹੋ। ਜੇ ਤੁਸੀਂ ਜਾ ਹੀ ਨਹੀਂ ਸਕਦੇ ਤਾਂ ਤੁਹਾਨੂੰ ਵੀਜ਼ਾ ਤਾਂ ਐਕਸਪਾਇਰ ਤੁਹਾਡਾ ਹੋ ਗਿਆ, ਉਹਦੀ ਐਕਸਟੈਂਸ਼ਨ ਤਾਂ ਚਾਹੀਦੀ ਹੀ ਹੈ। ਤੁਸੀਂ ਆਪਣੀ ਮਰਜ਼ੀ ਨਾਲ ਤਾਂ ਐਕਸਪਾਇਰ ਕੀਤਾ ਨਹੀਂ ਹੈ। ਸੋ ਦੇयर ਇਜ਼ ਅ ਪ੍ਰੋਵੀਜ਼ਨ। ਜੀ ਗੱਲ ਕਰਾਂਗੇ ਇਹਦੇ ਬਾਰੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਬਹੁਤ ਚਿਰ ਮਗਰੋਂ ਆਏ ਹੋ। ਪ੍ਰਮਾਤਮਾ ਤੰਦਰੁਸਤੀ ਬਖਸ਼ੇ ਤੁਹਾਨੂੰ ਸਾਰਿਆਂ ਨੂੰ, ਸਾਡੀ ਟੀਮ ਨੂੰ। ਤੁਹਾਡੀ ਸਿਹਤ ਲਈ ਦੁਆ ਕਰਦੇ ਕੈਲਗਰੀ ਤੋਂ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਮੈਂ ਨੱਟ ਸਾਹਿਬ ਆਪਣੇ ਮੇਰੇ ਤਾਂ 1.5 ਮਹੀਨਾ ਹੋ ਗਿਆ। ਅਸੀਂ ਫਰਵਰੀ 'ਚ ਗਏ ਸੀ 16 ਨੂੰ 2020 ਦੇ ਵਿੱਚ। ਤੇ ਹੁਣ ਤੁਸੀਂ ਵੀ ਦੱਸਿਆ ਵੀ ਇਹਨਾਂ ਨੂੰ ਕਾਫੀ ਗੌਰਮੈਂਟ ਨੇ ਹੈਲਪ ਕਰਤੀ, ਪਰ ਸਾਨੂੰ ਜਿਹੜਾ ਉਹ ਆਪਣੇ ਸੀ ਨਾ 92 ਦਾ
ਨਹੀਂ ਮੋੜ ਰਹੇ। ਉਧਰੋਂ ਅਸੀਂ ਬੜਾ ਹੀ ਸਾਨੂੰ 17-18 ਹਜ਼ਾਰ 'ਚ 2 ਮੈਂਬਰ ਪਏ ਸੀਗੇ। ਬੇਟੀ ਨੇ ਫੋਨ ਕੀਤਾ ਤਾਂ ਉਹ ਲੇਡੀ ਕਹਿ ਰਹੀ ਆ ਅਸੀਂ ਤਾਂ ਘਰਾਂ ਤੋਂ ਕੰਮ ਕਰਦੇ ਆ, ਤੁਸੀਂ ਕਿਸੇ ਹੋਰ ਨੂੰ ਫੋਨ ਕਰ ਲਓ। ਮੇਰਾ ਖਿਆਲ 1.5 ਮੰਥ ਹੋ ਗਿਆ ਇੱਥੇ ਵੀ। ਜੇ ਕਿਸੇ ਨੂੰ ਪਤਾ ਵੀ ਇਹ ਜਿਹੜੇ ਆਪਣੇ ਇੱਕ ਪਾਸੇ ਦੇ ਆ 92 ਵੀ ਉਹ ਰਿਟਰਨ ਕਿਵੇਂ ਕਰਨਗੇ ਮਨੀ, ਤੇ ਉਹ ਸਾਨੂੰ ਤਾਂ ਨਹੀਂ ਕੁਛ ਰਾਹ ਕਰ ਰਹੇ। ਕਹਿੰਦੇ ਪਹਿਲਾਂ ਕਰਦੇ ਆ, ਫਿਰ ਮਾਰਚ ਵਾਲੇ, ਫਿਰ ਫਰਵਰੀ ਵਾਲੇ ਨੂੰ ਗਏ। ਅਸੀਂ ਫਰਵਰੀ 'ਚ ਗਏ ਸੀਗੇ। ਇਹਦਾ ਮਤਲਬ ਕਹਿਣ ਦਾ ਇਹ ਆ। ਤੁਸੀਂ 에ਅਰ ਕੈਨੇਡਾ ਦੀ ਗੱਲ ਕਰ ਰਹੇ ਹੋ ਜੀ? ਹਾਂਜੀ, ਇਹ ਜਿੰਦਾ ਦੇ ਟਿਕਟ ਇੱਥੋਂ ਲਈਆਂ ਸੀਗੀਆਂ। ਹਾਂਜੀ ਹਾਂ, 에ਅਰ ਕੈਨੇਡਾ ਦੀ ਜਿਹੜੀ ਪਾਲਿਸੀ ਆਈ ਹੋਈ ਆ ਆਲਰੇਡੀ, ਉਹ ਇਹੀ ਆ ਵੀ ਜਿਹੜੇ ਤੁਹਾਡੇ ਪੈਸੇ ਆ, ਤੁਹਾਡੇ ਪੈਸੇ ਵਾਪਸ ਕਰਨੇ ਆ ਉਹਨਾਂ ਨੇ ਤੁਹਾਨੂੰ ਈਵਨ ਉਹਦਾ ਵਾਊਚਰ ਵੀ ਨਹੀਂ ਹੈ ਦੇਣਾ। ਦੈਟਸ ਵਾਟ 에ਅਰ ਕੈਨੇਡਾ ਦਾ ਡਿਸੀਜਨ ਆ ਚੁੱਕਿਆ ਹੈ, ਔਰ ਤੁਹਾਨੂੰ ਪੈਸੇ ਉਹ ਵਾਪਸ ਮਿਲਣਗੇ ਜੀ, ਜ਼ਰੂਰ ਮਿਲਣਗੇ। ਮੇਰੇ ਖਿਆਲ ਇਫ ਯੂ ਆਰ ਗੋਇੰਗ ਥਰੂ ਪ੍ਰੋਪਰ ਚੈਨਲ, ਤੁਹਾਨੂੰ ਯੂ ਕੀਪ ਔਨ ਡੂਇੰਗ ਦੈਟ। ਇਹ ਠੀਕ ਹੈ। ਕਈ ਵਾਰੀ ਐਸੀ ਗੱਲ ਹੁੰਦੀ ਹੈ ਕਿ ਜਿਹੜੇ ਐਡੇ ਵੱਡੀਆਂ ਕੰਪਨੀਆਂ ਨੇ ਪਰਵਾਹ ਨਹੀਂ ਕਰਦੀਆਂ, ਪਰ ਅਕੋਰਡਿੰਗ ਟੂ 에ਅਰ ਕੈਨੇਡਾ ਤੁਹਾਨੂੰ ਸਾਰੇ ਜਿਹੜੀ ਸਾਡੀ ਸਰਕਾਰ ਹੈ, ਫੈਡਰਲ ਗਵਰਨਮੈਂਟ ਹੈ, ਉਹਨੇ ਹੈਲਪ ਹੀ ਤਾਂ ਕੀਤੀ ਸੀ 에ਅਰ ਕੈਨੇਡਾ ਦੀ, ਇਹ ਸ਼ਰਤ ਕੀਤੀ ਸੀ ਕਿ ਤੁਸੀਂ ਸਾਰਿਆਂ ਦੇ ਪੈਸੇ ਵਾਪਸ ਕਰੋਗੇ ਤੁਸੀਂ, ਔਰ ਤੁਹਾਡੇ ਪੈਸੇ ਵਾਪਸ। ਜੀ ਪਹਿਲੇ ਸਾਨੂੰ ਉਹਨਾਂ ਵਾਊਚਰ ਦਿੱਤਾ ਸੀਗਾ ਵੀ ਤੁਸੀਂ 2 ਸਾਲਾਂ 'ਚ ਕਿਤੇ ਟਰੈਵਲ ਕਰ ਸਕਦੇ ਹੋ। ਤਾਂ ਮੈਂ ਜਿਹੜੇ ਜੱਟ ਤੋਂ ਭੇਜੀਆਂ ਸੀਗੀਆਂ, ਉਹ ਕਹਿੰਦਾ ਤੁਸੀਂ ਟਰੈਵਲ ਕਰ ਲਓ। ਮੈਂ ਕਿਹਾ ਵੀ ਅਸੀਂ ਤਾਂ ਅੱਗੇ ਜਾ ਕੇ ਫਸ ਕੇ ਵੀ ਹੁਣ ਅਸੀਂ ਕਿੱਥੇ ਜਾਈਏ? ਜਿਹੜੇ 18,000 2 ਸਾਨੂੰ ਟਿਕਟਾਂ, ਉਦੋਂ ਬੜੇ ਪੈਸੇ ਕਿਉਂ ਅਜੇ ਵੀ ਲੁੱਟ ਹੋ ਰਹੀ, ਮੈਨੂੰ ਉਦੋਂ ਵੀ ਬੜੀ ਲੁੱਟ ਹੋਈ ਆ। ਨਾਓ ਦੈਟਸ ਤੁਸੀਂ ਇੱਕ ਹੁਣ ਨਵੀਂ ਗੱਲ ਇਹ 'ਚ ਕੀਤੀ ਹੈ ਕਿ ਤੁਹਾਨੂੰ ਵਾਊਚਰ ਦਿੱਤਾ ਸੀਗਾ ਤੇ ਵਾਊਚਰ ਤੁਸੀਂ ਲੈ ਲਿਆ ਹੋਇਆ। ਦੈਟ ਮੇ ਬੀ ਅ ਪ੍ਰੋਬਲਮ ਹੁਣ, ਕਿਉਂਕਿ ਤੁਸੀਂ ਉਹਨਾਂ ਨੇ ਇੱਕ ਹਿਸਾਬ ਨਾਲ ਉਹਨਾਂ ਨੇ ਤੁਹਾਨੂੰ ਚੀਜ਼ ਮੋੜ ਦਿੱਤੀ ਹੋਈ ਹੈ, ਹੁਣ ਤੁਹਾਨੂੰ ਉਹ ਚੀਜ਼ ਮੋੜਨੀ ਪਵੇਗੀ। ਅਸੀਂ ਪੈਸੇ ਨੂੰ ਬੇਨਤੀ ਕੀਤੀ ਸੀਗੀ, ਉਹ ਕਹਿੰਦੇ ਜੀ ਪਹਿਲਾਂ ਦੀ ਗੱਲ। ਉਹ ਫਿਰ ਉਹ ਜਿਹੜੇ ਜੱਟ ਨੂੰ ਟਿਕਟ ਨਹੀਂ ਸੀ, ਉਹ ਕਹਿੰਦਾ ਵੀ ਤੁਸੀਂ ਆ ਜਿਹੜਾ ਬੇਸਿਕਲੀ ਡਰਾਈਵਰ ਨੇ ਕੀਤਾ ਵੀ ਤੁਹਾਨੂੰ ਮਨੀ ਵਾਪਸ ਕਰਨਗੇ। 1.5 ਮੰਥ ਹੋ ਗਿਆ। ਹੁਣ ਉਹ ਕਹਿੰਦੇ ਵੀ ਪਹਿਲਾਂ ਮਾਰਚ ਵਾਲਿਆਂ ਨੂੰ ਮੋੜ ਦਿਆ, ਫਿਰ ਫਰਵਰੀ ਵਾਲਿਆਂ ਨੂੰ ਆਊਗਾ। ਉਹ ਅਸੀਂ ਨਹੀਂ ਲਿਆ ਜੀ, ਅਸੀਂ ਨੱਥ ਸਾਹਿਬ। ਅੱਛਾ, ਬਿਲਕੁਲ ਜੀ। ਤੁਸੀਂ ਇੱਕ ਵਾਰੀ ਈਮੇਲ ਕਰਕੇ ਦੇਖੋ ਜਾਂ ਨੰਬਰ ਤੇ ਕਾਲ ਕਰਕੇ ਦੇਖੋ। ਮੇਬੀ ਹੁਣ ਤੁਹਾਡੀ ਟਰਨ ਮਿਸ ਹੋ ਗਈ ਹੈ। ਨੈਕਸਟ ਵਾਰੀ ਜਦੋਂ ਦੁਬਾਰਾ ਉਸ ਤੇ ਆਉਣਗੇ ਤੁਹਾਨੂੰ ਉਸ ਟਾਈਮ ਤੁਹਾਨੂੰ ਪੈਸੇ ਮਿਲਣੇ ਚਾਹੀਦੇ ਜੀ। ਦੈਟਸ ਵਾਟ ਕੈਨੇਡੀਅਨ ਗਵਰਨਮੈਂਟ ਵਾਂਟਸ। ਠੀਕ ਹੈ ਜੀ, ਫਿਰ ਤੁਹਾਨੂੰ ਦੱਸਦੇ ਰਹਾਂਗੇ। ਮਤਲਬ ਵੀਕ ਡੇਢ ਵੀਕ ਹੋ ਗਈ। ਉਹ ਕਹਿੰਦੇ ਲੇਡੀਜ਼ ਤੇ ਉਸ 'ਚ ਕੰਮ ਨਹੀਂ ਕਰਦੇ ਹੈਗੇ, ਹੋਰ ਕਿਸੇ ਨੂੰ ਕਰ ਲਓ। ਅਜੇ ਸਾਨੂੰ ਤਾਂ ਕੋਈ ਨਹੀਂ ਮਤਲਬ ਕੋਈ ਰਾਤ ਦਿੰਦੇ। ਤੁਸੀਂ ਵੇਟ ਕਰ ਲਵੋ, ਕਿਉਂਕਿ ਕਈ ਵਾਰੀ ਬੈਕਲੌਗ ਬਹੁਤ ਹੁੰਦਾ। ਤੁਸੀਂ ਵੇਟ ਕਰ ਲਓ, ਸ਼ਾਇਦ ਤੁਹਾਡੀ ਦੁਬਾਰਾ ਟਰਨ ਆਏਗੀ। ਤੁਹਾਨੂੰ ਥੋੜਾ ਜਿਹਾ ਸਮਾਂ ਵੇਟ ਕਰ ਲਵੋ। ਨਹੀਂ ਹੁੰਦਾ ਤਾਂ ਤੁਸੀਂ ਫਿਰ ਸੰਬੰਧਿਤ ਅਥਾਰਟੀਜ਼ ਨਾਲ ਸੰਪਰਕ ਕਰ ਸਕਦੇ ਹੋ। ਥੈਂਕ ਯੂ। ਸ਼ੁਕਰੀਆ ਜੀ। ਸਰ, ਆਪਾਂ ਫਲਾਈਟਸ ਦੀ ਗੱਲ ਕਰ ਰਹੇ ਸੀਗੇ। ਫਲਾਈਟਸ ਦੇ ਨਾਲ ਹੀ ਥੋੜਾ ਜਿਹਾ ਅੱਗੇ ਆਪਾਂ ਨਾਲ ਇੱਕ ਹੋਰ ਬਾਤ ਜੀ, ਇਸ ਵਕਤ ਆਪਾਂ ਇੰਡੀਆ ਦੀ ਗੱਲ ਕਰ ਰਹੇ ਹਾਂ ਕਿ ਫਲਾਈਟਸ ਬੈਨ ਨੇ। ਹਾਲਾਂਕਿ ਹੁਣ ਉੱਥੇ ਕੇਸਿਸ ਘਟਨੇ ਸ਼ੁਰੂ ਹੋ ਚੁੱਕੇ ਨੇ। ਸੋ ਬਹੁਤ ਸਾਰੇ ਮੁਲਕਾਂ ਨੇ ਹੈਲਪ ਕੀਤੀ ਉਸ ਸਮੇਂ ਦੌਰਾਨ, ਵੱਡੇ ਤੋਂ ਲੈ ਕੇ ਛੋਟੇ ਮੁਲਕਾਂ ਤੱਕ ਜਿਹੜਾ ਜੋ ਹੈਲਪ ਕਰ ਸਕਦਾ ਸੀ ਸਭ ਨੇ ਕੀਤੀ ਆ। ਸੋ ਹੁਣ ਜੋ ਲੇਟੈਸਟ ਨਿਊਜ਼ ਸਾਹਮਣੇ ਆ ਰਹੀ ਹੈ, ਕੀਨੀਆ ਨੇ ਲਗਭਗ 12 ਟਨ ਜਿਹੜਾ ਆ ਫੂਡ ਜਿਹੜਾ ਭੇਜਿਆ ਵਾ ਇੰਡੀਆ ਨੂੰ। ਤੁਸੀਂ ਇਸ ਖਬਰ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ? ਚੰਗੀ ਗੱਲ ਹੈ ਜੀ, ਹੈਲਪ ਕਰਨੀ ਚਾਹੀਦੀ ਹੈ। ਤੁਸੀਂ ਜਿਹਦੀ ਵੀ ਹੈਲਪ ਕਰ ਸਕਦੇ ਹੋ, ਚਾਹੇ ਜਿਹਦੇ ਕੋਲ ਟੈਲੀਫੋਨ ਜਿੰਨਾ ਹੈਗਾ, ਜਿਹਨੂੰ ਲੋੜ ਹੈਗੀ ਹੈ। ਪਰ ਕੋਈ ਸਮਾਂ ਸੀਗਾ ਤਰਨ ਕਿ ਜਦੋਂ ਇੰਡੀਅਨ ਗਵਰਨਮੈਂਟ ਨੇ ਰਿਫਿਊਜ਼ ਕਰਤੀ ਸੀ ਹੈਲਪ ਕਿਤੋਂ ਵੀ ਲੈਣੀ। ਇੰਡੀਆ ਵਾਸ ਸੋ ਪ੍ਰਾਊਡ ਵੀ ਅਸੀਂ ਆਪਦੇ ਆਪ ਦਾ ਖਿਆਲ ਕਰ ਸਕਦੇ ਹੈਗੇ ਹਾਂ। ਔਰ ਵਿਦਨ 10 years ਹਾਲਤ ਇਹ ਬਣ ਗਈ ਹੈ ਕਿ ਅਸੀਂ ਸਾਰੀ ਦੁਨੀਆ ਤੋਂ ਹੈਲਪ ਮੰਗਣ ਦੇ ਮੁਹਤਾਜ ਹੋਏ ਹਾਂ। ਵਿਚ ਇਜ਼ ਕੋਈ ਐਸੀ ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂ, ਸਤਿ ਸ਼੍ਰੀ ਅਕਾਲ ਪੁੱਤ, ਅਸੀਂ ਬੀਟੀ ਚੋਂ ਬੋਲਦੇ ਹਾਂ। ਬਹੁਤ ਸੋਹਣਾ ਹੋਏਗਾ ਤੂੰ ਜਿਹੜੀ ਆ ਗਈਆਂ ਪ੍ਰੋਗਰਾਮ ਤੇਰੇ ਨਾਲ ਜਿੰਨਾ ਜੱਚਦਾ ਆ। ਤੇ ਭਾਜੀ ਵੀ ਕਹਿੰਦੇ ਕਿ ਟਾਈਮ ਪੂਰਾ ਕਰ ਦੱਸਾ, ਉਸ ਬੰਦੇ ਦੀ ਇੰਨੀ ਆਵਾਜ਼ ਨਹੀਂ ਸਮਝ ਨਹੀਂ ਆਉਂਦੀ ਹੈਗੀ। ਨਹੀਂ ਜੀ, ਪੂਰਾ ਟਾਈਮ ਬੜੀ ਕੋਸ਼ਿਸ਼ ਕੀਤੀ ਹੈ ਜੀ, ਉਹ ਠੀਕ ਆ। ਉਹ ਕਿਉਂਕਿ ਉਹ ਕਿਸੇ ਹੋਰ ਤਾਂ ਆਉਂਦੇ ਸੀਗੇ, ਸਮ ਟਾਈਮਸ ਪ੍ਰੋਬਲਮ ਆਉਂਦੀ ਸੀ। ਕਹਿੰਦੇ ਵਿਚਾਰਾ ਆਪਣਾ ਟਾਈਮ ਪੂਰਾ ਕਰਦੇ ਰਹੇ, ਪਰ ਜਿੰਨਾ ਇਹਦੇ ਨਾਲ ਤਾਬੀਤ ਨਾਲ ਮਹਾਰਾਜ ਸਰਬੱਤ ਦਾ ਭਲਾ ਕਰੇ ਕਹਿੰਦੇ ਹੁੰਦੇ ਆ, ਸਭ ਨੂੰ ਇਸ ਦੁੱਖ ਚੋਂ ਕੱਢੇ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਤੇ ਸਰ ਆਪਾਂ ਵਾਪਸ ਅਜਿਹੀਆਂ ਗੱਲਾਂ ਉਦੋਂ ਹੁੰਦੀਆਂ ਨੇ ਤਰਨ, ਜੇ ਕਿਤੇ ਭੁੱਖਮਰੀ ਪੈ ਜਾਵੇ, ਜੇ ਕਿਤੇ ਕਾਲ ਆ ਜਾਵੇ, ਕੋਈ ਐਸਾ ਗੱਲ ਹੋ ਜਾਵੇ, ਫਿਰ ਜਿੱਥੋਂ ਵੀ ਹੈਲਪ ਹੁੰਦੀ ਹੈ ਲੈ ਲਈਦੀ ਹੁੰਦੀ ਹੈ। ਹੁਣ ਜਿਹੜੀ ਹਾਲਤ ਬਣੀ ਹੋਈ ਹੈ, ਕੈਨੇਡਾ ਦਾ ਇੱਕ ਦਿਨ ਆਪਾਂ ਨੂੰ ਫੋਨ ਆਇਆ ਸੀਗਾ, ਸ਼ਾਇਦ ਤੁਸੀਂ ਉਹ ਆਏ ਨਹੀਂ ਸੀਗੇ, GDP ਦੀ ਗੱਲ ਆਈ ਸੀਗੀ। ਹਾਂ, ਤੁਸੀਂ ਹੈ ਨਹੀਂ ਸੀਗੇ। ਉਹਨਾਂ ਦਾ ਫੋਨ ਸੀ ਕਿ GDP ਡਾਊਨ ਜਾ ਰਹੀ ਹੈ, GDP ਮਾਈਨਸ ਜਾ ਰਹੀ ਹੈ। ਮੈਂ ਨੈਕਸਟ ਡੇ ਜਿਹੜੀ ਆਪਣਾ ਵਰਲਡ ਬੈਂਕ ਹੈ ਉਹਦੇ ਵੈਬਸਾਈਟ ਤੇ ਗਿਆ, ਉੱਤੇ GDP 4 ਸਮਥਿੰਗ ਤੇ ਹੈਗੀ ਆ ਅਕੋਰਡਿੰਗ। ਅੱਛਾ, ਉਹ ਜਾਣੀ ਇਨਫੋਰਮੇਸ਼ਨ ਕਿਹਨੇ ਦੇਣੀ ਹੈ? ਕੰਟਰੀ ਨੇ ਇਨਫੋਰਮੇਸ਼ਨ ਦੇਣੀ ਹੈ, ਉੱਥੇ ਉਹਨਾਂ ਨੇ ਉਹ ਪਾਉਣੀ ਹੈ। ਤੇ ਜਿਹੜਾ ਦੂਸਰੀਆਂ ਖਬਰਾਂ ਆ ਰਹੀਆਂ ਨੇ ਉਹ 'ਚ GDP ਮਾਈਨਸ ਜਾ ਰਹੀ ਹੈ।
ਜਦੋਂ GDP ਮਾਈਨਸ 'ਚ ਆ ਰਹੀ ਹੈ, ਸਰਕਾਰ ਦਾ ਇਹਦਾ ਮਤਲਬ ਦਿਵਾਲੀਆ ਨਿਕਲਣ ਤੇ ਆਇਆ ਹੈ। GDP ਦੀ ਗੱਲ ਕਰ ਰਹੇ ਹੋ, ਜੋ ਇਸ ਵਕਤ ਲੇਟੈਸਟ ਅੰਕੜੇ ਆ ਰਹੇ ਨੇ, ਇਹ ਕਿਹਾ ਜਾ ਰਿਹਾ ਕਿ ਭਾਰਤ ਦੀ GDP ਜਿਹੜੀ ਇਸ ਵਕਤ ਹੈਗੀ ਆ, ਇਹ ਬਾਂਗਲਾਦੇਸ਼ ਨਾਲੋਂ ਵੀ ਨੀਚੇ ਜਾ ਚੁੱਕੀ ਹੈ। ਪਰ ਕੈਪੀਟਾ ਇਨਕਮ ਜਿਹੜੀ ਆ ਬਾਂਗਲਾਦੇਸ਼ ਤੋਂ ਵੀ ਥੱਲੇ ਪਹੁੰਚ ਚੁੱਕੀ ਹੈ ਇਸ ਵਕਤ ਇੰਡੀਆ ਦੀ। ਇਹ ਹੋਰ ਬੜੇ ਦੇਸ਼ਾਂ ਤੋਂ ਵੀ ਥੱਲੇ ਜਾ ਚੁੱਕੀ ਹੈ, ਪਰ ਆਪਣੇ ਕੋਲ ਇਸ ਚੀਜ਼ ਦਾ ਪ੍ਰੂਫ ਨਹੀਂ। ਗੱਲਾਂ ਸੁਣਦੇ ਹੈਗੇ ਆ, ਹਾਲਾਤ ਲੱਗ ਰਹੇ ਨੇ, ਕਿਉਂਕਿ ਜਦੋਂ ਇਹ ਜਿਹੜੀ ਹੁਣ ਦੀ ਸਰਕਾਰ ਹੈਗੀ ਹੈ, ਉਹ ਸਰਕਾਰ ਨੇ ਆਪਦੀ ਇਮੇਜ ਬਣਾਉਣ ਵਾਸਤੇ ਬਾਹਰਲੇ ਦੇਸ਼ਾਂ ਦੀ ਬਹੁਤ ਮਦਦ ਕੀਤੀ ਹੈ। ਬੜੇ ਦੇਸ਼ਾਂ ਨੂੰ ਉਹਨਾਂ ਨੇ ਕਈ ਹਜ਼ਾਰ ਕਰੋੜ ਰੁਪਈਆ ਦਿੱਤਾ, ਉਹਨਾਂ ਨੇ ਕਈਆਂ ਦੀ ਮਦਦ ਕੀਤੀ ਹੈ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਜਦੋਂ ਇਹੋ ਜਿਹੀ ਗੱਲ ਹੋ ਜਾਣੀ ਹੈ, ਵਿਪਤਾ ਆ ਗਈ ਹੈ, ਤਾਂ ਸਾਡਾ ਉਦੋਂ ਪੋਲ ਖੁੱਲ ਜਾਣੀ ਹੈ। ਇਸ ਮੌਕੇ ਜਿੱਥੋਂ ਵੀ ਸਾਨੂੰ ਮਦਦ ਮਿਲ ਰਹੀ ਹੈ, ਉਸ ਕੰਟਰੀ ਨੂੰ ਜਿੱਥੋਂ ਵੀ ਮਦਦ ਜਾ ਰਹੀ ਹੈ, ਔਰ ਉਹ ਰਿਫਿਊਜ਼ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਤੁਹਾਡੇ ਤਾਂ ਬੰਦੇ ਮਰ ਰਹੇ ਨੇ। ਵਰਲਡ ਦੇ ਵਿੱਚ ਮੀਡੀਆ 'ਚ ਚਖਾਵਾਂ ਦੀ ਲਾਈਨ ਲੱਗੀ ਪਈ ਆ ਗਈ ਹੈ। ਲਾਸ਼ਾਂ ਜਿਹੜੇ ਉੱਥੇ ਨੇ ਦਰਿਆਵਾਂ ਦੇ ਕੰਢੇ ਤੇ ਪਈਆਂ ਨੇ। ਤੁਸੀਂ ਕਿਵੇਂ ਕਹਿ ਸਕਦੇ ਵੀ ਇਹ ਨਹੀਂ ਹੈਗਾ? ਇਸ ਗੱਲ ਨੂੰ ਅਖੀਰ ਸਰਕਾਰ ਨੇ ਮੰਨਿਆ ਕਿ ਹਾਂ, ਇਹ ਗੱਲਾਂ ਹੈਗੀਆਂ ਨੇ, ਮੌਤਾਂ ਹੋ ਰਹੀਆਂ ਨੇ। ਆંકੜਿਆਂ 'ਚ ਅਜੇ ਬਹੁਤ ਜ਼ਿਆਦਾ ਹੇਰ-ਫੇਰ ਦੇਖਣ ਨੂੰ ਮਿਲੇਗਾ, ਕਿਉਂਕਿ ਵਡੋਦਰਾ ਦੀ ਮੈਂ ਇੱਕ ਨਿਊਜ਼ ਦੇਖ ਰਹੀ ਸੀ, ਜਿਹਦੇ ਵਿੱਚ ਉੱਥੇ ਦੇਖਿਆ ਗਿਆ ਕਿ ਜਿੰਨੇ ਉਹਨਾਂ ਨੇ ਕਿਹਾ ਗਏ ਸੀਗੇ ਕੇਸਿਸ ਉੱਥੇ ਪਤਾ ਲੱਗ ਰਹੇ ਸੀ, ਸਰਕਾਰੀ ਅੰਕੜੇ ਸ਼ੋਅ ਕੀਤੇ ਜਾ ਰਹੇ ਸੀ ਕਿ ਇੰਨੀਆਂ ਮੌਤਾਂ ਹੋ ਰਹੀਆਂ ਨੇ ਕੋਵਿਡ ਦੇ ਦੌਰਾਨ। ਪਰ ਜੋ ਉੱਥੇ ਹਾਲਾਤ ਸੀਗੇ, ਉੱਥੇ ਲਾਸ਼ਾਂ ਦੇ ਢੇਰ ਲੱਗੇ ਪਏ ਸੀ, ਸ਼ਮਸ਼ਾਨ ਘਾਟ ਦੇ ਵਿੱਚ ਉੱਥੇ ਵਾਰੀ ਨਹੀਂ ਮਿਲ ਰਹੀ ਸੀ, ਟੋਕਨ ਸਿਸਟਮ ਚੱਲ ਰਿਹਾ ਸੀ। ਸੋ ਉੱਥੋਂ ਦੇ ਕੁਝ ਰਿਪੋਰਟਰਸ ਨੇ ਜਦੋਂ ਗਰਾਊਂਡ ਰਿਐਲਿਟੀ ਜਾਣਨ ਦੀ ਕੋਸ਼ਿਸ਼ ਕੀਤੀ, ਕਹਿੰਦੇ ਪਹਿਲਾਂ ਅਸੀਂ ਹਸਪੀਟਲਸ ਜਾ ਕੇ ਦੇਖਿਆ ਕਿ ਉੱਥੇ ਕੀ ਅੰਕੜੇ ਹੈਗੇ ਨੇ। ਹਸਪੀਟਲ ਨੇ ਜੋ ਅੰਕੜੇ ਸਾਨੂੰ ਦਿੱਤੇ, ਉਸ ਤੋਂ ਬਾਅਦ ਅਸੀਂ ਸ਼ਮਸ਼ਾਨ ਘਾਟ ਵਾਲਿਆਂ ਨਾਲ ਸਰਕਾਰੀ ਅੰਕੜਿਆਂ ਨਾਲ ਉਹਨਾਂ ਨੂੰ ਟੈਲੀ ਕਰਕੇ ਦੇਖਿਆ। ਹਸਪੀਟਲਸ ਦੇ ਅੰਕੜੇ ਸਰਕਾਰੀ ਅੰਕੜਿਆਂ ਨਾਲੋਂ ਜ਼ਿਆਦਾ ਸੀ। ਉਸ ਤੋਂ ਬਾਅਦ ਜਦੋਂ ਉਹਨਾਂ ਨੇ ਜਾ ਕੇ ਸ਼ਮਸ਼ਾਨ ਘਾਟ ਵਿੱਚ ਦੇਖਿਆ ਕਿ ਉਹਨਾਂ ਦੇ ਵੱਲੋਂ ਅੰਕੜੇ ਲਏ ਗਏ ਕਿ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਕਿੰਨੀਆਂ ਨੇ, ਤਾਂ ਉਹਨਾਂ ਦੇ ਅੰਕੜੇ ਸਭ ਤੋਂ ਜ਼ਿਆਦਾ ਸੀਗੇ। ਸੋ ਮਤਲਬ ਜੋ ਸਰਕਾਰ ਦੇ ਵਿੱਚ ਅੰਕੜੇ ਪੇਸ਼ ਕੀਤੇ ਜਾ ਰਹੇ ਉਹ ਵੀ ਪੂਰੇ ਨਹੀਂ ਹੈਗੇ। ਇਹ ਨੈਚੁਰਲੀ ਹੈ ਤਰਨ, ਅੱਗੇ ਵੀ ਇਹ ਗੱਲਾਂ ਹੁੰਦੀਆਂ ਨੇ ਕਿ ਇਕੱਲੀ ਇਹ ਸਰਕਾਰ ਨਹੀਂ ਹੈ। ਇਹ ਜਿਹੜੇ ਨੰਬਰਾਂ ਦੀ ਹੇਰਾਫੇਰੀ ਹੈ ਸਾਰੇ ਪਾਸੇ ਹੁੰਦੀ ਹੈ, ਸਾਰੀਆਂ ਸਰਕਾਰਾਂ ਹੀ ਕਰਦੀਆਂ। ਕੋਈ ਸਰਕਾਰ ਨਹੀਂ ਚਾਹੁੰਦੀ ਕਿ ਸਾਡਾ ਜਿਹੜਾ ਰੈਪੂਟੇਸ਼ਨ ਉਹ ਖਰਾਬ ਹੋਵੇ, ਕੋਈ ਨਹੀਂ ਚਾਹੁੰਦਾ ਹੁੰਦਾ। ਇਸ ਗੱਲ ਕਰਕੇ ਜੇ ਇਹ ਸਰਕਾਰ ਕਰ ਰਹੀ ਹੈ, ਕੋਈ ਨਵਾਂ ਨਹੀਂ ਕਰ ਰਿਹਾ, ਪਹਿਲੀਆਂ ਸਰਕਾਰਾਂ ਵੀ ਇਹੋ ਜਿਹਾ ਕੁਛ ਕਰਦੀਆਂ ਰਹੀਆਂ ਨੇ, ਕਰਦੀਆਂ ਆਉਣ ਵਾਲੀਆਂ ਵੀ ਕਰਦੀਆਂ ਰਹਿਣਗੀਆਂ। ਪਰ ਹਾਂ, ਹਾਲਾਤ ਜ਼ਰੂਰ ਮਾੜੇ ਨੇ, ਔਰ ਉਸ ਮਾੜੇ ਦੇ ਉੱਤੇ ਜੇ ਕੋਈ ਮਦਦ ਕਰ ਰਿਹਾ, ਵੈਲਕਮ। ਕੈਨੀਆ ਨੇ ਮਦਦ ਕੀਤੀ ਹੈ, ਕਰਨੀ ਚਾਹੀਦੀ। ਕਿਸੇ ਵੇਲੇ ਅਸੀਂ ਮੋੜ ਦਿਆਂਗੇ ਜਦੋਂ ਕਿਤੇ ਪ੍ਰਮਾਤਮਾ ਕਰੇ ਕੈਨੀਆ ਤੇ ਵਿਪਤਾ ਨਾ ਪਵੇ। ਪਰ ਜੇ ਕੈਨੀਆ ਤੇ ਵਿਪਤਾ ਪੈਂਦੀ ਹੈ, ਤਾਂ ਜੇ ਇੰਡੀਆ ਅਫੋਰਡੇਬਲ ਕਰ ਸਕਦਾ ਤਾਂ ਇੰਡੀਆ ਜ਼ਰੂਰ ਮਦਦ ਕਰੇਗਾ। ਬਿਲਕੁਲ ਜੀ। ਤੇ ਸਰ, ਖਬਰ ਆਪਾਂ ਜਿਵੇਂ ਇੱਥੇ ਗੱਲਬਾਤ ਕਰ ਰਹੇ ਹਾਂ, ਵਾਇਰਸ ਨੇ ਪੂਰੀ ਦੁਨੀਆ ਨੂੰ ਤਹਿਲਕਾ ਇਸ ਵਕਤ ਮਚਾਇਆ ਹੋਇਆ, ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਕਾਰੋਬਾਰ ਬੰਦ ਹੋ ਗਏ, ਬਹੁਤ ਸਾਰੇ ਘਰਾਂ ਦੇ ਘਰ ਖਾਲੀ ਹੋ ਗਏ। ਅਜੇ ਇਸ ਵਾਇਰਸ ਤੋਂ ਨਿਜਾਤ ਮਿਲੀ ਨਹੀਂ ਸੀ, ਇੱਕ ਹੋਰ ਵਾਇਰਸ ਆ ਕੇ ਖੜਾ ਹੋ ਚੁੱਕਿਆ। ਚੀਨ ਦੇ ਵਿੱਚ ਇੱਕ ਹੋਰ ਵਾਇਰਸ ਮਿਲਿਆ, ਹਿਊਮਨ ਦੇ ਵਿੱਚ ਬਰਡ ਫਲੂ ਦਾ ਇਹ ਵਾਇਰਸ ਮਿਲਿਆ। ਸੋ ਇਹਦੇ ਬਾਰੇ ਕੀ ਕਹੋਗੇ? ਪਹਿਲਾ ਕੇਸ ਸਾਹਮਣੇ ਆ ਚੁੱਕਿਆ। ਇਹ H1N1 ਹੈਗਾ। ਇਹ ਵਾਇਰਸ ਅੱਗੇ ਵੀ ਹੈਗਾ, ਬਹੁਤ ਪੁਰਾਣਾ ਵਾਇਰਸ ਹੈ। ਮੇਰੇ ਖਿਆਲ 30-40 ਸਾਲ ਪੁਰਾਣਾ ਇਹਦੇ ਬਾਰੇ ਪਤਾ ਹੈਗਾ। ਪਰ ਇਹ ਹੁਣ ਤੱਕ ਬਰਡਸ ਦੇ ਵਿੱਚ ਹੀ ਸੀਗਾ, ਹਿਊਮਨਸ ਨੂੰ ਇੰਟਰੈਕਸ਼ਨ ਬਹੁਤ ਘੱਟ ਹੈਗੀ ਹੈ। ਸ਼ਾਇਦ ਤੁਹਾਨੂੰ ਯਾਦ ਹੋਏਗਾ, ਪਿਛਲੇ ਕੁਝ ਸਾਲਾਂ ਦੇ ਵਿੱਚ ਇਹ ਚਾਈਨਾ 'ਚ ਆਇਆ ਸੀਗਾ, ਔਰ ਬਹੁਤ ਜਿਹੜੇ ਖਾਸ ਕਰਕੇ ਪੋਲਟਰੀ ਬੜੀ ਖਤਮ ਕਰਨੀ ਪਈ ਸੀ। ਹੋਰ ਵੀ ਜਿਹੜੇ ਜਾਨਵਰ ਹੈਗੇ ਉਹ ਬਹੁਤ ਜ਼ਿਆਦਾ ਬੜੀ ਵੱਡੀ ਗਿਣਤੀ 'ਚ ਖਤਮ ਕਰਨੇ ਪਏ ਸੀਗੇ। ਆਹ ਜਿਹੜਾ ਪਹਿਲਾ ਕੇਸ ਆ ਗਿਆ ਇਸ ਸਾਲ ਦਾ, ਹਿਊਮਨਸ ਦੇ ਵਿੱਚ ਆਇਆ, ਚਾਈਨਾ ਤੋਂ ਆਇਆ। ਚਾਈਨਾ ਨੂੰ ਇਹ ਬਹੁਤ ਸੀਰੀਅਸਲੀ ਸੋਚਣਾ ਪਵੇਗਾ। ਬਸ ਇਹ ਚਾਈਨਾ ਵਾਲੇ ਲੈਂਦੇ ਨੇ, ਭੁਗਤਣਾ ਸਾਰੀ ਦੁਨੀਆ ਨੂੰ ਪੈਂਦਾ। ਇਹ ਪੱਕੀ ਗੱਲ ਹੈ ਤਨ। ਪਰ ਉਸ ਕੰਟਰੀ ਨੂੰ ਆਪਦਾ, ਜਿਵੇਂ ਉਹਨਾਂ ਨੇ 1 ਕਿਡ ਪਾਲਿਸੀ ਬਣਾਈ ਸੀ, ਬੜੀ ਜ਼ੋਰਦਾਰ ਪਾਲਿਸੀ ਬਣਾਈ ਸੀ, ਔਰ ਉਹਨੂੰ ਲਾਗੂ ਬੜੀ ਇਸ ਹਿਸਾਬ ਤੇ ਕੀਤਾ ਸੀਗਾ। ਇਹਨਾਂ ਨੂੰ ਆ ਜਿਹੜੇ ਫਲੂਜ਼ ਉੱਥੋਂ ਸ਼ੁਰੂ ਹੋ ਰਹੇ ਨੇ, ਇਹਨਾਂ ਨੂੰ, ਉਸ ਕੰਟਰੀ ਨੂੰ ਇਹ ਜ਼ਰੂਰ ਸੋਚਣਾ ਪਵੇਗਾ ਕਿ ਅਸੀਂ ਜਿਹੜਾ ਫੂਡ ਖਾਂਦੇ ਆ, ਉਹ ਫੂਡ ਜਿਹੜਾ ਵਾਈਲਡ ਫੂਡ ਹੈ, ਵਾਈਲਡ ਫੂਡ ਪ੍ਰੋਬਲਮ ਦਿੰਦਾ। ਜਿਹੜਾ ਤੁਸੀਂ ਰੇਜ਼ ਕਰਦੇ ਹੋ ਇਸ ਕੰਮ ਦੇ ਵਾਸਤੇ, ਉਹ ਤੁਹਾਨੂੰ ਛੇਤੀ ਪ੍ਰੋਬਲਮ ਨਹੀਂ ਦਿੰਦਾ ਹੈ। ਸਾਡੇ ਆਪਾਂ ਕੈਨੇਡਾ ਦੀ ਗੱਲ ਕਰ ਲੈਂਦੇ ਹਾਂ, US ਦੀ ਗੱਲ ਕਰਦੇ ਹਾਂ, ਵੈਸਟਰਨ ਕੰਟਰੀਜ਼ ਦੀ ਗੱਲ ਕਰਦੇ ਹਾਂ। ਇੱਥੇ ਇਹੋ ਜਿਹੀਆਂ ਚੀਜ਼ਾਂ ਛੇਤੀ ਕਿਤੇ ਨਹੀਂ ਹੋ ਜਾਂਦੀਆਂ, ਹੋਣੀਆਂ ਵੀ ਪਰਫੈਕਟ ਨੇ। ਇਹੋ ਜਿਹੀਆਂ ਚੀਜ਼ਾਂ ਛੇਤੀ ਕਿਤੇ ਨਹੀਂ ਹੋਣਗੀਆਂ। ਰੀਜ਼ਨ ਕਿ ਅਸੀਂ ਵਾਈਲਡ ਸੇ ਵਿਕਦਾ ਨਹੀਂ ਹੈ, ਅਲਾਉਡ ਨਹੀਂ ਹੈ। ਸਰਟਨ ਅਲਾਉਡ ਹੈ। ਤੁਸੀਂ ਜਿਹੜਾ ਤੁਹਾਡਾ ਸੀਜ਼ਨ ਵੀ ਹੈਗਾ ਨਾ, ਇੱਥੇ ਹੰਟਿੰਗ ਸੀਜ਼ਨ ਹੈ, ਉਹ 2 ਹਫ਼ਤੇ ਵਾਸਤੇ ਹੁੰਦਾ, ਉਸ ਤੋਂ ਵੱਧ ਨਹੀਂ ਹੁੰਦਾ ਹੈਗਾ। ਲੋਕੀ ਉਦੋਂ ਜਾਂਦੇ ਆ, ਪਰ ਤੁਹਾਨੂੰ ਤੁਸੀਂ ਆਪਦਾ ਦੇਖ ਕੇ ਕਰਦੇ ਹੋ ਜੋ ਕੁਛ ਕਰਦੇ ਹੋ। ਬਟ ਉੱਥੇ ਜੋ ਚੀਜ਼ ਵੀ ਆਮ ਇਹਨਾਂ ਬਾਰੇ ਕਿਹਾ ਜਾਂਦਾ, ਉਹ ਠੀਕ ਹੈ ਜਾਂ ਗਲਤ ਹੈ, ਮੈਨੂੰ ਇਸ ਗੱਲ ਦਾ ਨਹੀਂ ਪਤਾ। ਕਿਹਾ ਇਹ ਜਾਂਦਾ ਕਿ ਉਹ ਦੇਸ਼ ਹੈ ਜਿਹੜਾ ਕੋਈ ਵੀ ਚੀਜ਼ ਮੂਵ ਕਰਦੀ ਉਹਨੂੰ ਖਾ ਲੈਂਦੇ ਆ। ਠੀਕ ਹੈ। ਫਿਰ ਜਦੋਂ ਤੁਸੀਂ ਵਾਇਲਡ ਵਾਲੀਆਂ ਚੀਜ਼ਾਂ ਖਾ ਲਈਆਂ, ਉਹਨੂੰ ਕੋਈ ਬਿਮਾਰੀ ਵੀ ਹੋ ਸਕਦੀ ਹੈ। ਤੁਸੀਂ ਉਹ ਦੇਖਿਆ ਵੀ ਹੈ ਨਹੀਂਗਾ। ਆ ਫਲੂ ਹੁਣ ਨਵਾਂ
ਦੁਬਾਰੇ ਸ਼ੁਰੂ ਹੋਇਆ ਹੈਗਾ। ਇਹ ਚਾਈਨਾ ਨੂੰ ਸੀਰੀਅਸਲੀ ਇਹ ਪਾਲਿਸੀ ਆਪਦੀ ਸੋਚਣੀ ਪਏਗੀ ਕਿ ਜਿਹੜੀ ਕੰਜ਼ੰਪਸ਼ਨ ਵਾਸਤੇ ਮੀਟ ਹੈਗਾ, ਪ੍ਰੋਡਕਟਸ ਹੈਗੀਆਂ ਨੇ, ਉਹਨਾਂ ਦੇ ਉੱਤੇ ਕੋਈ ਨਾ ਕੋਈ ਉਹਨਾਂ ਨੂੰ ਜ਼ਰੂਰ ਅੰਕੁਸ਼ ਲਾਉਣਾ ਪਏਗਾ ਜੀ। ਬਿਲਕੁਲ ਜੀ। ਤੇ ਸਰਾ ਲਾਸਟ ਖਬਰ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਇਸ ਪ੍ਰੋਗਰਾਮ ਦੀ, ਤੇ ਖਬਰ ਇਹ ਹੈ ਕਿ ਅੱਜ 1 ਜੂਨ 2021 ਹੈ ਤੇ 1 ਜੂਨ 2084 ਨੂੰ ਅੱਜ ਯਾਦ ਕੀਤਾ ਜਾ ਰਿਹਾ। ਸੋ ਕੀ ਕਹਿਣਾ ਚਾਹੋਗੇ? ਕਹਿੰਦੇ ਅਕਾਲ ਤਖਤ ਵੱਲੋਂ ਵੀ ਜਿਹੜਾ ਆ ਇੱਕ ਡਾਕੂਮੈਂਟਰੀ ਬਣਾਈ ਜਾ ਰਹੀ ਹੈ ਇਸ ਪੂਰੇ ਦੇ ਉੱਤੇ, ਤਾਂ ਕਿ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਉਹਨਾਂ ਨੂੰ ਵੀ ਇਸ ਚੀਜ਼ ਦੇ ਬਾਰੇ ਵਿੱਚ ਜਾਣਕਾਰੀ ਮਿਲ ਸਕੇ, ਆਪਣੇ ਇਤਿਹਾਸ ਦੇ ਬਾਰੇ ਜਾਣਕਾਰੀ ਮਿਲ ਸਕੇ। ਸੋ ਕਿਹਾ ਜਾ ਰਿਹਾ ਕਿ ਹੁਣ ਵੀਡੀਓ ਇੱਕ ਡਾਕੂਮੈਂਟਰੀ ਬਣਾਈ ਜਾ ਰਹੀ ਹੈ। ਇਸ ਕਦਮ ਨੂੰ ਕਿਵੇਂ ਦੇਖ ਰਹੇ ਹੋ? ਤਰਨ ਚੰਗੀ ਗੱਲ ਹੈ ਜੇ ਇਹ ਹੁਣ ਬਣਾਉਣ ਲੱਗੇ ਆ। ਬਹੁਤ ਦੇਰ 37 ਸਾਲ ਹੋ ਗਏ ਮੇਰੇ ਖਿਆਲ ਆਲਮੋਸਟ ਹੋਇਆ। ਇੰਨੀ ਦੇਰ ਮਗਰੋਂ ਕਿਸੇ ਨੂੰ ਤਾਂ ਯਾਦ ਹੈ ਜੋ ਉਸ ਵੇਲੇ ਗੱਲ ਕਰਾਂਗੇ ਜੀ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਕਰੀ ਜੀ ਬੇਨਤੀ ਕਰਨੀ ਸੀ। ਦੱਸੋ ਜੀ। ਆਪਣੇ ਜਿਹੜੇ ਤੁਸੀਂ ਪੰਜਾਬੀ ਲਿਖੀ ਥੱਲੇ ਆਉਂਦੇ ਨਾ, ਉਹ 'ਚ ਗਲਤੀਆਂ ਬਹੁਤ ਹੁੰਦੀਆਂ ਸ਼ਬਦ ਜੋੜਾਂ ਦੇ ਵਿੱਚ। ਜਿਹੜਾ ਕੋਈ ਬੰਦਾ ਪੰਜਾਬੀ ਲਿਖਦਾ ਜਾ ਤੇ ਮੈਨੂੰ ਲੱਗਦਾ ਉਹਨੂੰ ਸ਼ਬਦ ਜ਼ਿਆਦਾ ਆਉਂਦੀ ਨੀ ਗੀ। ਜਿੱਦਾਂ ਹੁਣ ਤੁਹਾਡੇ ਆਉਂਦੀ ਆ ਡਾਕੂਮੈਂਟਰੀ, ਉੱਥੇ ਡਾਕੂਮੈਂਟ ਦੇ ਅੱਖਰ ਹੀ ਗਲਤ ਲਿਖੇ ਆ, ਡਾਕੂਮੈਂਟਰੀ ਲਿਖਿਆ। ਥੈਂਕ ਯੂ ਜੀ, ਸ਼ੁਕਰੀਆ ਜੀ। ਹੋਰ ਵੀ ਕਈ ਥਾਂ ਸ਼ਬਦ ਜੋੜਾਂ ਦੀਆਂ ਗਲਤੀਆਂ ਇੰਨੀਆਂ ਹੁੰਦੀਆਂ ਕਿ ਉਹ ਪੰਜਾਬੀ ਦਾ ਕੁਝ ਹੋਰ ਬਣਾ ਦਿੰਦੇ। ਜੀ ਬਿਲਕੁਲ ਜੀ, ਇਹਦੇ ਬਾਰੇ ਚ ਨਾਲ ਦੀ ਨਾਲ ਅਸੀਂ ਜ਼ਰੂਰ ਇਹਨੂੰ ਚੈੱਕ ਕੀਤਾ ਜਾਏਗਾ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਨਾਈਸ ਆਫ ਯੂ। ਥੈਂਕ ਯੂ, ਰੀਲੀ ਐਪਰੀਸ਼ੀਏਟ ਦੈਟ। ਥੈਂਕ ਯੂ। ਤਰਨ ਜਿਹੜਾ ਉਹ ਜਿਹਨੇ ਵੀ ਇਨਸੈਂਟਿਵ ਸ਼ੁਰੂ ਕੀਤਾ, ਚੰਗੀ ਗੱਲ ਹੈ। ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ, ਆਉਣ ਵਾਲੀ ਜਨਰੇਸ਼ਨਸ ਨੂੰ ਪਤਾ ਹੋਣਾ ਚਾਹੀਦਾ। ਹੁਣ ਤੱਕ ਇਸ ਚੀਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਹੁਣ ਤੱਕ ਇਹੀ ਕਹੀ ਜਾਂਦੇ ਹਾਂ, ਲੈਟ ਮੀ ਬ੍ਰਿੰਗ ਸਮ ਪੋਲਿਟਿਕਸ ਇਨ ਐਜ਼ ਵੈਲ। ਅਕਾਲੀ ਆਉਂਦੇ ਨੇ, ਉਹ ਕਹਿੰਦੇ ਨੇ ਜੀ ਸਾਡੇ ਤਾਂ ਕਾਂਗਰਸ ਨੇ ਇਹ ਕੁਛ ਕੀਤਾ ਸੀਗਾ, ਇਹ ਧੱਕਾ ਕੀਤਾ ਸੀਗਾ। ਅਕਾਲੀਆਂ ਨੇ ਕਿਹੜਾ ਭਰੀ ਕੀਤੀ ਹੈ? ਅਕਾਲੀਆਂ ਨੇ ਜਦੋਂ ਕਦੋਂ ਆਪਦਾ ਫਾਇਦਾ ਹੁੰਦਾ ਉਦੋਂ 84 ਮੂਹਰੇ ਲੈ ਆਉਂਦੇ ਆ। ਜਦੋਂ ਕੋਈ ਆਪਦਾ ਫਾਇਦਾ ਹੁੰਦਾ, ਹੋਣਾ ਹੁੰਦਾ, ਲੈਣਾ ਹੁੰਦਾ, ਉਦੋਂ ਜਿਹੜਾ ਅਨੰਦਪੁਰ ਸਾਹਿਬ ਦਾ ਮਸਲਾ ਮੂਹਰੇ ਲੈ ਆਉਂਦੇ ਆ। ਜਦੋਂ ਇਹ ਤਾਕਤ ਵਿੱਚ ਆਉਂਦੇ, ਇੱਕ ਵਾਰੀ ਵੀ ਗੱਲ ਨਹੀਂ ਕਰਦੇ। ਇਹ ਕਿਹੜਾ ਭਲੇ ਹੈਗੇ ਨੇ? ਘੱਟ ਬਰਗਾੜੀ ਕਾਂਡ ਦੀ ਤੁਸੀਂ ਗੱਲ ਕਰ, ਬਰਗਾੜੀ ਕਾਂਡ ਦੋਨਾਂ ਦਾ ਹੀ ਜੋ ਕੁਛ ਕੈਪਟਨ ਸਰਕਾਰ ਕਰ ਰਹੀ ਹੈ, ਇਹ ਕਿਹੜਾ ਕੋਈ ਵਧੀਆ ਕਰ ਰਹੀ ਹੈ? ਜਿਹਨੇ ਵਾਅਦਾ ਕੀਤਾ ਸੀਗਾ ਤੇ ਜਿਹੜੀ ਅਕਾਲੀ ਗਵਰਨਮੈਂਟ ਆ ਜਿਹੜੇ ਵੇਲੇ ਹੋਇਆ ਉਹ ਵੀ ਕੁਛ ਨਹੀਂ ਹੈ। ਪਰ ਇਹ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਲਈ ਸਾਰਿਆਂ ਨੂੰ ਤੁਸੀਂ ਦੱਸਦਾ ਰਹੇ ਹੋ ਕਿ ਪਿੱਛੇ ਕੀ ਹੋਇਆ ਸਿੱਖਾਂ ਦੇ ਨਾਲ, ਕੀ ਨਹੀਂ ਹੋਇਆ, ਜੋ ਵੀ ਕੀਤਾ ਗਿਆ। ਪਰ ਜੋ ਇਸ ਵਕਤ ਮੌਜੂਦਾ ਸਮੇਂ ਦੇ ਵਿੱਚ ਦੁਨੀਆ ਨੂੰ ਵੀ ਇਹ ਦੱਸਣਾ ਜ਼ਰੂਰੀ ਹੈ ਕਿ ਸਿੱਖ ਕੀ ਨੇ, ਸਿੱਖਾਂ ਦੀ ਪਹਿਚਾਣ ਕੀ ਹੈ। ਇਸ ਚੀਜ਼ ਨੂੰ ਲੈ ਕੇ ਕਿਤੇ ਨਾ ਕਿਤੇ ਸਾਡੀਆਂ ਜਥੇਬੰਦੀਆਂ, ਸਾਡੀਆਂ ਧਾਰਮਿਕ ਸੰਸਥਾਵਾਂ ਫੇਲ ਸਾਬਿਤ ਹੋਈਆਂ ਨੇ। ਅੱਜ ਦਾ ਹੀ ਜਿਹੜਾ ਇੱਕ ਤਾਜ਼ਾ ਅਸੀਂ ਖਬਰ ਡਿਸਕਸ ਕਰੀਏ, ਅਮਰੀਕਾ ਦੇ ਵਿੱਚ 2 ਸਿੱਖ ਬੱਚਿਆਂ ਨੂੰ ਮਾਲ ਦੇ ਵਿੱਚ ਮੁਸਲਿਮ ਕਹਿ ਕੇ ਉਹਨਾਂ ਨੂੰ ਸੰਬੋਧਿਤ ਕੀਤਾ ਗਿਆ ਤੇ ਉਹਨਾਂ ਨੂੰ ਨਾਲ ਦੀ ਨਾਲ ਮੁਹੰਮਦ ਕਿਹਾ ਗਿਆ ਬੱਚਿਆਂ ਨੂੰ, ਤੇ ਉਹਨਾਂ ਦੇ ਉੱਤੇ ਕੁੱਟਮਾਰ ਵੀ ਉਹਨਾਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਅਕਸਰ ਇਹ ਦੇਖਿਆ ਜਾਂਦਾ ਕਿ ਸਿੱਖਾਂ ਦੀ ਪਹਿਚਾਣ ਜਿਹੜੀ ਆ ਉਹ ਸਹੀ ਤਰੀਕੇ ਨਾਲ ਸ਼ਾਇਦ ਅਸੀਂ ਨਹੀਂ ਦੱਸ ਪਾਏ ਕਿ ਸਿੱਖ ਐਕਚੁਅਲ 'ਚ ਕੌਣ ਨੇ, ਉਹਨਾਂ ਦੀ ਕੀ ਪਹਿਚਾਣ ਆ, ਉਹਨਾਂ ਦੀ ਦਸਤਾਰ ਦੀ ਕੀ ਪਹਿਚਾਣ ਆ। ਇਹਦੇ 'ਚ ਫੇਲ ਹੋਈਆਂ ਨੇ ਸਾਡੀਆਂ ਜਥੇਬੰਦੀਆਂ। ਆਹ ਜਿਹੜਾ ਹੁਣ ਕੋਵਿਡ ਆਇਆ, ਇਹਦੇ ਵਿੱਚ ਕੁਛ ਮੈਂ ਸੁਣਿਆ ਵੀ ਸ਼੍ਰੋਮਣੀ ਕਮੇਟੀ ਨੇ ਕੁਛ ਇਹਦੇ ਮਾਮਲੇ 'ਚ ਕੁਛ ਹੈਲਪ ਕੀਤੀ ਹੈਗੀ ਆ। ਜਿਹੜੀ ਸ਼੍ਰੋਮਣੀ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਉਹ ਕਿਸੇ ਦੀ ਜੇਬ ਦੀ ਪਰਚੀ ਚੋਂ ਨਿਕਲਣਾ, ਉਹ ਤੋਂ ਤੁਸੀਂ ਕੀ ਐਕਸਪੈਕਟ ਕਰ ਸਕਦੇ ਹੋ? ਜਿਹੜਾ ਕਿ ਟੋਟਲੀ ਇੰਡੀਪੈਂਡੈਂਟ ਅਦਾਰਾ ਹੈ ਔਰ ਹੋਣਾ ਵੀ ਚਾਹੀਦਾ, ਉਹਦੇ ਬਾਰੇ ਕੋਈ ਖਿਆਲ ਨਹੀਂ ਕੀਤਾ। ਔਰ ਉਹ ਅਦਾਰਾ ਅਕਾਲੀਆਂ ਦੀਆਂ ਜਿਹੜੀਆਂ ਹੁੰਦੀਆਂ ਨੇ ਕਨਵੈਨਸ਼ਨਸ ਹੁੰਦੀਆਂ ਨੇ, ਕਾਨਫਰੰਸਾਂ ਹੁੰਦੀਆਂ ਨੇ, ਉੱਥੇ ਰੋਟੀਆਂ ਸਪਲਾਈ ਕਰ ਰਿਹਾ। ਤੁਹਾਡਾ ਕੀ ਕੰਮ ਹੈ ਭਾਈ? ਤੁਸੀਂ ਕਾਂਗਰਸ ਵਾਲਿਆਂ ਦੇ ਕਿਉਂ ਨਹੀਂ ਕਰਦੇ? ਹੋਰ ਜਿਹੜੀਆਂ ਰੈਲੀਆਂ ਕਰਦੇ ਉਹਨਾਂ ਦੇ ਕਿਉਂ ਨਹੀਂ ਕਰਦੇ? ਇਕੱਲੇ ਅਕਾਲੀਆਂ ਦੇ ਕਿਉਂ ਕਰਦੇ ਹੋ? ਮਿਸਯੂਜ਼ ਹੈ, ਅਬਿਊਜ਼ ਹੈ, ਨਾਟ ਮਿਸਯੂਜ਼ ਹੈ। ਦੇ ਆਰ ਅਬਿਊਜ਼ਿੰਗ ਦੀਸ ਥਿੰਗ। ਸ਼੍ਰੋਮਣੀ ਕਮੇਟੀ ਦਾ ਕੰਮ ਇਹ ਸੀਗਾ ਕਿ ਤੁਸੀਂ ਧਰਮ ਦਾ ਵਿਸਥਾਰ ਕਰਨਾ, ਧਰਮ ਦਾ ਪ੍ਰਚਾਰ ਕਰਨਾ। ਤੁਸੀਂ ਉਹ ਲੋਕਾਂ ਨੂੰ ਹਾਇਰ, ਤੁਹਾਡੇ ਕੋਲ ਬਹੁਤ ਪੈਸਾ, ਇੰਨਾ ਪੈਸਾ ਪੁੱਛਣਾ, ਔਰ ਤੁਹਾਡਾ ਚੰਗੇ ਜਿਹੜੇ ਲੋਕ ਨੇ, ਜਿਹੜੇ ਵਿਦਵਾਨ ਨੇ, ਉਹਨਾਂ ਨੂੰ ਹਾਇਰ ਕਰਨਾ, ਉਹਨਾਂ ਨੂੰ ਪ੍ਰਚਾਰ ਵਾਸਤੇ ਭੇਜਣਾ। ਤੁਸੀਂ ਉਹਨਾਂ ਨੂੰ ਤਨਖਾਹਾਂ ਦੇਣੀਆਂ ਨੇ, ਤੁਸੀਂ ਉਹ ਨਹੀਂ ਕਰ ਰਹੇ। ਤੁਸੀਂ ਜਿਹੜਾ ਕਰ ਰਹੇ ਹੋ, ਇਸੇ ਕਰਕੇ ਇਹ ਧਰਮ ਜਿੱਥੇ ਤੱਕ ਜਾਣਾ ਚਾਹੀਦਾ ਸੀਗਾ ਉੱਥੇ ਪਹੁੰਚਿਆ ਨਹੀਂ ਹੈ। ਅਸੀਂ ਸੁਨੇਹਾ ਹੀ ਨਹੀਂ ਦੇ ਸਕੇ। ਅਸੀਂ ਕੀ ਹੁਣ ਤੱਕ ਕੀ ਹੈ? ਅਸੀਂ ਹੁਣ ਕੁਛ ਸੁਨੇਹਾ ਦੇਣ ਲੱਗੇ ਹਾਂ, ਜਿੱਥੇ ਵਿਪਤਾ ਖੜੀ ਹੁੰਦੀ ਹੈ ਉੱਥੇ ਸਿੱਖ ਜਾ ਖੜਦੇ ਨੇ। ਕੁਛ ਇਸ ਦਾ ਸੁਨੇਹਾ ਜਾਣ ਲੱਗਿਆ। ਅਦਰਵਾਈਜ਼ ਜਿਹੜੇ ਸਾਡੇ ਅਦਾਰੇ ਨੇ, ਸਾਡੀਆਂ ਜਿਹੜੀਆਂ ਲੀਡਰਸ਼ਿਪ ਹੈ, ਸਾਡੀਆਂ ਸਾਰੀਆਂ ਪਾਰਟੀਆਂ ਵਾਲੇ, ਮਾਨ ਸਾਹਿਬ ਨੂੰ ਕਹਿੰਦੇ ਸੀ ਵੀ ਬਹੁਤ ਚੰਗੇ ਨੇ, ਉਹ ਕਿਰਪਾਨ ਦੇ ਰੌਲੇ ਪਿੱਛੇ ਸਾਡੇ ਚੁਣ ਕੇ ਭੇਜਿਆ ਸੀ, ਅੰਦਰ ਜਾ ਕੇ ਇੱਕ ਸੁਨੇਹਾ ਨਹੀਂ ਦੇ ਸਕੇ। ਕਿਉਂ ਨਹੀਂ ਦਿੱਤੇ? ਜੋ ਸਾਈਨ ਕੀਤੇ ਸੀਗੇ ਪੇਪਰ ਦੇ ਉੱਤੇ ਵੀ ਮੈਂ ਇਸ ਕਾਨੂੰਨ ਨੂੰ ਮੰਨਦਾ, ਇਸ ਸੰਵਿਧਾਨ ਨੂੰ ਮੰਨਦਾ, ਤਾਂ ਇਲੈਕਸ਼ਨ ਲੜ ਰਿਹਾ।
ਤੇ ਉਦੋਂ ਮਗਰੋਂ ਤੁਹਾਡੇ ਤੇ ਐਸਾ ਪ੍ਰੈਸ਼ਰ ਪਿਆ, ਤੁਸੀਂ ਪਾਰਲੀਮੈਂਟ ਦੇ ਵਿੱਚ ਗਏ ਹੀ ਨਹੀਂ, ਤੁਹਾਡੇ ਸਾਰੇ ਮੈਂਬਰ ਪਾਰਲੀਮੈਂਟ ਬਣੇ ਹੋਏ ਸੀਗੇ। ਸੋ ਘੱਟ ਕਿਸੇ ਨੇ ਨਹੀਂ ਕੀਤੀ ਹੈ ਲੀਡਰਸ਼ਿਪ, ਹੁਣ ਤੱਕ ਫੇਲ ਹੋਈ ਹੈ। ਪਰਮਾਤਮਾ ਕਰੇ ਸਮੱਤ ਬਖਸ਼ੇ ਲੀਡਰਸ਼ਿਪ ਨੂੰ, ਚੰਗੀ ਲੀਡਰਸ਼ਿਪ ਆਵੇ ਤੇ ਇਹ ਕਿਸੇ ਚੰਗੇ ਰਾਹ ਪਏ। ਬਿਲਕੁਲ ਜੀ। ਤੇ ਸਰ ਹੁਣ ਇੱਥੇ ਖਬਰਾਂ ਦਾ ਸਿਲਸਿਲਾ ਆਪਾਂ ਸਮਾਪਤ ਕਰਦੇ ਹਾਂ। ਦਰਸ਼ਕਾਂ ਲਈ ਹਮੇਸ਼ਾ ਦੀ ਤਰ੍ਹਾਂ ਇੱਕ ਸਵਾਲ ਹੁੰਦਾ, ਸੋ ਫਿਰ ਅੱਜ ਦਾ ਸਵਾਲ ਕੀ ਹੈ? ਅੱਜ ਧਰਮ ਦੇ ਕੰਮ ਦਾ ਸਵਾਲ ਹੈ। ਕੀ ਬਾਤ ਹੈ। 1970 ਤੇ 1975 ਠੀਕ ਆ? ਬਿਲਕੁਲ ਜੀ ਠੀਕ ਹੈ। ਲਓ ਜੀ, ਦੇਖਿਆ ਜੀ, ਦੇਖੋ ਛੱਡ ਪਰੇ, ਹੁਣ ਕੀ ਕਰਨਾ, ਤਨ ਖੁਸ਼ ਹੋ ਗਈ, ਦੱਸ ਫਾਈਨ। ਨਹੀਂ, ਦਰਸ਼ਕਾਂ ਲਈ ਤੇ ਪੁੱਛੀਏ ਜ਼ਰੂਰ। ਓਕੇ ਜੀ, ਇਹ ਹੁਣ ਤੱਕ ਇਹ ਫੀਮੇਲ ਹੈ ਜੀ, ਐਕਟਰ ਹੈ ਜੀ, ਪੋਲੀਟੀਸ਼ੀਅਨ ਵੀ ਹੈਗੀ ਹੈ ਜੀ। ਹਿੰਦੀ ਫਿਲਮਾਂ, तेलुगु, तामिल, मलयालम, मराठी, ਬਹੁਤ ਇਨਾਮ ਵੀ ਮਿਲੇ ਇਹਨੂੰ, ਸਾਰਿਆਂ ਦੇ ਵਿੱਚ ਆਲਮੋਸਟ ਮਿਲੇ ਨੇ ਜੀ। ਨੰਦੀ ਅਵਾਰਡ ਵੀ ਮਿਲਿਆ ਇਹਨੂੰ, ਫਿਲਮ ਫੇਅਰ ਅਵਾਰਡ ਵੀ ਮਿਲਿਆ। ਇਹਦੇ ਡਾਂਸ ਬਹੁਤ ਸੋਹਣਾ ਕਰ ਰਹੀ ਹੈ। ਕਈਆਂ ਇਹ ਜਦੋਂ ਛੋਟੀ ਹੁੰਦੀ ਸੀ ਉਦੋਂ ਵੀ ਇਹ ਐਕਟਿੰਗ ਕਰਦੀ ਹੁੰਦੀ ਸੀ। ਫਿਲਮ ਦਾ ਨਾਮ ਦੱਸਦੇ ਇੱਕ ਬੜੀ ਹਿੱਟ ਫਿਲਮ ਹੋਈ ਸੀਗੀ, ਤੁਸੀਂ ਦੇਖੀ ਨਹੀਂ ਹੋਣੀ, ਸ਼ਾਇਦ ਦੇਖੀ ਹੋਵੇ। ਮਾਸੂਮ ਸੀ, ਇਹਨੇ ਮਾਸੂਮ ਚ ਐਕਟਿੰਗ ਕੀਤੀ ਸੀਗੀ 89 ਦੇ ਵਿੱਚ। ਫਿਰ ਇਹ ਮਲਿਆਲਮ ਫਿਲਮ ਚ ਆਈ ਜੀ, ਤੇ ਜਦੋਂ ਫਿਰ ਜਦੋਂ ਵੱਡੀ ਹੋ ਗਈ ਹੈ ਫਿਰ ਕਦੀ ਐਕਸ਼ਨ ਡਰਾਮਿਆਂ ਦੇ ਵਿੱਚ ਆਈ ਹੈਗੀ ਹੈ। ਇੱਕ 1995 ਚ, 1997 ਚ ਕ੍ਰਾਈਮ ਫਿਲਮ ਸੀ ਜਿਹ ਚ ਆਈ ਸੀਗੀ। ਰੋਮਾਂਟਿਕ ਕਾਮੇਡੀ ਸੀਗੀ 1999 ਦੇ ਵਿੱਚ, ਉਹਦੇ ਚ ਆਈ ਸੀਗੀ। ਉਹਦੇ ਬਾਅਦ ਜੰਗਲ ਆਈ ਹੈ 2000, ਉਹਦੇ ਸੀਗੀ। ਤੇ ਆ ਕੁਛ ਆ ਗਿਆ ਜੀ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਤਰਨ ਜੀ। ਫਸਟ ਆਫ ਆਲ ਵੈਲਕਮ ਬੈਕ। ਥੈਂਕ ਯੂ ਵਿੰਕੀ ਜੀ, ਕੀ ਹਾਲ ਚਾਲ? ਫਰੈਸ਼ ਮੂਡ ਐਂਡ ਸਤਿ ਸ਼੍ਰੀ ਅਕਾਲ ਮਗਿਨ ਜੀ। ਸਤਿ ਸ਼੍ਰੀ ਅਕਾਲ। ਇਹ ਸਰ ਤੁਸੀਂ ਗੱਲ ਕਰ ਰਹੇ ਹੋ ਉਰਮਿਲਾ ਮਤੋਂਡਕਰ ਜੀ ਦੀ। ਮਤੋਂਡਕਰ ਜੀ, ਸ਼ੁਕਰੀਆ। ਹਾਂਜੀ ਹਾਂਜੀ, ਉਰਮਿਲਾ ਮਤੋਂਡਕਰ ਹੈ। ਰੰਗੀਲਾ ਪਿਕਚਰ ਵਿੱਚ ਬੜੀ ਫੇਮਸ ਹੋਈ ਸੀ ਇਹ, ਤੇ ਮਾਸੂਮ ਵਿੱਚ ਲੱਕੜੀ ਕੀ ਕਾਠੀ ਸੌਂਗ ਨਾਲ ਬੜੀ ਫੇਮਸ ਹੋਈ ਸੀ। ਜੀ ਸ਼ੁਕਰੀਆ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਫਿਰ ਤੋਂ ਮਗਰੋਂ ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਤਰਨ ਜੀ, ਉਰਮਿਲਾ ਮਾਤੋਂਡਕਰ ਦੀ ਗੱਲ ਹੋ ਰਹੀ ਹੈ ਜੀ। ਸਚਦੇਵਾ ਜੀ, she is in Shiv Sena now, before she was in Congress. Thank you. And Rangila heroine. Thank you Sachdeva ji, thank you ਜੀ। ਇਸ ਤੋਂ ਮਗਰੋਂ ਡਾਂਸ। ਨੈਕਸਟ ਕਾਲਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਵਿਨੀਪੈਗ ਤੋਂ ਬੋਲ ਰਹੇ ਹਾਂ ਜੀ, ਮਨਦੀਪ ਜੀ। ਜੀ ਮਨਦੀਪ ਜੀ, ਹਾਂਜੀ, ਤੁਹਾਨੂੰ ਦੇਖ ਕੇ ਖੁਸ਼ੀ ਹੋਈ। ਪਲੱਸ ਦਾ ਇਹ ਹੈ ਜੀ ਉਰਮਿਲਾ ਮਤੋਂਡਕਰ ਜੀ। ਥੈਂਕ ਯੂ ਜੀ, ਤੁਸੀਂ ਟੀਵੀ ਸਕਰੀਨ ਤੇ ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਤਰਨ ਜੀ, ਸਤਿ ਸ਼੍ਰੀ ਅਕਾਲ। ਮਗਨ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਉਰਮਿਲਾ ਮਤੋਂਡਕਰ ਦੀ ਗੱਲ ਕਰ ਰਹੇ ਹੋ, ਤੁਹਾਡੇ ਪਿਕਚਰਾਂ ਦੇ ਹਿੰਟ ਨਾਲ ਮੈਨੂੰ ਪਤਾ ਲੱਗਾ। ਜੀ ਠੀਕ ਹੈ ਜੀ, ਠੀਕ ਹੈ। ਥੈਂਕ ਯੂ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। It slipped out of my mind। ਠੀਕ ਹੈ ਜੀ, ਠੀਕ ਹੈ ਜੀ। ਦੇਖਿਆ ਨਾ, ਜਿਹੜੇ ਇੱਕ ਵਾਰੀ ਕਹਿੰਦੇ ਕਮਾਨ ਚੋਂ ਨਿਕਲਿਆ ਤੀਰ ਤੇ ਜ਼ੁਬਾਨ ਚੋਂ ਨਿਕਲਿਆ ਸ਼ਬਦ, ਵਾਪਸ ਨਹੀਂ ਆਉਂਦੇ। ਬੰਦੇ ਨੂੰ ਸਮਝ ਨਾ ਕਰਨੀ ਚਾਹੀਦੀ ਹੈ। ਅੱਜ ਮੈਂ ਬੇਸਮਝ ਹੋ ਗਿਆ। ਸੈਕੰਡਲੀ ਜੀ, ਕਿਉਂਕਿ ਅਸੀਂ ਲਾਈਵ ਸ਼ੋਅ ਕਰਦੇ ਹਾਂ, ਲਾਈਵ ਸ਼ੋਅ ਦੇ ਵਿੱਚ ਮਿਸਟੇਕਸ ਵਿਲ ਬੀ ਮੇਡ, ਇਹ ਕੁਦਰਤੀ ਹੋ ਜਾਂਦੀਆਂ ਨੇ, ਪਰ ਆਈ ਟਰਾਈ ਨਾਟ ਟੂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? Hello. I know. I think it's Urmila Matondkar. Thank you so much. ਜੀ, thanks for calling. Yeah. ਜੀ, ਰਾਜ ਬਰਾੜ ਜੀ ਕਰ ਰਹੇ ਨੇ ਉਰਮਿਲਾ, ਤੇ ਯੋਗ ਚੋਪੜਾ ਜੀ ਕਰ ਰਹੇ ਨੇ ਉਰਮਿਲਾ। ਤੇ ਸਰ ਕੀ ਕਹਿਣਾ ਚਾਹੋਗੇ? ਦੇਖੋ ਜੀ, ਇੰਨਿਆਂ ਨੇ ਕਹਿਤਾ ਤੇ ਬਿਲਕੁਲ ਜੀ ਤੁਹਾਡਾ ਸਾਰਿਆਂ ਦਾ ਜਵਾਬ ਦਰੁਸਤ ਹੈ ਜੀ। ਔਰ ਇਹ ਯੈਸ ਪੋਲੀਟੀਸ਼ੀਅਨ ਹੈ, ਪਹਿਲਾਂ ਕਾਂਗਰਸ ਦੇ ਵਿੱਚ ਸੀ, ਕਹਿੰਦੀ ਕਾਂਗਰਸ ਚ ਫਿਰ ਇਹਦੀ ਲਾਸਟ ਕਾਲ ਲੈ ਲਈ। ਲਓ ਜੀ। ਜੀ ਸਰਵਰ ਟੀਮ ਨੂੰ ਕਵਾਂਗੇ ਲਾਸਟ ਕਾਲ ਜਿਹੜੀ ਹੈ ਫਾਰਵਰਡ ਕਰ ਦਿੱਤੀ ਜਾਵੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਬ੍ਰੈਂਪਟਨ ਤੋਂ ਬੋਲ ਰਹੇ ਹਾਂ ਜੀ। ਉਰਮਿਲਾ ਮਤੋਂਡਕਰ ਮਾਸੂਮ ਪਿਕਚਰ ਦੱਸਣ ਨਾਲ ਸਭ ਨੂੰ ਪਤਾ ਲੱਗ ਗਿਆ। ਠੀਕ ਹੈ ਜੀ, ਠੀਕ ਹੈ, ਸ਼ੁਕਰੀਆ ਜੀ। ਥੈਂਕ ਯੂ ਜੀ। ਦੇਖੋ ਫਿਲਮ ਬੜੀ 83 ਦੀ ਫਿਲਮ ਆਈ ਹੈ ਜੀ। ਉਹ ਜਿਹੜਾ ਗਾਣਾ ਬੜਾ ਹਿੱਟ ਹੋਇਆ ਸੀਗਾ। ਕਈ ਜ਼ਰੂਰੀ ਨਹੀਂ ਹੈ, ਤੁਹਾਨੂੰ ਜਾਂਦਾ ਇੱਕ ਹੋਰ ਹਿੰਟ ਦੇ ਜਾਂਦਾ ਮੈਂ। ਇੱਕ ਫਿਲਮ 'ਚ ਬੜੀ ਮਸ਼ਹੂਰ ਅਦਾਕਾਰਾ ਜੀ, ਬੜੀ ਹਿੱਟ ਹੋਈ ਹੈ। ਉਹਨੇ ਇੱਕ ਫਿਲਮ ਦੇ ਵਿੱਚ ਛੋਟਾ ਜਿਹਾ ਰੋਲ ਕੀਤਾ ਸੀਗਾ। ਰੋਲ ਤੁਹਾਨੂੰ ਦੱਸ ਦਿੰਦਾ। ਫਿਲਮ ਸੀਗੀ ਰਾਮ ਔਰ ਸ਼ਾਮ। ਰਾਮ ਔਰ ਸ਼ਾਮ ਦੇ ਵਿੱਚ ਇੱਕ ਗਾਣਾ ਆਈ ਹੈ, ਬਹਾਰੇ ਮਿਟੇ ਜ਼ੁਲਮੋ ਸਿਤਮ, ਪਿਆਰ ਕਾ ਜ਼ਮਾਨਾ ਆਇਆ, ਦੂਰ हुए गम,
ਰਾਮ ਕੀ ਲੀਲਾ ਰੰਗ ਸ਼ਾਮ ਨੇ ਬੰਸੀ ਵਜਾਈ ਰਾਮ ਕੀ ਲੀਲਾ ਰੰਗ ਲਾਈ, ਕੁਛ ਇਸ ਤਰ੍ਹਾਂ ਦਾ ਗਾਣਾ ਹੈਗਾ। ਉਹਦੇ 'ਚ ਬਹੁਤ ਬੱਚੇ ਡਾਂਸ ਕਰਦੇ ਆ, ਗਾਉਂਦੇ ਆ। ਜਿਹੜਾ ਲੀਡ ਬੱਚਾ ਹੈ ਉਹ ਰੇਖ ਹੈ। ਓਕੇ, ਹਾਂਜੀ, ਇਹ ਤੁਹਾਨੂੰ ਇੱਕ ਨਵੀਂ ਅੱਜ ਕੱਲ੍ਹ ਸੋਚਣਾ ਪਤਾ, ਤੁਹਾਨੂੰ ਪਤਾ ਹੋਵੇ ਜੀ। ਬਿਲਕੁਲ ਜੀ, ਉਰਮਿਲਾ ਮਤੋਂਡਕਰ, ਠੀਕ ਹੈ ਜੀ, ਬਿਲਕੁਲ ਸਹੀ ਜਵਾਬ ਹੈ ਜੀ। ਇਹ ਖੁਸ਼ ਨਹੀਂ ਸੀਗੀ ਕਾਂਗਰਸ ਦੇ ਵਿੱਚ, ਫਿਰ ਸ਼ਿਵ ਸੈਨਾ 'ਚ ਚਲੀ ਗਈ ਜੀ। ਇਸ ਵੇਲੇ 2020 ਦੇ ਵਿੱਚ ਹੋਈ, ਰਿਜੁਆਇਨ ਕੀਤੀ ਹੈ। ਦੇਖੋ ਅਗਲੀ ਵਾਰੀ MP ਬਣਦੀ ਹੈ ਜਾਂ ਨਹੀਂ ਬਣਦੀ ਜੀ। ਬਿਲਕੁਲ, ਤੇ ਹੁਣ ਆਪਾਂ ਸਮਾਂ ਇਜਾਜ਼ਤ ਦਾ ਲਈਏ। ਬਿਲਕੁਲ ਜੀ, ਬਿਲਕੁਲ। ਫਿਲਹਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਾਲਸ ਕਰਨ ਲਈ, ਮੈਸੇजेस ਦੇ ਲਈ ਤੁਹਾਡਾ, ਤੇ ਪ੍ਰੋਗਰਾਮ 'ਚ ਬਣੇ ਰਿਹਾ ਕਰੋ ਹਮੇਸ਼ਾ। ਸੋ ਫਿਲਹਾਲ ਇਸ ਪ੍ਰੋਗਰਾਮ 'ਚ ਦਿਓ ਇਜਾਜ਼ਤ, ਫਿਰ ਹੋਵੇਗੀ ਮੁਲਾਕਾਤ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।